ਪ੍ਰੇਮ ਨਾਲ ਅੰਮ੍ਰਿਤਮਏ ਗੁਰਬਾਣੀ ਦੇ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਾਚੂ ਜੁਗਾਦ ਸਾਚੂ ਹੈ ਵੀ ਸਾਚੂ ਨਾਨਕ ਹੋਸੀ ਵੀ ਸਾਚੂ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਕਹਿਜੈ ਕੋਟ ਇੰਦਰ ਇੰਦਰਾਣ ਸਾਹੀ ਸਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤਵੈ ਸਰਬ ਨਾਮ ਕਥ ਕਵਨ ਕਰਮ ਨਾਮ ਬਰਨਤ ਸੁਮਤ ਸੁਣ ਯਾਰ ਹਮਾਰੇ ਸੱਜਣ ਇਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਾਉ ਫਿਰਾਉ ਖੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੀ ਇਕ ਪੂਰੀ ਦਰਸ਼ਨ ਦੀਜੈ ਨੈਨ ਹਮਾਰੇ ਪ੍ਰਿਯ ਰੰਗ ਰੰਗਾਰੇ ਇਕ ਤਿਲ ਭੀ ਨਾ ਤਰੀਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤੇ ਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂ ਜਾਨਤਾ ਸਾਹਾ ਅਵਰ ਕਿਆ ਜਾਨੈ ਕੋਈ
दीदने दीदार साहिब कश नहीं इसका मोल। पाक परवदगार तू खुद खसम वड्डा अतोल। बेसुमार अथाह अगनत अतोला। ज्यो बोलावहो त्यो नानक दास बोला। ज्यो बोलावहो त्यो नानक दास बोला। सतनाम श्री वाहिगुरु साहिब जी। गौड़ी महला पंजवा। ऐसो परचौ पायो करी कृपा दयाल बीठ लै। सतगुर मुझे बतायो ऐसो परचौ पायो करी कृपा दयाल बीठ लै। सतगुर मुझ है बतायो रहा। जत कत देखा तत तत तुम ही। मोहे एहो विश्वास होए आयो। कै पह करो अरदास बेनती। जो सुन तो है रघुरायो। लह्यो सहसा बंधन गुर तोरे। तां सदा सहज सुख पायो। होना सा सोई पुन होसी। सुख दुख कहाँ दिखायो। खंड ब्रह्मांड का एको ठाणा। गुर पर्दा खोल दिखायो। नव निध नाम निधान एक ठाई। तो बाहर कैठै जायो। एक कनिक अनेक भांत साजी। बहु प्रकार रचायो। कहो नानक भरम गुर खोई है। एव तत्तै तत् मिलायो। एक कनिक अनेक भांत साजी। बहु प्रकार रचायो। कहो नानक भरम गुर खोई है। एव तत्तै तत् मिलायो। वाहिगुरु जी का खालसा वाहिगुरु जी की फतेह। पतत पावन भगत वशल करुणा निधान ज्योति स्वरूप अखंड जोत शब्द अवतार। तखत चवर शतर सिंहासन के मालिक बाणी के बोहित नाम बाणी के जहाज सर्ब जियां दे तारणहार हलत पलत रख्यक। वाहो वाहो बाणी निरंकार है शब्द गुरु राजान राज भानान भान देवान देव उपमा महान।
ਦਸਾਂ ਹੀ ਪਾਤਸ਼ਾਹੀਆਂ ਜੀ ਦੇ ਪਾਵਨ ਹਾਜ਼ਰ ਨਾਜ਼ਰ ਪ੍ਰਤੱਖ ਸਵਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮ ਕਿਰਪਾਲੂ ਜੀ ਸਰਬਤ ਜੀਵਾਂ ਦੇ ਉੱਪਰ ਦਇਆਲਤਾ ਕਿਰਪਾਲਤਾ ਕਰਕੇ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰ ਰਹੇ ਨੇ। ਸਤਿਗੁਰਾਂ ਦੀ ਕਿਰਪਾਲਤਾ ਦੇ ਸਦਕਾ ਸਾਹਿਬੇ ਕਮਾਲ ਹਜ਼ੂਰੇ ਆਲਮ ਕਲਗੀਧਰ ਦਸ਼ਮੇਸ਼ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਆਪ ਜੀ ਦੇ ਪਾਵਨ ਸਤਜੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਸਰਬਤ ਜਗਿਆਸੂਆਂ ਜਨਾਂ ਨੂੰ ਪ੍ਰਾਪਤ ਹੋ ਰਹੇ ਨੇ। ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਹੈ ਜੋ ਕਲਯੁਗ ਦੇ ਭਿਆਨਕ ਸਮੇਂ ਤੋਂ ਪਾਪਾਂ ਤੋਂ ਬਚਾਉਣ ਵਾਸਤੇ ਕਲ ਤਾਤੀ ਠੰਡਾ ਹਰਨਾਓ ਬਖਸ਼ਣ ਵਾਸਤੇ ਗਰੀਬ ਨਿਵਾਜ ਸਾਹਿਬ ਜੀ ਨੇ ਆਪਣੀ ਸ਼ਰਨ ਦੇ ਵਿੱਚ ਗੋਦ ਦੇ ਵਿੱਚ ਜਗਿਆਸੂ ਜਨਾਂ ਨੂੰ ਲੈਣਾ ਕੀਤਾ ਹੈ। ਵਡਭਾਗੀ ਜਨਾਂ ਨੇ ਗੁਰ ਚਰਨਾਂ ਵਿਖੇ ਆ ਕਰਕੇ ਹਾਜ਼ਰੀਆਂ ਭਰ ਕੇ ਦਰਸ਼ਨ ਦੀਦਾਰ ਕਰਕੇ ਅੰਮ੍ਰਿਤ ਸਵਰੂਪ ਗੁਰਬਾਣੀ ਨੂੰ ਪੜ੍ਹ ਸ਼ਰਾਵਣ ਗਾਇਨ ਕਰਕੇ ਆਤਮਿਕ ਆਨੰਦ ਨੂੰ ਮਾਣਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਤਖਤ ਸਾਹਿਬ ਜੀ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਨੂੰ ਸ਼ਰਵਣ ਕਰਨੇ ਦਾ। ਸਰਬਤ ਮਾਈ ਭਾਈ ਜਗਿਆਸੂ ਜਨ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਮਨ ਚਿਤ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਹਰ ਜਸ ਸ਼ਰਵਣ ਕਰੀਏ ਸਹਿਤ ਪਿਆਰ ਦੇ ਉਚਾਰਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਕੱਲ ਦੇ ਦੀਵਾਨ ਵਿੱਚ ਸ਼ਰਵਣ ਕਰਿਆ ਸੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਤਿੰਨਾਂ ਦੇ ਅਨੰਨ ਪਿਆਰੇ ਆਤਮ ਗਿਆਨੀ ਗੁਰਸਿੱਖ ਭਾਈ ਪਿਰਾਣਾ ਜੀ ਆ ਕਰਕੇ ਸਤਿਗੁਰੂ ਜੀ ਦੇ ਪਾਸ ਅਰਜ਼ ਗੁਜ਼ਾਰਨਾ ਕਰਦੇ ਨੇ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਪ੍ਰਥਾਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਸ ਤਰੀਕੇ ਦੇ ਨਾਲ ਹਿਰਦੇ ਦੇ ਵਿਕਾਰ ਦੂਰ ਹੋ ਜਾਣ ਤੇ ਕਿਨ ਵਿਧ ਮਿਲੈ ਗੁਸਾਈ, ਉਹ ਕਿਹੜਾ ਤਰੀਕਾ ਹੈ ਕਿਹੜੀ ਵਿਧੀ ਹੈ ਜਿਸ ਦੇ ਨਾਲ ਮੇਰੇ ਪਰਮ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਮੈਨੂੰ ਪ੍ਰਾਪਤੀ ਹੋ ਜਾਵੇ। ਤੇ ਇਸ ਪ੍ਰਿਥਵੀ ਮਾਲਕ ਦੀ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਪ੍ਰਮਾਤਮਾ ਜੀ ਦੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਰਿਜ਼ਕ ਦੇਣ ਵਾਲੇ ਤੇ ਪ੍ਰਾਣਾਂ ਨੂੰ ਕੱਢ ਲੈਣ ਵਾਲੇ ਪ੍ਰਮਾਤਮਾ ਜੀ ਦੀ ਪ੍ਰਾਪਤੀ ਵਾਲੇ ਕਿਵੇਂ ਹੋ ਜਾਈਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਧੀਰਜ ਧਾਰੀ ਜੀ ਨੇ ਦੱਸਣਾ ਕੀਤਾ ਇਹ ਦਾਤ ਪੂਰਿਆਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਮਿਲਦੀ ਹੈ। ਪ੍ਰਮਾਤਮਾ ਜੀ ਵਸਦੇ ਤੇ ਹਿਰਦੇ ਦੇ ਅੰਦਰ ਹੀ ਨੇ। ਅਸ਼ੁੱਧ ਮਨ ਵੀ ਉੱਥੇ ਹੀ ਵਸਦਾ ਹੈ ਪਰ ਪ੍ਰਾਪਤ ਤਾਂ ਨਹੀਂ ਹੁੰਦਾ ਕਿ ਵਿੱਚ ਅੰਦਰ ਹਉਮੈ ਦਾ ਪਰਦਾ ਪਿਆ ਹੋਇਆ ਹੈ। ਹਉਮੈ ਦਾ ਪਰਦਾ ਪਿਆ ਹੋਣ ਦੇ ਕਾਰਨ ਇਸ ਧਨ ਦਾ ਪਿਰ ਪਤੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਵਾਸਾ ਨਹੀਂ ਹੁੰਦਾ, ਮਿਲਾਪ ਨਹੀਂ ਹੁੰਦਾ, ਦਰਸ਼ਨ ਨਹੀਂ ਹੁੰਦਾ। ਤੇ ਭਾਈ ਪਿਰਾਣਾ ਜੀ ਨੇ ਪੁੱਛਣਾ ਕੀਤਾ ਜਦੋਂ ਵਾਹਿਗੁਰੂ ਜੀ ਹਿਰਦੇ 'ਚ ਹੀ ਵਸਦੇ ਨੇ ਫਿਰ ਦਰਸ਼ਨ ਦੀਦਾਰ ਤੇ ਪ੍ਰਾਪਤੀ ਕਿਉਂ ਨਹੀਂ ਹੁੰਦੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾਵਣਾ ਕੀਤਾ ਹੈ ਭਾਈ ਪਿਰਾਣਾ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਅੰਤਸ਼ਕਰਨ ਰੂਪੀ ਘਰ ਦੇ ਅੰਦਰ ਜਿਹੜਾ ਮਨ ਕੋਠਾ ਤਨ ਛੱਤ ਹੈ ਉੱਥੇ ਆਪਣੀ ਜੋਤ ਰੱਖ ਕਰਕੇ ਆਸਾ ਦੇਸਾ ਦੇ ਤਖਤੇ ਜਿਹੜੇ ਨੇ ਇਹਨਾਂ ਦੇ ਉੱਪਰ ਅਗਿਆਨਤਾ ਦਾ ਜ਼ਿੰਦਰਾ ਲਗਾਇਆ ਹੋਇਆ ਹੈ ਜੀਵ ਦੇ ਪੂਰਬਲੇ ਕਰਮਾਂ ਦੇ ਅਨੁਸਾਰ। ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਤਾਲੇ ਦੀ ਜਿਹੜੀ ਕੁੰਜੀ ਹੈ ਕੁੰਜੀ ਗੁਰ ਸੌ ਪਾਈ ਪੂਰੇ ਸਤਿਗੁਰੂ ਜੀ ਨੂੰ ਦਿੱਤੀ ਹੈ। ਇਹ ਜਿਹੜਾ ਤਾਲਾ ਹੈ ਇਹ ਹੋਰ ਤਾਂ ਦਰ ਖੁੱਲ੍ਹਾ ਨਾ ਹੀ ਕਿਸੇ ਹੋਰ ਦਰ ਤੇ ਜਾ ਕਰਕੇ ਨਹੀਂ ਖੁੱਲ੍ਹਦਾ, ਹੋਰ ਉਪਦੇਸ਼ ਦੇ ਨਾਲ ਨਹੀਂ ਖੁੱਲ੍ਹਦਾ। ਇਹ ਤੇ ਪੂਰੇ ਸਤਿਗੁਰੂ ਜੀ ਹੀ ਅਗਿਆਨਤਾ ਦੇ ਤਾਲੇ ਨੂੰ ਬ੍ਰਹਮ ਗਿਆਨ ਰੂਪੀ ਕੁੰਜੀ ਦੇ ਨਾਲ ਖੋਲ੍ਹ ਦੇਣਾ ਕਰਦੇ ਨੇ। ਤੇ ਜਦੋਂ ਸਤਿਗੁਰੂ ਜੀ ਅਗਿਆਨਤਾ ਦਾ ਤਾਲਾ ਖੋਲ੍ਹ ਦਿੰਦੇ ਨੇ ਹਿਰਦੇ ਦੇ ਅੰਦਰ ਪਰਮਾਤਮਾ ਜੀ ਦੀ ਸਾਖਿਆਤਕਾਰਤਾ ਹੋ ਜਾਂਦੀ ਹੈ। ਅੰਤਸ਼ਕਰਨ ਦੇ ਅੰਦਰ ਹੀ ਸਰੂਪ ਰੂਪ ਦੇ ਨਾਲ ਅਭੇਦਤਾ ਹੁੰਦੀ ਹੈ ਇਸ ਜੀਵ ਆਤਮਾ ਦੀ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਨਾ
ਤੇ ਜਿਹੜਾ ਸਾਧ ਸੰਗਤ ਜੀ ਇਹ ਦੂਸਰਾ ਸ਼ਬਦ ਹੈ, ਇਹ ਵੀ ਭਾਈ ਪਿਰਾਣਾ ਜੀ ਦੇ ਨਾਲ ਸੰਵਾਦ ਕਰਦਿਆਂ ਸਤਿਗੁਰੂ ਜੀ ਨੇ ਉਚਾਰਣਾ ਕੀਤਾ ਹੈ। ਹੁਣ ਅੰਤਸ਼ ਕਰਨ ਦੇ ਅੰਦਰ ਪ੍ਰਮਾਤਮਾ ਜੀ ਦੇ ਮਿਲਾਪ ਤੱਕ ਦਾ ਉਪਦੇਸ਼ ਜਦੋਂ ਸ਼ਰਵਣ ਕੀਤਾ ਨਾ, ਤੇ ਭਾਈ ਪਿਰਾਣਾ ਜੀ ਤੇ ਬ੍ਰਹਮ ਗਿਆਨੀ ਨੇ, ਆਤਮ ਗਿਆਨੀ ਨੇ ਅੰਤਰ ਆਤਮੇ ਵਾਹਿਗੁਰੂ ਜੀ ਨੂੰ ਮਿਲੇ ਹੋਏ ਨੇ, ਕਿਉਂਕਿ ਤਤਵੇਤਾ ਨੇ, ਮਹਾਤਮਾ ਨੇ, ਤੁਰੀਆ ਪਦ ਗਿਆਨ ਅਰੂੜ ਅਵਸਥਾ ਦੇ ਅਧਿਕਾਰੀ ਨੇ। ਪਰ ਜਿਹੜੇ ਸਤਪੁਰਖ ਹੋਇਆ ਕਰਦੇ ਨੇ ਨਾ, ਆਪਣੀ ਅਵਸਥਾ ਕਦੇ ਆਪਣੇ ਮੁਖ ਚੋਂ ਬੋਲ ਕੇ ਨਹੀਂ ਦੱਸਿਆ ਕਰਦੇ। ਹੋਨ ਨਜੀਕ ਖੁਦਾਈ ਦਾ ਭੇਦ ਨਾ ਕਿਸੈ ਦੇਨ, ਰੌਲਾ ਨਹੀਂ ਪਾਉਂਦੇ ਫਿਰਦੇ ਕਿ ਸਾਨੂੰ ਰੱਬ ਹਿਰਦੇ 'ਚ ਪ੍ਰਾਪਤ ਹੋ ਗਿਆ ਹੈ। ਪਰ ਬ੍ਰਹਮ ਗਿਆਨੀ ਕੈ ਪਰ ਉਪਕਾਰ ਉਮਾਹਾ, ਹਿਰਦੇ ਦੇ ਅੰਦਰ ਬੜਾ ਉਮਾਹ ਹੁੰਦਾ ਹੈ, ਬੜਾ ਉਤਸ਼ਾਹ ਹੁੰਦਾ ਹੈ ਕਿ ਜਿਹੜਾ ਸੁੱਖ ਸਾਨੂੰ ਪ੍ਰਾਪਤ ਹੋਇਆ ਨਾ, ਇਹ ਬਾਕੀ ਗੁਰਸਿੱਖਾਂ ਨੂੰ ਵੀ ਪ੍ਰਾਪਤ ਹੋਵੇ। ਆਪਣੀ ਅਵਸਥਾ ਦੀ ਉਦਾਹਰਣ ਦੇ ਨਹੀਂ ਸਕਦੇ, ਪਰ ਉਸ ਅਵਸਥਾ ਦਾ ਗਿਆਨ ਸਭਨਾਂ ਨੂੰ ਕਰਾਉਣਾ ਚਾਹੁੰਦੇ ਨੇ ਕਿ ਅੰਤਰ ਆਤਮੇ ਪ੍ਰਮਾਤਮਾ ਜੀ ਦੇ ਮਿਲਾਪ ਦੀ ਜਿਹੜੀ ਅਵਸਥਾ ਹੈ ਉਹ ਕੈਸੀ ਅਦਭੁਤ ਹੁੰਦੀ ਹੈ, ਕੈਸੀ ਅਚਰਜ ਹੁੰਦੀ ਹੈ, ਕੈਸੀ ਆਨੰਦਦਾਇਕ ਹੁੰਦੀ ਹੈ। ਉਸ ਅਵਸਥਾ ਨੂੰ ਜਦੋਂ ਅੰਤਰ ਆਤਮੇ ਪ੍ਰਮਾਤਮਾ ਜੀ ਪ੍ਰਗਟ ਹੋ ਕਰਕੇ ਜੀਵ ਇਸਤਰੀ ਨੂੰ ਮਿਲਦੇ ਨੇ, ਤੇ ਕੈਸਾ ਸਮਾਹੜਾ ਹੁੰਦਾ ਹੈ, ਕੈਸਾ ਆਨੰਦ ਹੁੰਦਾ ਹੈ, ਕੈਸਾ ਉਤਸ਼ਾਹ ਹੁੰਦਾ ਹੈ, ਕੈਸੀ ਦ੍ਰਿਸ਼ਟੀ ਬਣਦੀ ਏ, ਕੈਸੇ ਮਨ ਦੇ ਭਾਵ ਬਣਦੇ ਨੇ। ਤੇ ਇਹਨਾਂ ਨੂੰ ਪ੍ਰਗਟ ਕਰਨ ਵਾਸਤੇ ਪਰ ਉਪਕਾਰ ਦੇ ਹਿੱਤ ਭਾਈ ਪਿਰਾਣਾ ਜੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਨਾ ਫਿਰ ਇੱਕ ਬੇਨਤੀ ਕਰਦੇ ਨੇ ਜੁਗਤ ਦੇ ਸਹਿਤ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਦੋਂ ਅੰਤਰ ਆਤਮੇ ਆਪ ਜੀ ਨੂੰ ਪ੍ਰਮਾਤਮਾ ਜੀ ਮਿਲੇ ਨੇ, ਆਪ ਜੀ ਪ੍ਰਮਾਤਮਾ ਦੇ ਨਾਲ ਇੱਕਮਿਕ ਹੋਏ ਨੇ। ਹੁਣ ਇਹ ਨਹੀਂ ਕਹਿੰਦੇ ਕਿ ਅਸੀਂ ਮਿਲੇ ਹਾਂ, ਜਦੋਂ ਆਪ ਜੀ ਪ੍ਰਮਾਤਮਾ ਦੇ ਨਾਲ ਇੱਕਮਿਕ ਹੋਏ ਹੋ, ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਤੁਹਾਡੇ ਹਿਰਦੇ ਦੇ ਅੰਦਰ ਬ੍ਰਹਮ ਨੂੰ ਪ੍ਰਗਟ ਕਰ ਦਿੱਤਾ ਹੈ। ਤੇ ਬ੍ਰਹਮ ਜੀ ਦੇ ਪ੍ਰਗਟ ਹੋਣ ਦਾ ਉਹ ਜਿਹੜਾ ਆਨੰਦ ਹੈ, ਉਹ ਜਿਹੜੀ ਅਵਸਥਾ ਹੈ, ਉਹ ਕੈਸੀ ਹੋਇਆ ਕਰਦੀ ਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਸ ਕਿਰਪਾ ਰੂਪ ਅਵਸਥਾ ਦੇ ਬਚਨਾਂ ਨੂੰ ਆਪਣੀ ਪਵਿੱਤਰ ਰਸਨਾ ਦੇ ਨਾਲ ਮੁਖਾਰ ਬਿੰਦ ਤੋਂ ਉਚਾਰ ਕਰਕੇ ਦੱਸਣਾ ਕਰੋ ਜੀ, ਤਾਂ ਕਿ ਸਾਡੇ ਸਾਰਿਆਂ ਤਮਾਮ ਜੀਵਾਂ ਦੇ ਹਿਰਦਿਆਂ ਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਰੰਗ ਲੱਗ ਜਾਵੇ, ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਹਿਰਦੇ ਦੇ ਅੰਦਰ ਪਿਆਰ ਉਤਪੰਨ ਹੋ ਜਾਵੇ, ਪੈਦਾ ਹੋ ਜਾਵੇ, ਪ੍ਰਗਟ ਹੋ ਜਾਵੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਉਹ ਕਿਰਪਾ ਦੀ ਅਵਸਥਾ, ਉਹ ਮਿਲਾਪ ਦੀ ਅਵਸਥਾ ਕੈਸੀ ਹੈ, ਕਿਰਪਾਲਤਾ ਕਰਕੇ ਫਰਮਾ ਕਰਕੇ ਦੱਸਣਾ ਕਰੋ ਜੀ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਰਬਤ ਸੰਸਾਰ ਦੇ ਭਲੇ ਹਿੱਤ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਫਰਮਾ ਰਹੇ ਹਨ ਜੀ। ਐਸੂ ਪਰਚਉ ਪਾਇਓ। ਹੇ ਭਾਈ ਪਿਰਾਣਾ ਜੀ, ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਨਾ ਸਾਡੇ ਹਿਰਦੇ ਦੇ ਅੰਦਰ ਐਸਾ ਪ੍ਰੇਮ ਦਾ ਪਰਚਾ ਹੀ ਪਾ ਦਿੱਤਾ ਹੈ, ਐਸਾ ਪ੍ਰੇਮ ਦਾ ਪਰਚਾਵਾ ਹੀ ਪਾ ਦਿੱਤਾ ਹੈ। ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਇੱਥੇ ਜੋ ਪਰਚਾ ਸ਼ਬਦ ਆਇਆ ਹੈ, ਉਸ ਦੇ ਅਰਥ ਕੀਤੇ ਨੇ ਸਹਿਤ ਪਿਆਰ ਦੇ ਜਾਣ ਪਛਾਣ ਹੋ ਜਾਣੀ। ਐਸੀ ਜਾਣ ਪਛਾਣ ਹੋਣੀ ਜਿਸ ਦੇ ਨਾਲ ਮਿੱਤਰਤਾ ਬਣ ਜਾਣੀ, ਅਟੁੱਟ ਪਿਆਰ ਬਣ ਜਾਣਾ, ਜਿਸ ਦੇ ਨਾਲ ਅਭੇਦਤਾ ਹੋ ਜਾਣੀ ਤੇ ਮੇਰ ਤੇਰ ਨਾ ਰਹਿਣੀ, ਸੋ ਕਹੀਏ ਪਰਚਾਓ। ਐਸਾ ਗਿਆਨ ਹੋ ਜਾਣਾ ਤੇ ਗਿਆਨ ਦੇ ਸਹਿਤ ਜਾਣ ਪਛਾਣ ਬਣ ਜਾਣੀ, ਤੇ ਜਾਣ ਪਛਾਣ ਵੀ ਮਿੱਤਰਤਾ ਵਾਲੀ। ਹਜ਼ੂਰ ਫਰਮਾਵਨਾ ਕਰਦੇ ਨੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਐਸਾ ਗਿਆਨ ਬਖਸ਼ਿਆ ਹੈ, ਐਸਾ ਬ੍ਰਹਮ ਗਿਆਨ ਬਖਸ਼ਿਆ ਹੈ, ਐਸੀ ਤਿਸ ਦੇ ਨਾਲ ਦਿਲ ਦੀ ਡੂੰਘੀ ਗਹਿਰਾਈਆਂ ਦੀ ਸਾਂਝ ਬਣਾ ਦਿੱਤੀ ਏ, ਐਸੀ ਜਾਣ ਪਛਾਣ ਬਣਾ ਦਿੱਤੀ ਏ। ਹੁਣ ਤਾਂ ਤਿਸ ਵਾਹਿਗੁਰੂ ਜੀ ਦੇ ਨਾਲ ਮਿੱਤਰਤਾ ਹੀ ਬਣ ਆਈ ਹੈ। ਵਾਹਿਗੁਰੂ ਜੀ ਸਾਨੂੰ ਮਿੱਤਰ ਸਰੂਪ ਦੇ ਅੰਦਰ, ਮੀਤ ਸਰੂਪ ਦੇ ਅੰਦਰ, ਸੱਜਣ ਸਰੂਪ ਦੇ ਅੰਦਰ, ਸਖਾ ਸਰੂਪ ਦੇ ਅੰਦਰ ਪ੍ਰਾਪਤ ਹੋ ਗਏ ਨੇ। ਐਸਾ ਹਿਰਦੇ ਦੇ ਅੰਦਰ ਪਰਚਾਓ ਪਾਇਆਓ, ਪਿਆਰ ਉਤਪੰਨ ਹੋ ਆਇਆ ਹੈ ਤਿਸ ਵਾਹਿਗੁਰੂ ਜੀ ਦੇ ਪ੍ਰਥਾਏ। ਕਰੀ ਕਿਰਪਾ ਦਇਆਲ ਬੀਠ ਲੈ। ਇਹ ਸੱਚੇ ਪਾਤਸ਼ਾਹ ਜੀ ਐਸੀ ਮਿੱਤਰਤਾ ਦਾ ਭਾਵ ਵਾਹਿਗੁਰੂ ਜੀ ਦੇ ਨਾਲ ਬਣਾਉਣ ਵਾਸਤੇ ਫਿਰ ਸਾਧਨ ਤਾਂ ਬੜੇ ਕਰਨੇ ਪਏ ਹੋਣਗੇ। ਮਹਾਰਾਜ ਆਪ ਜੀ ਨੇ ਕਿਹੜਾ ਸਾਧਨ ਕੀਤਾ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਹੀ ਤੁਹਾਡੇ ਮਿੱਤਰ ਬਣ ਗਏ। ਇੱਥੇ ਦੁਨੀਆ ਦੇ ਵਿੱਚ ਤਾਂ ਬੰਦਾ ਹੀ ਬੰਦੇ ਦਾ ਮਿੱਤਰ ਨਹੀਂ ਬਣਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੁੱਲ ਬੰਦਿਆਂ ਦਾ, ਕੁੱਲ ਦੁਨੀਆ ਦਾ, ਕੁੱਲ ਸ੍ਰਿਸ਼ਟੀ ਦੇ ਮਾਲਕ ਦਾ ਮਿੱਤਰ ਬਣ ਜਾਣਾ ਕੋਈ ਛੋਟੀ ਗੱਲ ਤੇ ਨਹੀਂ ਨਾ।
ਤੇ ਜੇ ਐਸੇ ਵਾਹਿਗੁਰੂ ਜੀ ਦੇ ਨਾਲ ਆਪ ਜੀ ਦਾ ਪਿਆਰ ਬਣ ਆਇਆ, ਮਿੱਤਰਤਾ ਬਣ ਆਈ ਹੈ, ਤੇ ਆਪ ਜੀ ਨੇ ਸਾਧਨ ਕਿਹੜੇ ਕੀਤੇ ਹਨ ਜੀ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਪਿਰਾਣਾ ਜੀ, ਇਸ ਦੇ ਵਾਸਤੇ ਸਾਨੂੰ ਅਲੱਗ ਤੋਂ ਕੋਈ ਯਤਨ ਅਥਵਾ ਸਾਧਨ ਕਰਨੇ ਹੀ ਨਹੀਂ ਪਏ। ਇਹ ਤਾਂ ਕਰੀ ਕਿਰਪਾ, ਇਹ ਤਾਂ ਦਇਆਲੂ ਬੀਠਲ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਡੇ ਉੱਪਰ ਕਿਰਪਾ ਹੀ ਕਰ ਦਿੱਤੀ ਹੈ। ਕਹਿਣ ਤੋਂ ਭਾਵ ਵਾਹਿਗੁਰੂ ਜੀ ਦੇ ਨਾਲ ਜਿਹੜਾ ਪਿਆਰ ਬਣਦਾ ਹੈ, ਇਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਕਿਰਪਾਲਤਾ ਦੇ ਨਾਲ ਬਣਦਾ ਹੈ। ਸਤਿਗੁਰ ਮੁਝ ਹੈ ਬਤਾਇਓ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਸਾਧਨ ਸਾਨੂੰ ਪ੍ਰੇਮਾ ਭਗਤੀ ਬਤਾਇਓ ਦੱਸ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁਝੇ ਬਤਾਇਓ ਸਾਨੂੰ ਦੱਸ ਦਿੱਤਾ। ਜੋ ਪਰਮ ਪਿਤਾ ਪਰਮਾਤਮਾ ਜੀ ਮਿੱਤਰ ਸਰੂਪ ਨੇ, ਸਖਾ ਸਰੂਪ ਨੇ, ਕਿਧਰੇ ਦੂਰ ਨਹੀਂ। ਉਹ ਤੇ ਮੁਝੇ ਬਤਾਇਓ ਸਾਨੂੰ ਦੱਸ ਦੇਣਾ ਕੀਤਾ, ਭਾਈ ਤੇਰੇ ਹਿਰਦੇ ਦੇ ਅੰਦਰ ਹੀ ਨੇ। ਜਿਹੜੇ ਹਰੀ ਜੀ ਬੀਠਲ ਸਰੂਪ ਨੇ, ਕਿਰਪਾਲੂ ਨੇ, ਸਭਨਾ ਦੇ ਪੈਦਾ ਕਰਨ ਵਾਲੇ, ਰੋਜ਼ੀ ਦੇਣ ਵਾਲੇ, ਪ੍ਰਾਣਾਂ ਨੂੰ ਹਰਨ ਵਾਲੇ ਨੇ ਨਾ, ਉਹ ਵਾਹਿਗੁਰੂ ਜੀ ਦੂਰ ਨਹੀਂ, ਹਿਰਦੇ ਦੇ ਅੰਦਰ ਹੀ ਵਸ ਰਹੇ ਨੇ। ਰਹਾਉ ਵਿਸਰਾਮ ਦੇ ਕਰਕੇ ਹਜ਼ੂਰ ਫਰਮਾਵਣਾ ਕਰਦੇ ਹਨ ਜੀ, ਜਤ ਕਤ ਦੇਖਾਓ ਤਤ ਤਤ ਤੁਮ ਹੀ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ, ਜਿਸ ਵੇਲੇ ਵੱਡਿਆਂ ਸਤਿਗੁਰਾਂ ਨੇ, ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਤੁਹਾਨੂੰ ਹਿਰਦੇ ਦੇ ਅੰਦਰ ਹੀ ਵਾਹਿਗੁਰੂ ਜੀ ਦੇ ਬਾਰੇ ਦੱਸ ਦਿੱਤਾ, ਤੇ ਹਿਰਦੇ ਦੇ ਅੰਦਰ ਹੀ ਦੱਸਿਆ ਹੀ ਨਹੀਂ, ਹਿਰਦੇ ਦੇ ਅੰਦਰ ਦਿਖਾ ਦੇਣਾ ਕੀਤਾ। ਬਤਾਇਓ ਦੱਸ ਦੇਣਾ ਕੀਤਾ, ਦੱਸ ਕਰਕੇ ਦਿਖਾ ਦੇਣਾ ਕੀਤਾ। ਮਹਾਰਾਜ ਜੀ ਜਦੋਂ ਹਿਰਦੇ ਦੇ ਅੰਦਰ ਦਿਖਾ ਦਿੱਤਾ, ਤੇ ਫਿਰ ਆਪ ਜੀ ਦੀ ਦ੍ਰਿਸ਼ਟੀ ਕੈਸੀ ਬਣ ਆਈ ਹੈ, ਸੰਸਾਰ ਦੇ ਪ੍ਰਤੀ ਆਪ ਜੀ ਦਾ ਦ੍ਰਿਸ਼ਟੀਕੋਣ ਕੈਸਾ ਬਣ ਆਇਆ ਹੈ। ਜਿਸ ਪ੍ਰਮਾਤਮਾ ਜੀ ਨੂੰ ਪ੍ਰਾਪਤ ਕਰਨ ਵਾਸਤੇ ਦੁਨੀਆ ਦੇ ਅੰਦਰ ਜੀਵ ਦਾ ਆਵਣਾ ਹੁੰਦਾ ਹੈ, ਜਦੋਂ ਉਹ ਪ੍ਰਮਾਤਮਾ ਜੀ ਹਿਰਦੇ ਅੰਦਰ ਹੀ ਦਿਸ ਆਏ, ਨਜ਼ਰ ਆ ਗਏ, ਪ੍ਰਗਟ ਹੋ ਆਏ, ਤੇ ਕੀ ਸੰਸਾਰ ਦੇ ਨਾਲ ਵੀ ਕੋਈ ਨਾਤਾ ਰਹਿ ਜਾਂਦਾ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ। ਫਿਰ ਸਤਿਗੁਰੂ ਜੀ ਦੀ ਦਇਆਲਤਾ ਦੇ ਨਾਲ ਐਸੀ ਨਦਰ ਬਣ ਆਈ, ਐਸੀ ਦ੍ਰਿਸ਼ਟੀ ਬਣ ਗਈ, ਜਤ ਕਤ ਦੇਖਾਓ। ਜਿੱਥੇ ਕਿੱਥੇ ਵੀ ਅਸੀਂ ਦੇਖਣਾ ਕਰਦੇ ਹਾਂ, ਤਿੱਥੇ ਤਿੱਥੇ ਸਭ ਜਗ੍ਹਾ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਪਾਵਨ ਸਰੂਪ ਸਾਨੂੰ ਨਜ਼ਰ ਆਇਆ ਹੈ। ਜਿਹੜੇ ਵਾਹਿਗੁਰੂ ਜੀ ਨਿਰਗੁਣ ਹੋ ਕਰਕੇ ਕਣ ਕਣ ਦੇ ਅੰਦਰ, ਜ਼ਰਰੇ ਜ਼ਰਰੇ ਦੇ ਅੰਦਰ ਵਸਣੇ ਵਾਲੇ ਸਨ ਨਾ, ਸਤਿਗੁਰੂ ਜੀ ਨੇ ਜਦੋਂ ਹਿਰਦੇ ਦੇ ਅੰਦਰ ਪ੍ਰਗਟ ਕਰ ਦਿੱਤੇ, ਤੇ ਸਾਰੇ ਕਣ ਕਣ ਦੇ ਅੰਦਰ ਤੇ ਵਾਹਿਗੁਰੂ ਜੀ ਦਾ ਦੀਦਾਰ ਹੋਣ ਲੱਗ ਗਿਆ। ਜਿਸ ਪ੍ਰਕਾਰ ਸਾਧ ਸੰਗਤ ਜੀ, ਇੱਕ ਅੰਨਾ ਬੰਦਾ ਹੁੰਦਾ ਨਾ, ਉਹਦੀਆਂ ਅੱਖਾਂ ਦੇ ਅੰਦਰ ਜੋਤ ਨਹੀਂ, ਦ੍ਰਿਸ਼ਟੀ ਨਹੀਂ, ਤੱਕਣ ਦੀ ਸ਼ਕਤੀ ਨਹੀਂ। ਤਾਂ ਜਦੋਂ ਅੱਖਾਂ ਦੇ ਅੰਦਰ ਜੋਤ ਨਹੀਂ ਤੇ ਬਾਹਰ ਕੁਝ ਵੀ ਨਜ਼ਰ ਨਹੀਂ ਆਉਂਦਾ। ਲੱਖਾਂ ਲੋਕ ਤੁਰੇ ਫਿਰਨ, ਜੋੜ ਮੇਲੇ ਲੱਗੇ ਰਹਿਣ, ਬਸੰਤ ਰੁੱਤ ਦੇ ਫੁੱਲ ਖਿੜੇ ਹੋਣ, ਬਸੰਤ ਬਹਾਰਾਂ ਖਿੜੀਆਂ ਹੋਣ, ਪੰਛੀ ਚਹਿਕਦੇ ਹੋਣ, ਬਗੀਚੇ ਫੁੱਲਾਂ ਦੇ ਨਾਲ ਸੋਹਣੇ ਸਜੇ ਹੋਣ, ਜਿਹੜੇ ਬਾਗ ਨੇ ਉਹਦੇ ਅੰਦਰ ਬੜੇ ਫਲ ਲੱਗੇ ਹੋਣ, ਇਸੇ ਪ੍ਰਕਾਰ ਸੁਹਾਵਣਾ ਮੌਸਮ ਹੋਵੇ, ਕੁਦਰਤੀ ਨਜ਼ਾਰੇ ਹੋਣ, ਝਰਨੇ ਵਗਦੇ ਹੋਣ, ਹਰਿਆਵਲੀ ਲਹਿ ਲਹਿਰਾਉਂਦੀ ਹੋਵੇ, ਸੂਰਜ ਦਾ ਪ੍ਰਕਾਸ਼ ਹੋਵੇ, ਚੰਦਰਮਾ ਦੀ ਠੰਡਕ ਹੋਵੇ, ਪਰ ਅੰਨੇ ਨੂੰ ਕੁਛ ਨਹੀਂ ਦਿਸਦਾ, ਕਿਉਂਕਿ ਆਪਣੀਆਂ ਅੱਖਾਂ ਵਿੱਚ ਜੋਤ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਜੇ ਅੰਨੇ ਨੂੰ ਦ੍ਰਿਸ਼ਟੀ ਬਖਸ਼ ਦੇਣਾ ਕੀਤੀ, ਅੰਨੇ ਦੀਆਂ ਅੱਖਾਂ ਦੇ ਅੰਦਰ ਦੇਖਣੇ ਦੀ ਜੋਤ ਪਾ ਦਿੱਤੀ, ਤੇ ਫਿਰ ਉਹ ਜਿਹੜਾ ਅੰਨਾ ਇਨਸਾਨ ਹੈ ਨਾ, ਸਭ ਜਗ੍ਹਾ ਤੇ ਕੁਦਰਤੀ ਨਜ਼ਾਰੇ ਤੱਕਦਾ ਹੈ, ਸੂਰਜ ਨੂੰ ਵੀ ਦੇਖਦਾ ਹੈ, ਚੰਦ ਨੂੰ ਵੀ ਦੇਖਦਾ ਹੈ, ਹਰਿਆਵਲਤਾ ਨੂੰ ਦੇਖਦਾ ਹੈ, ਕਾਦਰ ਦੀ ਕੁਦਰਤ ਨੂੰ ਤੱਕਦਾ ਹੈ, ਪਹਾੜਾਂ ਨੂੰ ਦੇਖਦਾ ਹੈ, ਲੱਖਾਂ ਮਨੁੱਖਾਂ ਨੂੰ ਦੇਖਦਾ ਹੈ, ਜੋੜ ਮੇਲੇ ਤੱਕਦਾ ਹੈ। ਇਹ ਸਭ ਕੁਝ ਪਹਿਲਾਂ ਵੀ ਮੌਜੂਦ ਸੀ, ਪਰ ਉਦੋਂ ਤੱਕ ਨਹੀਂ ਨਜ਼ਰ ਆਇਆ ਜਦੋਂ ਤੱਕ ਆਪਣੀਆਂ ਅੱਖਾਂ ਵਿੱਚ ਜੋਤ ਨਹੀਂ। ਇਹ ਸਾਰੀਆਂ ਚੀਜ਼ਾਂ ਪਹਿਲਾਂ ਵੀ ਮੌਜੂਦ ਨੇ, ਪਰ ਜਦੋਂ ਆਪਣੀਆਂ ਅੱਖਾਂ ਦੇ ਅੰਦਰ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਜੋਤ ਬਖਸ਼ ਦਿੱਤੀ, ਤੇ ਸਾਰੇ ਕੁਦਰਤੀ ਨਜ਼ਾਰੇ ਫਿਰ ਦ੍ਰਿਸ਼ਟਮਾਨ ਹੋ ਗਏ, ਦਿਸਣੇ ਸ਼ੁਰੂ ਹੋ ਗਏ। ਜਦੋਂ ਅੱਖਾਂ ਦੇ ਅੰਦਰ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਅੰਨਿਆਂ ਨੂੰ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਜਿਵੇਂ ਕਰੇ ਅਸਥਾਨ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਜੋੜੇ ਨੂੰ ਹੱਥ ਛੁਹਾ ਕਰਕੇ ਨੇਤਰਾਂ ਤੇ ਲਾਉਣ ਦੇ ਨਾਲ ਅੰਨੇ ਨੂੰ ਦ੍ਰਿਸ਼ਟੀ ਮਿਲ ਗਈ ਨਾ, ਤੇ ਸਾਰਾ ਸੰਸਾਰ ਨਜ਼ਰ ਆ ਗਿਆ। ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼।
ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਅੰਦਰ ਗਿਆਨ ਅੰਜਰ, ਅੰਜਨ ਤੋਂ ਭਾਵ ਹੈ ਸੁਰਮਾ, ਬ੍ਰਹਮ ਗਿਆਨ ਰੂਪੀ ਸੁਰਮਾ ਜਦੋਂ ਮਨ ਬੁੱਧ ਰੂਪੀ ਨੇਤਰਾਂ ਵਿੱਚ ਪਾਉਂਦੇ ਨੇ ਨਾ, ਤੇ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਵਿੱਚੋਂ ਅਗਿਆਨਤਾ ਦੇ ਹਨੇਰੇ ਦਾ ਨਾਸ਼ ਹੋ ਜਾਂਦਾ ਹੈ। ਜਦੋਂ ਹਿਰਦੇ ਦੇ ਵਿੱਚੋਂ ਅਗਿਆਨਤਾ ਮਿਟ ਗਈ, ਫਿਰ ਤਾਂ ਜੱਤਰ ਤੱਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਜਿੱਥੇ ਕਿੱਥੇ ਵੀ ਦੇਖਣਾ ਕਰੀਏ ਤਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜ਼ਾਹਰ, ਤਿਸ ਦਾ ਜਲਵਾ, ਤਿਸ ਦਾ ਨਜ਼ਾਰਾ ਪ੍ਰਗਟ ਹੀ ਉਹ ਆਉਂਦਾ ਹੈ। ਤੇ ਗਰੀਬ ਨਵਾਜ ਸਾਹਿਬ ਜੀ ਜਗਿਆਸੂਆਂ ਨੂੰ ਇਸ ਬ੍ਰਹਮ ਗਿਆਨ ਦੀ ਅਵਸਥਾ ਨੂੰ ਸਮਝਾਉਣ ਖਾਤਰ ਭਾਈ ਪਿਰਾਣਾ ਜੀ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆ ਬਚਨ ਕਰਨਾ ਕਰਦੇ ਨੇ, ਜਤ ਕਤ ਦੇਖਾਓ। ਜਿੱਥੇ ਕਿੱਥੇ ਵੀ ਦੇਖਣਾ ਕਰਦੇ ਹਾਂ, ਤਿੱਥੇ ਤਿੱਥੇ ਹੀ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ। ਉਹ ਫਿਰ ਜੋ ਨਿਰਗੁਣ ਹੈ ਉਹ ਸਰਗੁਣ ਸਰੂਪ ਦੇ ਅੰਦਰ ਨਜ਼ਰ ਆਉਣ ਲੱਗਦਾ ਹੈ। ਸਭਨਾ ਸਰੀਰਾਂ ਦੇ ਅੰਦਰ, ਸਭਨਾ ਆਕਾਰਾਂ ਦੇ ਅੰਦਰ, ਪਸ਼ੂਆਂ ਪੰਛੀਆਂ ਦੇ ਅੰਦਰ, ਜੀਵ ਜੰਤੂਆਂ ਦੇ ਅੰਦਰ, ਬਨਸਪਤੀ ਦੇ ਅੰਦਰ, ਧਰਤੀ ਆਕਾਸ਼ ਚੰਦ ਸੂਰਜ ਦੇ ਅੰਦਰ, ਹਰ ਇੱਕ ਵਸਤੂ ਦੇ ਅੰਦਰ ਜੋਤ ਤੇ ਵਾਹਿਗੁਰੂ ਜੀ ਦੀ ਹੀ ਨਜ਼ਰ ਆਉਂਦੀ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਜਿਵੇਂ ਮਾਲਾ ਹੁੰਦੀ ਏ ਤੇ ਸਾਰੇ ਮੋਤੀਆਂ ਦੇ ਵਿੱਚ ਇੱਕ ਹੀ ਧਾਗਾ ਪਰੋਇਆ ਹੁੰਦਾ ਨਾ, ਤੇ ਮਾਲਾ ਬਣਦੀ ਹੈ। ਸੰਸਾਰ ਰੂਪੀ ਮਾਲਾ, ਜਿਤਨੇ ਸਰੀਰ ਸਾਰੇ ਮਣਕੇ ਨੇ, ਪਰਮੇਸ਼ਰ ਜੀ ਦੀ ਚੇਤਨ ਸੱਤਾ ਰੂਪੀ ਧਾਗਾ ਸਾਰਿਆਂ ਦੇ ਅੰਦਰ ਪਰੋਇਆ ਹੋਇਆ ਹੈ। ਇਸ ਪ੍ਰਕਾਰ ਵਾਹਿਗੁਰੂ ਜੀ ਦੀ ਹੀ ਮਾਲਾ ਦੇ ਮਣਕੇ ਸਾਰੇ ਫਿਰ ਨਜ਼ਰ ਆਉਂਦੇ ਨੇ। ਸੋ ਹਜ਼ੂਰ ਫਰਮਾਵਣਾ ਕਰਦੇ ਨੇ, ਜਿੱਥੇ ਕਿੱਥੇ ਵੀ ਦੇਖਣਾ ਕਰਦੇ ਹਾਂ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ। ਮੋਹ ਇਹੋ ਵਿਸ਼ਵਾਸ ਹੋਏ ਆਇਓ, ਤੇ ਮੋਹ ਹਿਰਦੇ ਦੇ ਅੰਦਰੋਂ ਮਿਟ ਗਿਆ। ਇਸੇ ਪ੍ਰਕਾਰ ਮੋਹ ਸਾਨੂੰ ਇਹ ਵਿਸ਼ਵਾਸ ਹੋ ਆਇਆ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਹੀ ਸਭਨਾ ਜੀਵਾਂ ਦੇ ਅੰਦਰ ਵਸਦੇ ਨੇ। ਕਿਉਂਕਿ ਅੱਖੀਂ ਦੇਖ ਕਰਕੇ ਭਰੋਸਾ ਛੇਤੀ ਆ ਜਾਂਦਾ ਨਾ, ਫਿਰ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਜਦੋਂ ਸਾਡੇ ਵਰਗੇ ਅਗਿਆਨੀ ਜੀਵਾਂ ਨੂੰ ਸਮਝਾਉਣਾ ਹੁੰਦਾ ਤੇ ਸਤਿਗੁਰੂ ਜੀ ਅਨੇਕ ਦ੍ਰਿਸ਼ਟਾਂਤ ਦੇ ਕਰਕੇ ਸਮਝਾਉਂਦੇ ਨੇ। ਇਹਨਾਂ ਅਕਲਾਂ ਤੋਂ ਅੰਨਿਆਂ ਨੂੰ ਸਮਝ ਆ ਜਾਵੇ। ਇੱਕ ਦ੍ਰਿਸ਼ਟਾਂਤ ਦੇ ਨਾਲ ਸਮਝ ਨਹੀਂ ਆਈ, ਦੂਸਰੇ ਦੇ ਨਾਲ ਸਮਝ ਨਹੀਂ ਆਈ, ਤੀਸਰਾ ਪ੍ਰਮਾਣ, ਚੌਥਾ ਪ੍ਰਮਾਣ, ਦ੍ਰਿਸ਼ਟਾਂਤ ਦੇ ਦ੍ਰਿਸ਼ਟਾਂਤ। ਮਹਾਰਾਜ ਜੀ ਕਿਤਨੇ ਅਲੰਕਾਰ, ਰੂਪਕ ਅਲੰਕਾਰ, ਸੁੰਦਰ ਅਲੰਕਾਰਾਂ ਦੇ ਨਾਲ ਸਮਝਾਉਂਦੇ ਨੇ। ਕਿਸੇ ਪ੍ਰਕਾਰ ਤੇ ਇਹਨਾਂ ਨੂੰ ਭਰੋਸਾ ਆ ਜਾਵੇ, ਕਿਵੇਂ ਤੇ ਪ੍ਰਤੀਤ ਆ ਜਾਵੇ ਨਾ। ਪਰ ਗਿਆਨ ਜਾਗਰਿਤ ਅਵਸਥਾ, ਹਿਰਦੇ ਦੇ ਅੰਦਰ ਬ੍ਰਹਮ ਜੀ ਦੀ ਜੋਤੀ ਪ੍ਰਕਾਸ਼ ਹੋ ਗਈ। ਜਿਵੇਂ ਆਪਣੇ ਨੇਤਰਾਂ ਵਿੱਚ ਜੋਤ ਹੋਵੇ ਤੇ ਸਾਰਾ ਸੰਸਾਰ ਨਜ਼ਰ ਆ ਜਾਂਦਾ ਹੈ। ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਪ੍ਰਗਟ ਹੋ ਆਵੇ ਤੇ ਕੁੱਲ ਸ੍ਰਿਸ਼ਟੀ ਸੰਸਾਰ ਦੇ ਅੰਦਰ ਵਾਹਿਗੁਰੂ ਜੀ ਦਾ ਸਰੂਪ ਪ੍ਰਗਟ ਹੋ ਆਉਂਦਾ ਹੈ, ਨਜ਼ਰ ਆਉਂਦਾ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਦ ਪ੍ਰਤੱਖ ਨੇਤਰਾਂ ਦੇ ਨਾਲ ਦੇਖਣਾ ਕੀਤਾ ਤੇ ਵਿਸ਼ਵਾਸ ਹੋ ਆਇਆ ਸਾਰੇ ਜੀਵਾਂ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਆਪ ਹੀ ਵਸ ਰਹੇ ਨੇ। ਇਹ ਬ੍ਰਹਮ ਗਿਆਨ ਦੀ ਅਵਸਥਾ, ਪ੍ਰਮਾਤਮਾ ਜੀ ਦੇ ਮਿਲਾਪ ਦੀ ਅਵਸਥਾ ਨੂੰ ਗਰੀਬ ਨਿਵਾਜ ਸਾਹਿਬ ਜੀ ਪ੍ਰਗਟ ਕਰ ਰਹੇ ਹਨ ਜੀ। ਕੈ ਪਹਿ ਕਰੋ ਅਰਦਾਸ ਬੇਨਤੀ। ਜਿਸ ਵੇਲੇ ਜਗਿਆਸੂ ਅਜੇ ਨਵਾਂ ਜੁੜਦਾ ਹੈ, ਪਹਿਲੀਆਂ ਅਵਸਥਾਵਾਂ ਵਿੱਚ ਕਈ ਵਾਰ ਮੁਆਫ ਕਰਨਾ ਮਨ ਭਟਕ ਜਾਂਦਾ ਹੈ। ਸਤਿਗੁਰੂ ਜੀ ਦੀ ਬਾਣੀ ਪੜ੍ਹਦਿਆਂ ਵੀ, ਲੜ ਲੱਗਿਆਂ ਵੀ ਕਦੇ ਦੇਵੀ ਦੇਵਤਿਆਂ ਦੀ ਉਪਾਸਨਾ ਵੱਲ ਤੁਰੀ ਜਾਂਦਾ ਹੈ, ਕਦੇ ਮੜੀਆਂ ਵਸਾਣਾ ਵੱਲ ਤੁਰੀ ਜਾਂਦਾ ਹੈ, ਕਦੇ ਮੌਲਾਣਿਆਂ ਦੇ ਜੋਤਸ਼ੀਆਂ ਦੇ ਚੱਕਰ ਵਿੱਚ ਪੈ ਹੀ ਜਾਂਦਾ ਹੈ। ਤੇ ਗਰੀਬ ਨਿਵਾਜ ਸਾਹਿਬ ਜੀ ਨੂੰ ਬੇਨਤੀ ਕਰਨਾ ਕੀਤੀ, ਸੱਚੇ ਪਾਤਸ਼ਾਹ ਜਦੋਂ ਸਭ ਜਗ੍ਹਾ ਤੇ ਪਰਮਾਤਮਾ ਜੀ ਹੀ ਪ੍ਰਗਟ ਹੋ ਆਉਂਦੇ ਨੇ, ਨਜ਼ਰ ਆਉਂਦੇ ਨੇ, ਫਿਰ ਕਿਸੇ ਹੋਰ ਦਰ ਤੇ ਜਾਣ ਦੀ ਲੋੜ ਤਾਂ ਨਹੀਂ ਪੈਂਦੀ, ਫਿਰ ਤੇ ਹਿਰਦੇ ਦੀ ਅਵਸਥਾ ਨਹੀਂ ਭਟਕਦੀ ਹੋਵੇਗੀ। ਤੇ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕੈ ਪਹਿ ਕਰੋ ਅਰਦਾਸ ਬੇਨਤੀ। ਹੁਣ ਕਿਸੇ ਦੂਸਰੇ ਦੇ ਅੱਗੇ ਅਰਜ਼ ਕਰਨੇ ਵਾਸਤੇ ਬੇਨਤੀ ਦੇ ਸ਼ਬਦ ਕਹਿਣੇ ਕਿਉਂ ਨੇ? ਇਸੇ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜਿਹੜੇ ਕਾਮ ਕ੍ਰੋਧ ਇਤਿਆਦਿਕ ਬੜੇ ਤੰਗ ਕਰਦੇ ਨੇ, ਡਾਢੇ ਵੱਡੇ ਭਾਰੀ ਜਰਨੈਲ ਨੇ ਮੋਹ ਰੂਪੀ ਰਾਜੇ ਦੇ, ਸੱਚੇ ਪਾਤਸ਼ਾਹ ਫਿਰ ਇਸ ਅਵਸਥਾ ਦੇ ਵਿੱਚ ਇਹ ਤਾਂ ਤੰਗ ਨਹੀਂ ਕਰਦੇ, ਵਿਕਾਰ ਤੇ ਹਿਰਦੇ ਨੂੰ ਖੇਦ ਨਹੀਂ ਦਿੰਦੇ ਹੋਣਗੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਕੈ ਪਹਿ ਕਰੋ ਅਰਦਾਸ। ਅਰ ਤੋਂ ਭਾਵ ਹੈ ਵੈਰੀ, ਤੇ ਦਾਸ ਤੋਂ ਭਾਵ ਹੈ ਸੇਵਕ ਬਣਾ ਲੈਣਾ, ਦਾਸ ਬਣਾ ਲੈਣਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਸ਼ੁਭ ਗੁਣਾ ਦੇ ਵੈਰੀਆਂ ਨੂੰ ਵਸ ਦੇ ਵਿੱਚ ਕਰਨ ਵਾਸਤੇ ਕਿਸੇ ਹੋਰ ਦੇ ਅੱਗੇ ਹੁਣ ਬੇਨਤੀ ਕਿਉਂ ਕਰਨੀ ਹੈ? ਕਿਸੇ ਹੋਰ ਨੂੰ ਕਹਿਣਾ ਹੀ ਕਿਉਂ ਹੈ? ਕਹਿਣ ਦੀ ਲੋੜ ਹੀ ਨਹੀਂ ਰਹਿ ਜਾਂਦੀ ਹੈ। ਜੋ ਸੁਨਤੂ ਹੈ ਰਘੁਰਾਇਓ। ਜਿਸ ਵੇਲੇ ਰਘੁਰਾਇਓ ਪਰਮੇਸ਼ਰ ਜੀ ਹੀ ਸਾਰੀਆਂ ਅਰਦਾਸਾਂ ਬੇਨਤੀਆਂ ਨੂੰ ਸੁਣਦੇ ਨੇ, ਬਚਨਾਂ ਨੂੰ ਸੁਣਦੇ ਨੇ, ਹਰ ਇੱਕ ਮੁਰਾਦ ਪੂਰੀ ਕਰ ਦਿੰਦੇ ਨੇ।
ਫਿਰ ਕਿਸੇ ਦੂਸਰੇ ਅੱਗੇ ਅਰਜ਼ ਕਰਨੇ ਦੀ, ਬੇਨਤੀ ਕਰਨੇ ਦੀ ਲੋੜ ਨਹੀਂ ਰਹਿ ਜਾਂਦੀ ਹੈ। ਇਸੇ ਪ੍ਰਕਾਰ ਵਿਆਕਰਣ ਦੇ ਵਿੱਚ ਰਗ ਦਾ ਅਰਥ ਇੰਦਰੀਆਂ ਆਉਂਦਾ ਹੈ। ਜਿਹੜੇ ਸਰੀਰ ਦੇ ਇੰਦਰੇ ਨੇ ਨਾ, 5 ਕਰਮ ਇੰਦਰੇ, 5 ਗਿਆਨ ਇੰਦਰੇ, ਇਹਨਾਂ ਦਾ ਨਾਮ ਰਗ ਆਇਆ ਹੈ। ਇਸੇ ਪ੍ਰਕਾਰ ਸਰੀਰ ਦੀਆਂ 9 ਗੋਲਕਾਂ, 9 ਦਰਵਾਜ਼ੇ ਕਹਿ ਲਈਏ, ਇਹਨਾਂ ਦਾ ਨਾਮ ਵੀ ਰਗ ਆਇਆ ਹੈ। ਤੇ ਰਾਇਓ ਤੋਂ ਭਾਵ ਹੈ ਰਾਜਾ ਸਰੂਪ ਪ੍ਰਤ ਪਾਲਣਾ ਕਰਨੇ ਵਾਲੇ। ਜਿਹੜੇ ਪਰਮ ਪਿਤਾ ਪ੍ਰਮਾਤਮਾ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਜੀ 9 ਗੋਲਕਾਂ ਵਾਲੇ ਸਰੀਰ ਦੇ ਅਥਵਾ 5 ਕਰਮ ਇੰਦਰੇ, 5 ਗਿਆਨ ਇੰਦਰੇ, 10 ਇੰਦਰੀਆਂ ਦੇ ਸਹਿਤ ਸਰੀਰ ਨੂੰ ਪ੍ਰਕਾਸ਼ਣੇ ਵਾਲੇ, ਪੈਦਾ ਕਰਨੇ ਵਾਲੇ, ਪ੍ਰਤ ਪਾਲਣੇ ਵਾਲੇ, ਰਖਵਾਲੀ ਕਰਨੇ ਵਾਲੇ ਪ੍ਰਮਾਤਮਾ ਜੀ ਜਦੋਂ ਬੇਨਤੀਆਂ ਨੂੰ ਸੁਣਦੇ ਨੇ ਤੇ ਫਿਰ ਦੂਜੇ ਤੀਜੇ ਨੂੰ ਕਹਿਣ ਦੀ ਲੋੜ ਕੀ ਹੈ? ਭਾਵ ਫਿਰ ਦੂਸਰੇ ਤੀਸਰੇ ਦਾ ਆਸਰਾ ਨਹੀਂ ਤੱਕਣਾ ਪੈਂਦਾ ਹੈ। ਫਿਰ ਤਾਂ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨੇ। ਉਹ ਦੂਸਰਾ ਤੇ ਕੋਈ ਅੱਖ ਥੱਲੇ, ਨਦਰ ਥੱਲੇ ਵੀ ਨਹੀਂ ਆਉਂਦਾ ਹੈ ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਹੀ ਸਾਰੀਆਂ ਬੇਨਤੀਆਂ ਨੂੰ ਸਰਵਣ ਕਰਕੇ ਤੇ ਪੂਰੀਆਂ ਕਰਦੇ ਨੇ। ਲਹਿਓ ਸਹਸਾ ਬੰਧਨ ਗੁਰ ਤੋਰੇ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਸੰਸਾਰ ਆ ਨਾ, ਇਹ ਸਹਸਿਆਂ ਦਾ ਘਰ ਹੈ। ਇਹੋ ਸੰਸਾਰ ਬੇਕਾਰ ਸੰਸੇਮਹਿ ਹੈ। ਵਿਕਾਰਾਂ ਦੇ ਨਾਲ, ਵਿਸ਼ੇ ਵਿਕਾਰਾਂ ਦੇ ਨਾਲ ਤੇ ਸੰਸਿਆਂ ਦੇ ਨਾਲ, ਸ਼ੁਭਾ ਦੇ ਨਾਲ, ਸ਼ੱਕ ਦੇ ਨਾਲ ਸੰਸਾਰ ਭਰਿਆ ਪਿਆ ਹੈ। ਗਰੀਬ ਨਿਵਾਜ ਇਸ ਅਵਸਥਾ ਦੇ ਵਿੱਚ ਤੇ ਕੋਈ ਸ਼ੱਕ ਸ਼ੁਭਾ ਨਹੀਂ ਆਉਂਦੇ ਹੋਣਗੇ, ਮਨ ਡੋਲਦਾ ਤੇ ਨਹੀਂ ਕਿਧਰੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਲਹਿਓ ਸਹਸਾ ਬੰਧਨ ਗੁਰ ਤੋਰੇ। ਇਹ ਜਿਹੜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਿਲਾਪ ਦੀ ਅਵਸਥਾ ਹੈ ਨਾ ਭਾਈ ਪ੍ਰਾਣਾ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸਾਰੇ ਹਿਰਦੇ ਦੇ ਸੰਸੇ ਲਾਹ ਦਿੱਤੇ ਨੇ। ਤੇ ਸਾਧ ਸੰਗਤ ਜੀ, ਜਿਹੜਾ ਸਹਸਾ ਹੈ ਨਾ, ਸ਼ੰਕਾ ਹੈ, ਇਹ ਵੱਡੇ ਭਾਰੀ ਜ਼ਹਿਰੀਲੇ ਸੱਪ ਵਰਗਾ ਹੁੰਦਾ ਹੈ। ਅਚਨਚੇਤ ਮਨੁੱਖ ਦੀ ਝੋਲੀ ਵਿੱਚ ਆ ਕਰਕੇ ਸੱਪ ਡਿੱਗ ਪਵੇ, ਝੋਲੀ ਵਿੱਚ ਸੱਪ ਪੈ ਜਾਵੇ। ਹੁਣ ਸੱਪ ਕੋਬਰੇ ਵਰਗਾ ਜ਼ਹਿਰੀਲਾ ਹੋਵੇ ਤੇ ਬੰਦਾ ਸੋਚੀ ਜਾਏ ਸੱਪ ਕਿੱਥੋਂ ਆਇਆ, ਕਿਉਂ ਆਇਆ, ਕਿੰਨੇ ਪਾਇਆ, ਕਿਉਂ ਪਾਇਆ, ਕਿਸ ਕਾਰਨ ਪਾਇਆ, ਇਹ ਸੱਪ ਹੁਣ ਕੀ ਕਰੇਗਾ, ਮੈਨੂੰ ਸਾਂਭਣਾ ਚਾਹੀਦਾ ਜਾਂ ਸੁੱਟਣਾ ਚਾਹੀਦਾ। ਜੇ ਵਿਚਾਰਾ ਕਰਦਾ ਰਹੇਗਾ ਤੇ ਸੱਪ ਨੇ ਡੰਗ ਮਾਰ ਦੇਣਾ, ਉਤਨੇ ਸਮੇਂ ਨੂੰ ਮੌਤ ਹੋ ਜਾਣੀ ਹੈ। ਸਿਆਣਪ ਇਸੇ ਵਿੱਚ ਹੀ ਹੈ, ਜਦੋਂ ਪਤਾ ਲੱਗਾ ਝੋਲੀ 'ਚ ਸੱਪ ਹੈ, ਸੋਚਣ ਦੀ ਲੋੜ ਨਹੀਂ, ਵਗਾ ਕੇ ਉਸੇ ਵੇਲੇ ਪਰਾਂ ਸੁੱਟ ਦਿਓ ਤਾਂ ਜਾਨ ਬਚੇਗੀ, ਨਹੀਂ ਤੇ ਬਚਦਾ ਨਹੀਂ। ਇਸੇ ਪ੍ਰਕਾਰ ਜੇ ਹਿਰਦੇ ਦੇ ਅੰਦਰ ਸ਼ੰਕਾ ਆ ਗਿਆ, ਸਹਸਾ ਆ ਗਿਆ ਨਾ, ਤੇ ਵਿਚਾਰਾ ਇਹਨਾਂ ਕਰਦਾ ਰਵੇ ਕਿੱਥੋਂ ਆਇਆ, ਫਲਾਣੇ ਨੇ ਪਾਇਆ, ਉਹਨੇ ਆਹ ਗੱਲ ਕਹੀ ਤਾਂ ਹੀ ਸੰਸਾ ਆਇਆ, ਇਹਦੀ ਹੁਣ ਨਿਵਰਤੀ ਕਿੱਥੇ ਕਰਾਂ, ਕਿਹਨੂੰ ਪੁੱਛਾਂ, ਉਹਨੂੰ ਪੁੱਛਾਂ ਮੈਨੂੰ ਐਸੀ ਗੱਲ ਕਿਉਂ ਕਹੀ। ਸਾਧ ਸੰਗਤ ਜੀ, ਐਸਾ ਹੁੰਦਾ ਨਾ, ਕੋਈ ਅਗਿਆਨੀ ਬੰਦਾ ਆ ਕਰਕੇ ਮਰਿਆਦਾ ਦੇ ਬਾਰੇ, ਸਤਿਗੁਰੂ ਜੀ ਦੇ ਬਾਰੇ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਬਾਰੇ ਐਸੀ ਟੇਢੀ ਗੱਲ ਕਹਿ ਦਿੰਦਾ ਹੈ, ਐਸਾ ਵਿੰਗਾ ਬਚਨ ਕਹਿ ਦਿੰਦਾ, ਅਸ਼ਰਧਾ ਵਾਲਾ ਬਚਨ ਕਹਿ ਦਿੰਦਾ ਕਿ ਸੁਣ ਕੇ ਸ਼ੰਕਾ ਪੈ ਜਾਂਦਾ। ਤੇ ਇਸ ਪ੍ਰਕਾਰ ਜਿਹੜੇ ਜੀਵ ਨੇ, ਸਧਾਰਨ ਜੀਵ, ਕਈ ਸਾਲ ਉਹਨਾਂ ਸ਼ੰਕਿਆਂ ਨੂੰ ਮਨ 'ਚ ਹੀ ਲਈ ਫਿਰਦੇ ਨੇ। ਇਤਨਾ ਕੁ ਭਰੋਸਾ ਕਰ ਲੈਂਦੇ ਇਹ ਗੁਰਬਾਣੀ ਸਤਿਗੁਰੂ ਜੀ ਦੀ ਹੈ, ਸ਼ੰਕਾ ਨਹੀਂ ਕਰਨਾ। ਪਰ ਨਾਲ ਹਿਰਦੇ ਦੇ ਵਿੱਚ ਉਹ ਸਵਾਲ ਅਟਕਿਆ ਰਹਿੰਦਾ, ਇਸ ਸਵਾਲ ਦਾ ਜਵਾਬ ਪਤਾ ਨਹੀਂ ਕੀ ਹੋਵੇਗਾ। ਮਹਾਰਾਜ ਜੀ ਨੇ ਇਹ ਜਿਹੜੇ ਪ੍ਰਸੰਗ ਨੇ ਲਿਖ ਪਤਾ ਨਹੀਂ ਕਿਉਂ ਦਿੱਤੇ, ਸਮਝ ਨਹੀਂ ਆਉਂਦੀ। ਤੇ ਜਿਤਨਾ ਸਮਾਂ ਹਿਰਦੇ ਦੇ ਅੰਦਰ ਸ਼ੰਕਾ ਬਣਿਆ ਰਹਿੰਦਾ, ਉਤਨਾ ਸਮਾਂ ਮੁਕੰਮਲ ਰੂਪ ਵਿੱਚ ਪ੍ਰਤੀਤ ਨਹੀਂ ਆਉਂਦੀ ਹੈ। ਜਿੱਥੇ ਸ਼ੰਕਾ ਹੈ ਉੱਥੇ ਪ੍ਰਤੀਤ ਨਹੀਂ, ਤੇ ਜਿੱਥੇ ਪ੍ਰਤੀਤ ਹੈ ਉੱਥੇ ਸ਼ੰਕਾ ਨਹੀਂ। ਜਿੱਥੇ ਹਨੇਰਾ ਹੈ ਉੱਥੇ ਚਾਨਣ ਨਹੀਂ, ਜਿੱਥੇ ਚਾਨਣ ਹੈ ਤੇ ਉੱਥੇ ਹਨੇਰਾ ਨਹੀਂ। ਇੱਕ ਚੀਜ਼ ਹੀ ਰਹਿਣੀ ਹੈ ਨਾ। ਇਸ ਪ੍ਰਕਾਰ ਜਦੋਂ ਸ਼ੰਕਾ ਹਿਰਦੇ ਵਿੱਚ ਰਹਿ ਜਾਂਦਾ ਤੇ ਕਈ ਸਾਲ ਜਿਹੜਾ ਮਨ ਹੈ ਨਾ, ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਪ੍ਰਵਾਨ ਨਹੀਂ ਕਰ ਪਾਉਂਦਾ ਹੈ, ਸਮਝ ਨਹੀਂ ਪਾਉਂਦਾ ਹੈ। ਜਿਹੜੀ ਬਿਰਤੀ ਹੈ ਉਹ ਮੁਕੰਮਲ ਰੂਪ ਦੇ ਵਿੱਚ ਨਿਰਮਲ ਨਹੀਂ ਹੁੰਦੀ, ਕਿਉਂਕਿ ਥੋੜੀ ਜਿਹੀ ਹਿਰਦੇ ਦੇ ਅੰਦਰ ਸ਼ੰਕਾ ਪਈ ਰਹਿੰਦੀ ਹੈ। ਤੇ ਜੇ ਕੋਈ ਸ਼ੰਕੇ ਵਾਲਾ ਬਚਨ ਕਹਿੰਦਾ ਹੈ ਤੇ ਉਸ ਨੂੰ ਉਸੇ ਵੇਲੇ ਛੱਡ ਦਿਓ। ਤੇਰੇ ਸ਼ੰਕਿਆਂ ਨੂੰ ਤੂੰ ਜਾਣੇ, ਮੈਨੂੰ ਤੇ ਇੰਨਾ ਪਤਾ ਸਤਿਗੁਰੂ ਜੀ ਸਮਰੱਥ ਨੇ, ਜੋ ਕੀਤਾ ਸਾਡੇ ਭਲੇ ਲਈ ਕੀਤਾ ਹੈ। ਜੇ ਸਤਿਗੁਰੂ ਜੀ ਦੇ ਕੌਤਕ, ਸਤਿਗੁਰੂ ਜੀ ਦੀ ਗੁਰਬਾਣੀ ਦੇ ਅਰਥ ਮੈਨੂੰ ਸਮਝ ਨਹੀਂ ਆਉਂਦੀ ਤੇ ਮੇਰੀ ਮਤ ਹੋਸ਼ੀ ਹੈ, ਮੇਰੀ ਮਤ ਦਾ ਕਮਲਾਪਨ ਹੈ, ਅਲਪੱਗਪਨਾ ਹੈ ਕਿ ਮਤ ਜਿਹੜੀ ਹੈ ਹੋਸ਼ੀ ਹੋਣ ਕਰਕੇ, ਤੁਸ਼ ਹੋਣ ਕਰਕੇ, ਨਿੱਕੀ ਹੋਣ ਕਰਕੇ, ਬੇਸਮਝ ਹੋਣ ਕਰਕੇ ਮੈਨੂੰ ਸਮਝ ਨਹੀਂ ਆ ਰਹੀ। ਇਹਦਾ ਮਤਲਬ ਇਹ ਥੋੜਾ ਸਤਿਗੁਰੂ ਜੀ ਦੇ ਉਪਦੇਸ਼ ਗਲਤ ਨੇ। ਉਪਦੇਸ਼ ਤੇ ਠੀਕ ਨੇ, ਪਰ ਸਤਿਗੁਰੂ ਜੀ ਦੇ ਸਮਰੱਥ ਸਤਿਗੁਰੂ ਜੀ ਦੇ ਉਪਦੇਸ਼ ਮੇਰੀ ਅਕਲੋਂ ਬਾਹਰ ਨੇ, ਮੇਰੀ ਸਮਝ ਵਿੱਚ ਨਹੀਂ ਪੈ ਰਹੇ। ਸਤਿਗੁਰੂ ਜੀ ਕਿਰਪਾਲਤਾ ਕਰਨਗੇ ਤੇ ਸਮਝ ਆ ਜਾਵੇਗੀ। ਆਪਣੇ ਸ਼ੰਕੇ ਵਾਲਾ ਬਚਨ ਭਲੇ ਆਪਣੇ ਕੋਲੇ ਹੀ ਰੱਖ। ਇਹ ਸ਼ੰਕਾ ਸੱਪ ਹੈ, ਉੱਥੇ ਹੀ ਛੱਡ ਦਿਓ। ਤੇਰਿਆਂ ਸ਼ੰਕਿਆਂ ਨੂੰ ਤੂੰ ਸਾਂਭ, ਮੈਨੂੰ ਨਹੀਂ ਚਾਹੀਦਾ। ਮੈਨੂੰ ਤੇ ਇਤਨਾ ਪਤਾ ਸਤਿਗੁਰੂ ਜੀ ਨੇ ਜੋ ਬਚਨ ਉਚਾਰੇ ਸਾਡੇ ਭਲੇ ਵਾਸਤੇ ਹੀ ਉਚਾਰੇ ਨੇ, ਉੱਥੇ ਹੀ ਸ਼ੰਕਾ ਛੱਡ ਦਿਓ।
ਹਜ਼ੂਰ ਫਰਮਾਵਣਾ ਕਰਦੇ ਨੇ, ਜਦੋਂ ਇਹ ਆਤਮਿਕ ਅਵਸਥਾ ਬਣ ਆਉਂਦੀ ਹੈ ਨਾ, ਫਿਰ ਉੱਥੇ ਕੋਈ ਸੰਸਿਆ ਨੂੰ ਥਾਂ ਨਹੀਂ ਰਹਿੰਦੀ। ਲਾਹਿਓ ਸੰਸਾ, ਸਾਰੇ ਜਿਹੜੇ ਸੰਸੇ ਸਨ ਹਿਰਦੇ ਸਤਿਗੁਰੂ ਜੀ ਦੀ ਕਿਰਪਾਲਤਾ ਦੇ ਨਾਲ ਲੱਥ ਗਏ। ਬੰਧਨ ਗੁਰ ਤੋਰੇ, ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ, ਜੰਮਣ ਮਰਨ ਦੇ, ਰਾਗ ਦਵੈਸ਼ ਦੇ, ਹੰਗਤਾ ਮਮਤਾ ਦੇ ਸਾਰੇ ਹੀ ਬੰਧਨ ਤੋੜ ਦਿੱਤੇ। ਤਾਂ ਸਦਾ ਸਹਿਜ ਸੁਖ ਪਾਇਓ। ਤੇ ਗਰੀਬ ਨਿਵਾਜ ਸਾਹਿਬ ਜੀ ਜਦੋਂ ਹਿਰਦੇ ਚੋਂ ਸ਼ੰਕੇ ਨਿਕਲ ਗਏ, ਬੰਧਨ ਟੁੱਟ ਗਏ, ਤੇ ਫਿਰ ਮਨ ਦਾ ਭਾਵ ਕੈਸਾ ਹੁੰਦਾ ਹੈ? ਹਜ਼ੂਰ ਫਰਮਾਵਣਾ ਕਰਦੇ ਨੇ, ਤਾਂ ਤਦੋਂ ਤੋਂ ਫਿਰ ਸਦਾ ਜੋ ਸਦੀਵ ਕਾਲ ਰਹਿਣੇ ਵਾਲਾ ਅਖੰਡ ਸਹਿਜ ਸੁਖ ਅਚੁੱਤ ਸੁਖ ਹੈ ਨਾ, ਪਾਇਓ, ਉਸ ਅਚੁੱਤ ਸੁਖ ਨੂੰ ਪ੍ਰਾਪਤ ਕਰਨਾ ਕੀਤਾ ਹੈ। ਜੋ ਸਦਾ ਸਲਾਮਤ ਰਹਿਣੇ ਵਾਲੇ ਪਰਮੇਸ਼ਰ ਜੀ ਨੇ, ਤਿੰਨਾਂ ਦੇ ਸਹਿਜ ਸਹਿਜ ਤੋਂ ਭਾਵ ਹੈ ਗਿਆਨ, ਆਤਮ ਗਿਆਨ ਨੂੰ, ਬ੍ਰਹਮ ਗਿਆਨ ਨੂੰ, ਬ੍ਰਹਮਾਨੰਦ ਦੇ ਸਹਿਜ ਸੁਖ ਨੂੰ, ਅਚੁੱਤ ਸੁਖ ਨੂੰ ਪ੍ਰਾਪਤ ਕਰਨਾ ਕੀਤਾ ਹੈ। ਇਸ ਪ੍ਰਕਾਰ ਸੁਖ, ਆਤਮ ਸੁਖ, ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਅੰਤਸ਼ਕਰਨ ਦੇ ਅੰਦਰ ਹੀ ਪਾਵਣਾ ਕੀਤਾ ਹੈ। ਜਿਹੜਾ ਸੁਖ ਐਸਾ ਸਦੀਵੀ ਹੈ, ਨਿਰਵਾਣ ਹੈ, ਨਿਰਬੰਧ ਹੈ, ਮਹਿਮਾ ਕਹਿਣ ਵਿੱਚ ਨਹੀਂ ਆਉਂਦੀ। ਮਿਲਬੇ ਕੀ ਮਹਿਮਾ ਵਰਨ ਨਾ ਸਾਕੋ। ਉਸ ਮਿਲਾਪ ਦੀ ਮਹਿਮਾ ਦਾ ਵਰਣਨ ਮੁਖ ਦੇ ਵਿੱਚੋਂ ਬੋਲ ਕਰਕੇ ਨਹੀਂ ਹੋ ਸਕਦਾ ਹੈ। ਹੋਣਾ ਸਾ ਸੋਈ ਫੁਨ ਹੋਸੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਐਸਾ ਹਿਰਦੇ ਦੇ ਅੰਦਰ ਪਰਮਾਤਮਾ ਜੀ ਦਾ ਪ੍ਰਗਟ ਚਾਨਣ ਹੋ ਆਇਆ, ਪ੍ਰਕਾਸ਼ ਹੋ ਆਇਆ, ਮਿਲਾਪ ਹੋ ਆਇਆ ਹੈ, ਫਿਰ ਵਾਹਿਗੁਰੂ ਜੀ ਦਾ ਭਾਣਾ ਕੈਸਾ ਲੱਗਦਾ ਹੈ? ਆਮ ਅਵਸਥਾ ਦੇ ਵਿੱਚ ਤਾਂ ਅਸੀਂ ਵਾਹਿਗੁਰੂ ਜੀ ਦੇ ਭਾਣੇ ਵਿੱਚ ਗਲਤੀਆਂ ਕੱਢਦੇ ਫਿਰਦੇ ਆ ਨਾ। ਗਲਤੀਆਂ ਕੱਢਣ ਤੋਂ ਭਾਵ ਹੈ ਕੋਈ ਕੰਮ ਹੋ ਜਾਵੇ ਤੇ ਝਟ ਕਹਿੰਦੇ ਨੇ ਬੜਾ ਮਾੜਾ ਹੋਇਆ। ਇਹ ਨਹੀਂ ਸੀ ਹੋਣਾ ਚਾਹੀਦਾ, ਏਦਾਂ ਨਹੀਂ, ਏਦਾਂ ਹੋਣਾ ਚਾਹੀਦਾ ਸੀ। ਭਾਵ ਇਹ ਹੋਇਆ ਕਿ ਜੋ ਵਾਹਿਗੁਰੂ ਜੀ ਨੇ ਕੀਤਾ ਉਹ ਗਲਤ ਕੀਤਾ, ਤੇ ਜੋ ਅਸੀਂ ਕਹਿ ਰਹੇ ਹਾਂ ਸਾਡੇ ਮੁਤਾਬਕ ਹੁੰਦਾ ਤੇ ਫਿਰ ਠੀਕ ਸੀ। ਗਰੀਬ ਨਿਵਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਹਿਰਦੇ ਦਾ ਭਾਵ ਵਾਹਿਗੁਰੂ ਜੀ ਦੇ ਪ੍ਰਥਾਏ ਐਸਾ ਹੋ ਆਇਆ ਹੈ, ਜੋ ਹੁੰਦਾ ਹੈ ਭਲੇ ਵਾਸਤੇ ਹੁੰਦਾ ਹੈ। ਹੋਣਾ ਸਾ, ਜੋ ਪਹਿਲਾਂ ਹੋਣਾ ਸੀ, ਸਾ ਉਹੀ ਹੀ ਹੋਇਆ ਹੈ। ਸੋਈ, ਹੁਣ ਵੀ ਜੋ ਵਾਹਿਗੁਰੂ ਜੀ ਨੂੰ ਭਾਉਂਦਾ ਹੈ ਉਹੀ ਹੋ ਰਿਹਾ ਹੈ। ਫੁਨ ਹੋਸੀ, ਆਉਣ ਵਾਲੇ ਸਮੇਂ ਦੇ ਅੰਦਰ ਵੀ ਜੋ ਵਾਹਿਗੁਰੂ ਜੀ ਨੂੰ ਭਾਉਂਦਾ ਹੈ ਉਹੀ ਹੋਏਗਾ। ਪਹਿਲਾਂ ਵੀ ਜੋ ਵਾਹਿਗੁਰੂ ਜੀ ਨੇ ਕਰਤੱਵ ਕੌਤਕ ਕੀਤੇ ਨੇ ਸਾਡੇ ਭਲੇ ਲਈ ਕੀਤੇ ਨੇ, ਹੁਣ ਵੀ ਜੋ ਸਤਿਗੁਰੂ ਜੀ ਕੌਤਕ ਵਰਤਾ ਰਹੇ ਨੇ ਸਾਡੇ ਭਲੇ ਹਿੱਤ, ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਸਤਿਗੁਰੂ ਜੀ ਕਰਨਗੇ ਸਾਡੇ ਭਲੇ ਵਾਸਤੇ ਹੀ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਸਤਿਗੁਰ ਸਭਨਾ ਦਾ ਭਲਾ ਮਨਾਏ ਦਾ। ਗਰੀਬ ਨਿਵਾਜ ਸਾਹਿਬ ਜੀ ਸਭਨਾ ਦਾ ਭਲਾ ਹੀ ਕਰਦੇ ਨੇ, ਕਿਸੇ ਦੇ ਦੁਖੀ ਥੋੜੇ ਨੇ ਜੋ ਕਿਸੇ ਨੂੰ ਦੁੱਖ ਦੇਣਗੇ। ਇਸੇ ਪ੍ਰਕਾਰ ਉਹ ਪਿਆਰ ਅਵਸਥਾ ਐਸੀ ਹੁੰਦੀ ਏ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜੋ ਤਿਸ ਕਰਤੇ ਪੁਰਖ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾਉਂਦਾ ਉਹੀ ਉਹ ਚੰਗਾ ਹੁੰਦਾ ਹੈ। ਤੇ ਗਰੀਬ ਨਿਵਾਜ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਤਾਂ ਭਾਣੇ ਨੂੰ ਇੰਨਾ ਮਿੱਠਾ ਕਰਕੇ ਮੰਨਿਆ ਤੇ ਮੰਨ ਕੇ ਦਿਖਾਇਆ। ਤਤੀਆਂ ਲੋਹਾਂ ਦੇ ਉੱਪਰ ਚੌਂਕੜਾ ਮਾਰ ਕੇ ਬੈਠੇ ਨੇ, ਸੀਸ ਦੇ ਉੱਪਰ ਤੱਤਾ ਰੇਤਾ ਪੈਂਦਾ ਹੈ, ਤੇ ਤਾਂ ਵੀ ਮੁਖਾਰ ਬਿੰਦ ਚੋਂ ਉਚਾਰਣਾ ਕਰਦੇ ਨੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਦਇਆ ਕਰਹੁ ਨਾਨਕ ਗੁਣ ਗਾਵੈ। ਮਿੱਠਾ ਲੱਗਾ ਤੇਰਾ ਭਾਣਾ, ਪ੍ਰਮਾਤਮਾ ਜੀ ਦਇਆ ਕਰੋ, ਤੁਹਾਡੇ ਗੁਣ ਹੀ ਗਾਉਂਦੇ ਰਹੀਏ, ਤੁਹਾਡਾ ਭਾਣਾ ਸਦਾ ਪਿਆਰਾ ਹੀ ਲੱਗਦਾ ਰਵੇ, ਮਿੱਠਾ ਹੀ ਲੱਗਦਾ ਰਵੇ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਭਾਣੇ ਵਿੱਚ ਰਹਿਣ ਵਾਸਤੇ ਪੂਰਨੇ ਪਾ ਕਰਕੇ ਆਪਣੇ ਪੰਥ ਨੂੰ ਸ਼ੁਭ ਸਿੱਖਿਆ ਦੇਣਾ ਕੀਤੀ ਹੈ। ਤੇ ਹਜ਼ੂਰ ਜੀ ਫਰਮਾਨ ਕਰਨਾ ਕਰਦੇ ਨੇ, ਹੁਣ ਵਾਹਿਗੁਰੂ ਜੀ ਇਤਨੇ ਪਿਆਰੇ ਲੱਗਦੇ ਨੇ, ਉਸ ਦਾ ਹਰ ਇੱਕ ਕੌਤਕ ਕਿਤਨਾ ਪਿਆਰਾ ਲੱਗਦਾ ਹੈ, ਉਸ ਦੀ ਇੱਛਾ, ਉਸ ਦੀ ਰਜ਼ਾ, ਉਸ ਦੀ ਮਰਜ਼ੀ ਇਤਨੀ ਚੰਗੀ ਲੱਗਦੀ ਏ। ਹੁਣ ਹਿਰਦੇ ਅੰਦਰ ਵਿਸ਼ਵਾਸ ਹੋ ਆਇਆ ਹੈ, ਜੋ ਕੌਤਕ ਵਾਹਿਗੁਰੂ ਜੀ ਨੇ ਕੀਤੇ ਭਲੇ ਹੇਤੀ ਕੀਤੇ ਨੇ ਉਹ ਉਵੇਂ ਹੀ ਚੰਗੇ ਸਨ। ਜੋ ਹੁਣ ਕੌਤਕ ਵਾਪਰ ਰਹੇ ਨੇ, ਜਿਵੇਂ ਵਾਹਿਗੁਰੂ ਜੀ ਨੂੰ ਭਾਉਂਦਾ ਇਹ ਇਵੇਂ ਹੀ ਚੰਗੇ ਨੇ। ਜੋ ਵਾਹਿਗੁਰੂ ਜੀ ਨੂੰ ਭਾਉਂਦਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹੀ ਹੋਵੇਗਾ। ਵਾਹਿਗੁਰੂ ਜੀ ਦੀ ਇੱਛਾ ਤੋਂ ਬਿਨਾਂ, ਭਾਣੇ ਮਰਜ਼ੀ ਤੋਂ ਬਿਨਾਂ ਕੁਛ ਵੀ ਨਹੀਂ ਹੋ ਆਉਂਦਾ ਹੈ। ਸੁਖ ਦੁੱਖ ਕਹਾਂ ਦਿਖਾਇਓ। ਗਰੀਬ ਨਿਵਾਜ ਦੁਨੀਆ ਦੇ ਅੰਦਰ ਰਹਿੰਦਿਆਂ ਹੋਇਆਂ ਸਰੀਰ ਦੇ ਸੁੱਖ ਬੜੇ ਪਿਆਰੇ ਲੱਗਦੇ ਨੇ ਤੇ ਦੁੱਖ ਬੜੇ ਬੁਰੇ ਲੱਗਦੇ ਨੇ, ਕਿ ਦੁੱਖ ਨਾ ਸਾਨੂੰ ਲੱਗੇ, ਸੁੱਖ ਹੀ ਆਉਣੇ ਚਾਹੀਦੇ ਨੇ। ਕਿ ਇਸ ਬ੍ਰਹਮ ਦੇ ਮਿਲਾਪ ਦੀ ਅਵਸਥਾ ਦੇ ਵਿੱਚ ਸੁੱਖਾਂ ਦੀ ਚਾਹਤ ਜਾਂ ਦੁੱਖਾਂ ਦਾ ਡਰ ਤੇ ਨਹੀਂ ਬਣਿਆ ਰਹਿੰਦਾ।
ਹਜ਼ੂਰ ਫਰਮਾਵਣਾ ਕਰਦੇ ਨੇ, ਇਹ ਭਾਈ ਪ੍ਰਾਣਾ ਜੀ, ਜਦੋਂ ਵਾਹਿਗੁਰੂ ਜੀ ਦਾ ਹਰ ਇੱਕ ਭਾਣਾ ਪਿਆਰਾ ਲੱਗਦਾ ਹੈ, ਹਰ ਇੱਕ ਕੌਤਕ ਪਿਆਰਾ ਲੱਗਦਾ ਹੈ, ਵਾਹਿਗੁਰੂ ਜੀ ਦੀ ਹਰ ਇੱਕ ਚੀਜ਼ ਪਿਆਰੀ ਲੱਗਦੀ ਹੈ, ਤੇ ਫਿਰ ਆਪਣੀ ਮਰਜ਼ੀ ਰਹਿ ਕਿੱਥੇ ਜਾਂਦੀ ਹੈ? ਦੁੱਖ ਮਹਿਸੂਸ ਕਰਨ ਵਾਲੀ ਜਾਂ ਸੁੱਖ ਮੰਗਣ ਵਾਲੀ? ਫਿਰ ਤਾਂ ਇਸ ਪ੍ਰਕਾਰ ਭਾਵਨਾ ਬਣ ਆਉਂਦੀ ਹੈ, ਕੇਤਿਆ ਦੁਖ ਭੂਖ ਸਦ ਮਾਰ, ਕਿੰਨਿਆਂ ਨੂੰ ਦੁੱਖ ਦੀ ਤੇ ਭੁੱਖ ਦੀ ਮਾਰ ਪੈ ਰਹੀ ਹੈ ਸੱਚੇ ਪਾਤਸ਼ਾਹ। ਇਹ ਭੇ ਦਾਲ ਤੇ ਤੇਰੀ ਦਾਤਾਰ, ਹੇ ਦਾਤਾਰ, ਇਹ ਦੁੱਖ ਤੇ ਭੁੱਖ ਵੀ ਤੇਰੀਆਂ ਹੀ ਦਾਤਾਂ ਨੇ। ਇਸ ਅਵਸਥਾ ਦੇ ਅੰਦਰ ਜੇ ਸਰੀਰ ਦੇ ਉੱਪਰ ਕੋਈ ਰੋਗ ਕਸ਼ਟ ਆ ਜਾਵੇ ਨਾ, ਤੇ ਹਿਰਦਾ ਤਾਂ ਵੀ ਸ਼ੁਕਰਾਨੇ ਵਿੱਚ ਹੀ ਜੁੜਿਆ ਰਹਿੰਦਾ ਹੈ, ਸੱਚੇ ਪਾਤਸ਼ਾਹ ਜੋ ਆਪ ਜੀ ਨੇ ਦਿੱਤਾ ਸਾਡੇ ਭਲੇ ਲਈ ਦਿੱਤਾ ਹੈ, ਅੱਗੇ ਹੋਰ ਜਨਮਾਂ ਵਿੱਚ ਜਾ ਕਰਕੇ ਦੁੱਖ ਨਾ ਭੋਗਣੇ ਪੈਣ। ਮਹਾਰਾਜ ਚੰਗਾ ਕੀਤਾ ਹੈ, ਇਹ ਹਿਸਾਬ ਕਿਤਾਬ ਇੱਥੇ ਹੀ ਪੂਰਾ ਕਰ ਦੇਣ ਲੱਗੇ ਹੋ। ਗਰੀਬ ਨਿਵਾਜ, ਇਹ ਵੀ ਆਪ ਜੀ ਦੀ ਕਿਰਪਾਲਤਾ ਹੈ। ਪਤਾ ਨਹੀਂ ਕਿਤਨਾ ਵੱਡਾ ਦੁੱਖ ਹੋਵੇਗਾ ਜੋ ਛੋਟਾ ਕਰਕੇ ਕਟਵਾ ਰਹੇ ਹੋ। ਸੂਲੀ ਤੋਂ ਸੂਲ ਬਣਾਈ ਮਹਾਰਾਜ ਆਪ ਜੀ ਨੇ, ਇਸ ਪ੍ਰਕਾਰ ਸ਼ੁਕਰਾਨਾ ਹੀ ਬਣਿਆ ਰਹਿੰਦਾ ਹੈ। ਜਦੋਂ ਵਾਹਿਗੁਰੂ ਜੀ ਦਾ ਭਾਣਾ ਮਿੱਠਾ ਲੱਗਦਾ ਹੈ, ਹਰ ਇੱਕ ਚੀਜ਼ ਹਰ ਇੱਕ ਦਾਤ ਪਿਆਰੀ ਲੱਗਦੀ ਏ, ਵਾਹਿਗੁਰੂ ਜੀ ਦੀ ਮਰਜ਼ੀ ਵਾਹਿਗੁਰੂ ਜੀ ਦੀ ਰਜ਼ਾ ਹੀ ਪਿਆਰੀ ਲੱਗਦੀ ਏ, ਵਾਹਿਗੁਰੂ ਜੀ ਦਾ ਹੁਕਮ ਹੀ ਪਿਆਰਾ ਲੱਗਦਾ ਹੈ, ਤੇ ਫਿਰ ਇਹ ਜਿਹੜਾ ਮਨ ਅਥਵਾ ਬੁੱਧੀ ਏ ਫਿਰ ਦੁੱਖ ਸੁੱਖ ਨੂੰ ਕਿੱਥੇ ਵਿਚਾਰਦੀ ਏ? ਫਿਰ ਤੇ ਵਾਹਿਗੁਰੂ ਜੀ ਦਾ ਭਾਣਾ, ਵਾਹਿਗੁਰੂ ਜੀ ਦਾ ਹੁਕਮ, ਵਾਹਿਗੁਰੂ ਜੀ ਦੀ ਦਾਤ ਸਭ ਕੁਝ ਚੰਗਾ ਲੱਗਦਾ ਹੈ। ਇਹ ਦਿਵ ਦ੍ਰਿਸ਼ਟ ਪੂਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਣਾ ਦੇਣਾ ਕੀਤੀ, ਜੋ ਭਾਣੇ ਦੇ ਅੰਦਰ ਪ੍ਰਸੰਨ ਰਹਿਣਾ ਸਿਖਾਇਆ ਹੈ, ਭਾਣੇ ਦੇ ਮਿੱਠਾ ਕਰਕੇ ਮੰਨਣਾ ਜੋ ਹੈ, ਸਮਝਾ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਚਰਜ ਕੌਤਕਾਂ ਨੂੰ ਦਿਖਾਇਓ ਦਿਖਾ ਦੇਣਾ ਕੀਤਾ ਹੈ। ਫਿਰ ਦੁੱਖ ਸੁੱਖ ਜਿਹੜੇ ਨੇ ਕਹਾ ਦਿਖਾਇਓ ਕਿੱਥੇ ਦਿਖਦੇ ਨੇ? ਜਿਸ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਾਪਤ ਹੋ ਜਾਣ, ਫਿਰ ਸਰੀਰ ਦੇ ਛੋਟੇ ਛੋਟੇ ਦੁੱਖ ਤੇ ਛੋਟੇ ਛੋਟੇ ਸੁੱਖ ਕਹਾ ਦਿਖਾਇਓ ਕਿੱਥੇ ਨਜ਼ਰ ਆਉਂਦੇ ਨੇ? ਫਿਰ ਤੇ ਬ੍ਰਹਮ ਜੀ ਦੇ ਦੀਦਾਰ ਦੇ ਅੰਦਰ ਮਨ ਐਸਾ ਜੁੜ ਜਾਂਦਾ ਹੈ, ਐਸੇ ਆਨੰਦ ਨੂੰ ਪ੍ਰਾਪਤ ਕਰਦਾ ਹੈ। ਇਹ ਜਿਹੜੇ ਛੋਟੇ ਮੋਟੇ ਦੁੱਖ ਨੇ ਦੁੱਖ ਰੂਪ ਹੋ ਕਰਕੇ ਦਿਖਦੇ ਹੀ ਨਹੀਂ, ਨਜ਼ਰ ਹੀ ਨਹੀਂ ਆਉਂਦੇ, ਦੁੱਖ ਹੋ ਕੇ ਵਿਆਪਦੇ ਹੀ ਨਹੀਂ ਹਨ। ਖੰਡ ਬ੍ਰਹਮੰਡ ਕਾ ਏਕੋ ਠਾਣਾ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਫਿਰ ਜਿਹੜਾ ਮਨ ਹੈ ਕੇਵਲ ਤਾਂ ਕੇਵਲ ਵਾਹਿਗੁਰੂ ਜੀ ਦੇ ਆਸ਼ਰਿਤ ਹੋ ਜਾਂਦਾ ਹੈ, ਵਾਹਿਗੁਰੂ ਜੀ ਦੇ ਆਸਰੇ ਹੀ ਰਹਿੰਦਾ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਪ੍ਰਾਣਾ ਜੀ, ਕੱਲਾ ਮਨ ਹੀ ਨਹੀਂ, ਨਿਸ਼ਚਾ ਹੋ ਆਉਂਦਾ ਹੈ ਜਿਤਨੇ ਵੀ 9 ਖੰਡਾਂ ਵਾਲੀ ਪ੍ਰਿਥਵੀ ਹੈ, ਅਥਵਾ ਖੰਡ 9 ਗੋਲਕਾ ਰੂਪੀ ਖੰਡਾਂ ਵਾਲਾ ਇਹ ਸਰੀਰ ਹੈ, ਬ੍ਰਹਮੰਡ 21 ਪੁਰੀਆਂ ਵਾਲਾ ਬ੍ਰਹਮੰਡ ਹੈ। ਜਿਵੇਂ ਸਵਰਗਪੁਰੀ ਨੂੰ ਇੰਦਰਪੁਰੀ ਕਿਹਾ ਜਾਂਦਾ ਹੈ, ਵਿਸ਼ਨੂਪੁਰੀ, ਬ੍ਰਹਮਪੁਰੀ ਇਤਿਆਦਿਕ ਪੁਰੀਆਂ ਨੇ ਨਾ, ਸੋ ਇਸ ਪ੍ਰਕਾਰ ਸਾਰੀਆਂ ਪੁਰੀਆਂ ਦੇ ਸਮੇਤ ਇਹ ਜਿਹੜੀ ਧਰਤੀ ਹੈ ਇਹ 21 ਪੁਰੀਆਂ ਵਾਲੀ ਮੰਨੀ ਜਾਂਦੀ ਹੈ। ਪੂਰਾ ਬ੍ਰਹਮੰਡ ਵਿੱਚੇ ਧਰਤੀ ਆਕਾਸ਼ ਪੁਰੀਆਂ। ਸੋ ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, 9 ਖੰਡ ਪ੍ਰਿਥਵੀ, 9 ਗੋਲਕਾਂ ਵਾਲਾ ਸਰੀਰ ਤੇ 21 ਪੁਰੀਆਂ ਵਾਲਾ ਜਿਹੜਾ ਪੂਰਾ ਬ੍ਰਹਮੰਡ ਹੈ ਨਾ, ਇਸ ਬ੍ਰਹਮੰਡ ਕਾ ਏਕੋ ਠਾਣਾ। ਠਾਣਾ ਤੋਂ ਭਾਵ ਹੈ ਟਿਕਾਣਾ, ਆਸਰਾ। ਸਾਰੇ ਬ੍ਰਹਮੰਡ ਦਾ ਵੀ ਆਸਰਾ ਇੱਕੋ ਹੀ ਹੈ, ਟਿਕਾਣਾ ਇੱਕੋ ਹੀ ਹੈ, ਠਾਹਰ ਇੱਕੋ ਹੀ ਹੈ, ਓਟ ਇੱਕ ਪਾਤਸ਼ਾਹ ਜੀ ਦੀ ਹੀ ਹੈ। ਗੁਰ ਪਰਦਾ ਖੋਲ ਦਿਖਾਇਓ। ਤੇ ਜਿਹੜਾ ਵਿੱਚ ਪਰਦਾ ਹਉਮੈ ਪਾਈ, ਹਿਰਦੇ ਵਿੱਚ ਹਉਮੈ ਦਾ ਪਰਦਾ ਪਿਆ ਹੋਇਆ ਸੀ ਨਾ, ਪੂਰੇ ਸਤਿਗੁਰੂ ਜੀ ਨੇ ਗੋਰੇ ਰਾਰੇ ਨੂੰ ਸਿਹਾਰੀ ਹੈ। ਗੁਰੂ ਨੇ ਪੂਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਏ, ਪਰਦਾ ਖੋਲੇ ਲੱਲੇ ਨੂੰ ਸਿਹਾਰੀ ਹੈ, ਖੋਲ ਕਰਕੇ ਹਉਮੈ ਦਾ ਪਰਦਾ ਖੋਲ ਕਰਕੇ ਹਿਰਦੇ ਦੇ ਅੰਦਰ ਹੀ ਪ੍ਰਮਾਤਮਾ ਜੀ ਦਿਖਾ ਦੇਣਾ ਕੀਤਾ। ਜੀਵ ਦੇਖ, ਤੇਰੇ ਹਿਰਦੇ ਦਾ ਤੇ ਪ੍ਰਾਣਾ ਦਾ ਜਿਹੜਾ ਆਸਰਾ ਹੈ ਨਾ, ਠਾਣਾ ਟਿਕਾਣਾ ਹੈ, ਉਹ ਪ੍ਰਮਾਤਮਾ ਹੈ। ਤੇ ਜਿਹੜੇ ਪ੍ਰਮਾਤਮਾ ਜੀ ਤੇਰੇ ਹਿਰਦੇ ਦੇ, ਤੇਰੇ ਸਵਾਸਾਂ ਦੇ ਆਸਰਾ ਸਰੂਪ ਨੇ, ਤੇਰੀ ਜਿੰਦ ਜਾਨ ਦੇ ਆਧਾਰ ਸਰੂਪ ਨੇ, ਟੇਕ ਓਟ ਰੂਪ ਨੇ, ਸਾਰੇ 9 ਖੰਡ ਪ੍ਰਿਥਵੀ ਤੇ ਬ੍ਰਹਮੰਡਾ ਦਾ ਟਿਕਾਣਾ, ਬ੍ਰਹਮੰਡਾ ਦਾ ਆਸਰਾ ਵੀ ਉਹ ਪਰਮੇਸ਼ਰ ਹੀ ਹੈ। ਪਰਮੇਸ਼ਰ ਜੀ ਦੇ ਆਸ਼ਰਿਤ ਸਾਰੀ ਪ੍ਰਿਥਵੀ ਮੰਡਲ ਤੇ ਪੂਰੀਆਂ ਪੁਰੀਆਂ ਤੇ ਖੰਡ ਬ੍ਰਹਮੰਡ ਹਨ ਜੀ। ਨਵ ਨਿਧ ਨਾਮ ਨਿਧਾਨ ਇਕ ਠਾਈ। ਇਹ ਗਰੀਬ ਨਿਵਾਜ ਸਾਹਿਬ ਜੀ, ਆਮ ਹਾਲਾਤਾਂ ਦੇ ਅੰਦਰ ਜਿਹੜਾ ਸਾਧਾਰਨ ਅਵਸਥਾ ਵਾਲੇ ਜੀਵ ਦਾ ਮਨ ਹੈ ਇੱਕ ਜਗ੍ਹਾ ਤੇ ਟਿਕਦਾ ਹੀ ਨਹੀਂ, ਕਦੀ ਆਕਾਸ਼ਾਂ ਵਿੱਚ ਚੜ ਜਾਂਦਾ ਹੈ, ਕਦੇ ਪਤਾਲਾਂ ਵਿੱਚ ਧਸ ਜਾਂਦਾ ਹੈ। ਤੇ ਗਰੀਬ ਨਿਵਾਜ ਜਦੋਂ ਪਰਮਾਤਮਾ ਜੀ ਦੀ ਪ੍ਰਾਪਤੀ ਅੰਤਰ ਆਤਮੀ ਹੋ ਜਾਵੇ, ਫਿਰ ਤੇ ਮਨ ਟਿਕ ਜਾਂਦਾ ਹੋਵੇਗਾ ਜਾਂ ਫਿਰ ਵੀ ਦੌੜ ਲਾਉਂਦਾ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਪਿਰਾਣਾ ਜੀ, 9 ਨਿਧ ਨਾਮ ਨਿਧਾਨ ਇਕ ਠਾਈ।
ਜਦੋਂ 9 ਨਿਧੀਆਂ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਖਜ਼ਾਨਾ ਹੀ 128 ਹਿਰਦੇ ਦੇ ਅੰਦਰ ਪ੍ਰਗਟ ਹੋ ਗਿਆ। 9 ਨਿਧ ਨਾਮ ਨਿਧਾਨ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਖਜ਼ਾਨਾ ਪੂਰੇ ਸਤਿਗੁਰੂ ਜੀ ਨੇ ਬਖਸ਼ ਦਿੱਤਾ, ਤੇ ਸਾਰੀਆਂ ਨਿਧੀਆਂ ਦਾ ਮਾਲਕ ਜਦੋਂ 128 ਹਿਰਦੇ ਦੇ ਅੰਦਰ ਹੀ ਪ੍ਰਗਟ ਹੋ ਆਇਆ, ਤਉ ਬਾਹਰ ਕੈਠੈ ਜਾਇਓ। ਤੇ ਜਿਹੜਾ ਮਨ ਹੈ ਫਿਰ ਅੰਤਰ ਆਤਮਾ ਹੀ ਪਰਮਾਤਮਾ ਜੀ ਦੇ ਦੀਦਾਰ ਦੇ ਅੰਦਰ ਐਸਾ ਮਗਨ ਹੋ ਜਾਂਦਾ ਕਿ ਬਿਰਤੀ ਬਾਹਰ ਜਾਂਦੀ ਨਹੀਂ। ਜਿਸ ਪਰਮਾਤਮਾ ਜੀ ਦੀ ਭਾਲ ਕਰਨ ਵਾਸਤੇ ਆਕਾਸ਼ਾਂ ਪਤਾਲਾਂ ਵੱਲ ਦੌੜਦਾ ਸੀ, ਕਿਉਂਕਿ ਪਦਾਰਥਾਂ ਦੀ ਪ੍ਰਾਪਤੀ ਕਰਕੇ ਤੇ ਮਨ ਤ੍ਰਿਪਤ ਨਹੀਂ ਨਾ ਹੋਇਆ। ਤ੍ਰਿਪਤ ਕਿਉਂ ਨਹੀਂ ਹੋਇਆ? ਕਿਉਂਕਿ ਮਨ ਦੀ ਦੌੜ ਅਸਲ ਦੇ ਵਿੱਚ ਪਦਾਰਥਾਂ ਨੂੰ ਪ੍ਰਾਪਤ ਕਰਨਾ ਨਹੀਂ। ਇਹੀ ਕਾਰਨ ਹੈ ਦੌੜ ਲੱਗੀ ਸ਼ਾਇਦ ਇਸ ਪਦਾਰਥ ਦੇ ਨਾਲ ਤ੍ਰਿਪਤੀ ਹੋ ਜਾਵੇ, ਪਦਾਰਥ ਮਿਲ ਗਿਆ ਤ੍ਰਿਪਤੀ ਨਹੀਂ ਹੋਈ, ਫਿਰ ਦੂਜੇ ਪਦਾਰਥ ਪਿੱਛੇ, ਤੀਜੇ ਪਦਾਰਥ ਪਿੱਛੇ, ਕਿਤਨੇ ਪਦਾਰਥਾਂ ਪਿੱਛੇ ਦੌੜ ਲਏ, ਤ੍ਰਿਪਤ ਕਿਉਂ ਨਹੀਂ ਹੁੰਦਾ? ਕਿਉਂਕਿ ਅਸਲ ਦੇ ਵਿੱਚ ਮਨ ਦੀ ਖੋਜ ਪਦਾਰਥ ਨਹੀਂ, ਪਦਾਰਥਾਂ ਦਾ ਦਾਤਾ ਪਰਮ ਪਿਤਾ ਪਰਮਾਤਮਾ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਦੋਂ 9 ਨਿਧੀਆਂ ਦੇ ਖਜ਼ਾਨੇ, 9 ਨਿਧੀਆਂ ਦੇ ਦਾਤੇ ਪਰਮਾਤਮਾ ਜੀ ਨੂੰ 128 ਹਿਰਦੇ ਦੇ ਵਿੱਚ ਹੀ ਇੱਕ ਥਾਂ ਤੇ ਪ੍ਰਾਪਤ ਕਰ ਲਿਆ, ਫਿਰ ਜਿਹੜਾ ਮਨ ਹੈ ਤਾਂ ਉਹ ਬਾਹਰ ਇਕੱਠਾ ਜਾਇਓ। ਬਾਹਰ ਕਿਸ ਥਾਂ ਤੇ ਜਾਵੇਗਾ? ਬਾਹਰ ਕਿਉਂ ਜਾਵੇਗਾ? ਭਾਵ ਫਿਰ ਜਿਹੜਾ ਮਨ ਹੈ ਸ਼ਾਂਤ ਹੋ ਜਾਂਦਾ, ਲੀਨ ਹੋ ਜਾਂਦਾ ਵਾਹਿਗੁਰੂ ਜੀ ਦੀ ਦੀਦਾਰ ਦੇ ਅੰਦਰ, ਫਿਰ ਬਾਹਰ ਦੌੜਾ ਨਹੀਂ ਲਾਉਣ ਜਾਂਦਾ ਹੈ। ਏਕੈ ਕਨਿਕ ਅਨੇਕ ਭਾਂਤ ਸਾਜੀ। ਗਰੀਬ ਨਿਵਾਜ, ਇਹ ਤਾਂ ਬੜੀ ਅਚਰਜ ਖੇਡ ਹੈ। ਜਿਹੜੀ ਜੋਤ ਆਪਣੇ ਹਿਰਦੇ ਦੇ ਅੰਦਰ ਹੈ, ਉਹ ਜੋਤ ਸਾਰਿਆਂ ਦੇ ਵਿੱਚ ਹੈ। ਤੇ ਜਿਹੜੀ ਜੋਤ ਆਪਣੇ ਹਿਰਦੇ ਵਿੱਚ ਹੈ, ਮਨ ਇੱਕ ਜੋਤ ਵਿੱਚ ਹੀ ਲੀਨ ਹੋ ਗਿਆ, ਮਗਨ ਹੋ ਗਿਆ। ਬਾਹਰ ਵੀ ਤੇ ਸਾਰੀਆਂ ਜੋਤਾਂ ਉਸੇ ਦੀਆਂ ਨੇ, ਫਿਰ ਬਾਹਰ ਕਿਉਂ ਨਹੀਂ ਜਾਂਦਾ ਹੈ? ਅੰਦਰ ਵੀ ਉਹੀਓ ਜੋਤ, ਬਾਹਰ ਵੀ ਉਹੀਓ ਜੋਤ, ਫਿਰ ਬਾਹਰਲੀਆਂ ਜੋਤਾਂ ਦੇ ਉੱਪਰ ਮਨ ਕਿਉਂ ਨਹੀਂ ਰੀਝਦਾ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਫਿਰ ਜਿਹੜੀ ਦ੍ਰਿਸ਼ਟੀ ਹੈ ਨਾ, ਇਹ ਬੜੀ ਉੱਚੀ ਹੋ ਜਾਂਦੀ ਹੈ, ਵਿਚਾਰ ਬੜੀ ਉੱਚੀ ਹੋ ਜਾਂਦੀ ਹੈ। ਜੀ ਕਿਵੇਂ ਉੱਚੀ ਹੋ ਜਾਂਦੀ ਹੈ? ਕੋਈ ਪ੍ਰਮਾਣ ਦੇ ਕਰਕੇ ਸਮਝਾਓ ਜੀ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਏਕੈ ਕਨਿਕ। ਕਨਿਕ ਤੋਂ ਭਾਵ ਹੈ ਸੋਨਾ। ਜਿਹੜਾ ਸੋਨਾ ਨਾ ਉਹ ਇੱਕ ਹੀ ਹੁੰਦਾ ਹੈ। ਅਨਕ ਭਾਤ ਸਾਜੀ, ਪਰ ਉਸ ਸੋਨੇ ਨੂੰ ਬਹੁਤ ਤਰੀਕਿਆਂ ਦੇ ਨਾਲ ਸਾਜਿਆ ਜਾਂਦਾ ਹੈ। ਉਸ ਦੇ ਛਾਪਾਂ ਛੱਲੇ ਬਣਾਏ ਜਾਂਦੇ ਨੇ, ਕੈਂਠੇ ਬਣਾਏ ਜਾਂਦੇ ਨੇ, ਚੂੜੀਆਂ ਗਹਿਣੇ ਬਣਾਏ ਜਾਂਦੇ ਨੇ, ਕੜੇ ਕੰਗਣ ਬਣਾਏ ਜਾਂਦੇ ਨੇ, ਟਿੱਕੇ ਇਤਿਆਦਿਕ ਬਣਾਏ ਜਾਂਦੇ ਨੇ, ਚੈਨੀਆਂ ਹਾਰ ਬਣਾਏ ਜਾਂਦੇ ਨੇ। ਸੋਨਾ ਤੇ ਇੱਕ ਹੈ, ਪਰ ਸੋਨੇ ਨੂੰ ਬਹੁਤ ਸਾਰੇ ਆਕਾਰਾਂ 'ਚ ਢਾਲ ਕੇ ਬੜੇ ਗਹਿਣੇ ਬਣਾ ਦਿੱਤੇ ਜਾਂਦੇ ਹਨ। ਗੁਰ ਪਰਦਾ ਖੋਲ ਦਿਖਾਇਓ। ਸੋ ਇਸ ਪ੍ਰਕਾਰ ਜਦੋਂ ਏਕੈ ਕਨਕ ਅਨਕ ਭਾਤ ਸਾਜੀ ਬਹੁ ਪ੍ਰਕਾਰ ਰਚਾਇਓ, ਤੇ ਜਿਹੜਾ ਸੁਨਿਆਰਾ ਹੈ ਨਾ, ਬਹੁਤ ਤਰੀਕਿਆਂ ਦੇ ਨਾਲ ਰਚਾਇਓ ਉਸ ਦੀ ਰਚਨਾ ਕਰਦਾ ਹੈ। ਵੱਖ-ਵੱਖ ਗਹਿਣੇ ਬਣਾ ਦਿੰਦਾ ਹੈ, ਵੱਖ-ਵੱਖ ਆਕਾਰ ਉਸ ਨੂੰ ਦੇ ਦਿੰਦਾ ਹੈ। ਪਰ ਅਸਲ ਦੇ ਵਿੱਚ ਉਹ ਸੁਨਿਆਰ ਦੀ ਨਜ਼ਰ ਵਿੱਚ ਸੋਨਾ ਹੀ ਹੈ। ਜਦੋਂ ਸੁਨਿਆਰ ਮੁੱਲ ਪਾਉਂਦਾ ਤੇ ਸੋਨੇ ਦਾ ਹੀ ਪਾਉਂਦਾ। ਉਹਨੂੰ ਕਹੀਏ ਜੀ ਆ ਮੁੰਦਰੀ ਕਿੰਨੇ ਦੀ ਹੈ, ਉਹਨੂੰ ਮੁੰਦਰੀ ਦੇ ਆਕਾਰ ਦੇ ਨਾਲ ਕੋਈ ਭਾਵ ਨਹੀਂ। ਉਹਨੇ ਸੋਨਾ ਤੋਲਣਾ ਕਿ ਸੋਨਾ ਕਿੰਨਾ ਏ। ਸੁਨਿਆਰ ਦੇ ਕੋਲ ਜੀ ਆ ਕੈਂਠਾ ਏ, ਕੜਾ ਏ, ਇਹ ਕਿੰਨੇ ਰੁਪਈਆਂ ਦਾ? ਉਹਨੇ ਕੜਾ ਦੇਖ ਕੇ ਮੁੱਲ ਨਹੀਂ ਪਾਉਣਾ, ਉਹਨੇ ਸੋਨਾ ਤੋਲਣਾ, ਜੀ ਸੋਨਾ ਕਿੰਨਾ ਏ। ਉਹਨੇ ਕੀਮਤ ਸੋਨੇ ਦੀ ਪਾਉਣੀ ਹੈ। ਤੇ ਜਦੋਂ ਸੁਨਿਆਰ ਬਹੁਤ ਸਾਰੇ ਗਹਿਣਿਆਂ ਨੂੰ ਖਰੀਦ ਲੈਂਦਾ, ਇਕੱਠੇ ਕਰ ਲੈਂਦਾ ਨਾ, ਤੇ ਫਿਰ ਸੁਨਾਰ ਉਹਨਾਂ ਗਹਿਣਿਆਂ ਨੂੰ ਕੁਠਾਲੀ ਦੇ ਵਿੱਚ ਪਾਉਂਦਾ ਹੈ। ਕੁਠਾਲੀ ਦੇ ਵਿੱਚ ਪਾ ਕਰਕੇ ਅੱਗ ਦਾ ਸੇਕ ਦੇ ਕਰਕੇ ਤੇ ਉਸ ਨੂੰ ਤਰਲ ਬਣਾ ਦਿੰਦਾ, ਪਿਘਲਾ ਲੈਂਦਾ ਹੈ। ਜਿਤਨੇ ਆਕਾਰ ਹੁੰਦੇ ਨੇ, ਜਿਤਨੇ ਗਹਿਣੇ ਹੁੰਦੇ ਨੇ, ਸਾਰੇ ਢਲ ਕਰਕੇ ਕੇਵਲ ਤਾਂ ਕੇਵਲ ਸੋਨਾ ਹੀ ਬਣ ਜਾਂਦੇ ਨੇ। ਫਿਰ ਗਹਿਣੇ ਦਾ ਕੋਈ ਆਪਣਾ ਆਕਾਰ ਨਹੀਂ ਬਚਦਾ, ਇਕੱਲਾ ਸੋਨਾ ਹੀ ਬਚਦਾ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਪੂਰੇ ਸਤਿਗੁਰੂ ਜੀ ਸਤ ਸੰਗਤ ਰੂਪੀ ਕੁਠਾਲੀ ਦੇ ਵਿੱਚ ਪਾ ਕਰਕੇ ਸਿਮਰਨ ਅਭਿਆਸ ਦੀ ਬ੍ਰਹਮ ਅਗਨੀ ਦਾ ਤਾਉ ਐਸਾ ਦਿੰਦੇ ਨੇ, ਫਿਰ ਕੇਵਲ ਤਾਂ ਕੇਵਲ ਬ੍ਰਹਮ ਰੂਪੀ ਸੋਨਾ ਹੀ ਨਜ਼ਰ ਆਉਂਦਾ ਹੈ। ਇਹ ਗਹਿਣਿਆਂ ਰੂਪੀ ਸਰੀਰਾਂ ਦੇ ਆਕਾਰ ਨਾਨਾ ਤਵ ਨਜ਼ਰ ਨਹੀਂ ਆਉਂਦਾ ਹੈ। ਫਿਰ ਇਹ ਭੇਦ ਨਹੀਂ ਰਹਿ ਜਾਂਦਾ ਕਿ ਇਹ ਸਰੀਰ ਇਸਤਰੀ ਦਾ ਏ ਜਾਂ ਮਰਦ ਦਾ ਏ। ਇਹ ਭੇਦ ਨਹੀਂ ਰਹਿ ਜਾਂਦਾ ਇਹ ਸਰੀਰ ਸੱਜਣ ਦਾ ਏ ਕਿ ਦੁਸ਼ਮਣ ਦਾ ਏ। ਇਹ ਭੇਦ ਨਹੀਂ ਰਹਿ ਜਾਂਦਾ ਇਹ ਸਰੀਰ ਅਮੀਰ ਦਾ ਏ ਜਾਂ ਗਰੀਬ ਦਾ ਏ। ਇਹ ਭੇਦ ਨਹੀਂ ਰਹਿ ਜਾਂਦਾ ਕਿਹੜੀ ਜਾਤ ਵਾਲੇ ਕਿਹੜੀ ਨਸਲ ਵਾਲੇ ਦਾ ਸਰੀਰ ਹੈ। ਇਤਨਾ ਨਜ਼ਰ ਆਉਂਦਾ ਇਹ ਤੇ ਸੋਨਾ ਹੀ ਹੈ। ਸੋਨਾ ਕੀ ਹੈ? ਅੰਦਰ ਆਤਮਾ ਜੋਤ। ਫਿਰ ਤੇ ਸਾਰਿਆਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਪ੍ਰਗਟ ਹੋ ਆਉਂਦਾ ਹੈ। ਨਾਨਾ ਤਵ ਦ੍ਰਿਸ਼ਟੀ ਦੇ ਵਿੱਚੋਂ ਮਿਟ ਜਾਂਦਾ ਹੈ, ਅਨੇਕਤਾ ਦ੍ਰਿਸ਼ਟੀ ਦੇ ਵਿੱਚੋਂ ਮਿਟ ਜਾਂਦੀ ਹੈ ਤੇ ਏਕਤਾ ਆ ਜਾਂਦੀ ਹੈ। ਜਿਵੇਂ ਸੁਨਾਰ ਨੂੰ ਸਾਰਿਆਂ ਗਹਿਣਿਆਂ ਦੇ ਵਿੱਚ ਸੋਨਾ ਹੀ ਨਜ਼ਰ ਆਉਂਦਾ ਹੈ। ਹੇ ਭਾਈ ਪਿਰਾਣਾ ਜੀ, ਫਿਰ ਮਨ ਬਾਹਰ ਨਹੀਂ ਦੌੜਦਾ,
ਨਾ ਦੌੜਨ ਦਾ ਕਾਰਨ ਇਹ ਹੈ ਸਭਨਾ ਦੇ ਅੰਦਰ ਸ਼ੁੱਧ ਸਰੂਪ ਪ੍ਰਮਾਤਮਾ ਜੀ ਨਜ਼ਰ ਆਉਂਦੇ ਨੇ ਤੇ ਬਾਹਰ ਸਭ ਜਗ੍ਹਾ ਤੇ ਜਿਹੜੇ ਪ੍ਰਮਾਤਮਾ ਜੀ ਨੇ ਉਹ ਹਿਰਦੇ ਦੇ ਅੰਦਰ ਸਾਖਿਆਤਕਾਰ ਪ੍ਰਗਟ ਨੇ। ਇਸ ਕਰਕੇ ਮਨ ਬਾਹਰ ਨੂੰ ਨਹੀਂ ਦੌੜਦਾ। ਸੋਨੇ ਤੋਂ ਭਾਵ ਲੈਣਾ ਸ਼ੁੱਧਤਾ। ਸਾਧ ਸੰਗਤ ਜੀ, ਜਿਹੜਾ ਸੋਨਾ ਹੈ ਨਾ, ਇਸ ਨੂੰ ਸੁੱਚੀ ਧਾਤ ਮੰਨਿਆ ਜਾਂਦਾ ਹੈ, ਸ਼ੁੱਧ ਮੰਨਿਆ ਜਾਂਦਾ ਹੈ। ਜਿਹੜਾ ਫਿਰ ਹਿਰਦਾ ਹੈ ਇਹ ਸੋਨੇ ਦੀ ਨਿਆਈ ਸ਼ੁੱਧਤਾ ਨੂੰ ਧਾਰਨ ਕਰਦਾ ਹੈ, ਅਥਵਾ ਸ਼ੁੱਧ ਸਰੂਪ ਪ੍ਰਮਾਤਮਾ ਜੀ ਬ੍ਰਹਮ ਜੀ ਹਿਰਦੇ ਦੇ ਅੰਦਰ ਪ੍ਰਗਟ ਹੋ ਆਉਂਦੇ ਨੇ। ਫਿਰ ਸਭਨਾ ਦੇ ਅੰਦਰ ਸ਼ੁੱਧ ਸਰੂਪ ਪ੍ਰਮਾਤਮਾ ਜੀ ਦੀ ਹੀ ਜੋਤ ਨਜ਼ਰ ਆਉਂਦੀ ਹੈ। ਨਾਨਾ ਤੇ ਦ੍ਰਿਸ਼ਟੀ ਦੇ ਅੰਦਰੋਂ ਮਿਟ ਜਾਂਦਾ ਹੈ, ਅਨੇਕਤਾ ਮਿਟ ਜਾਂਦੀ ਹੈ। ਕਹੁ ਨਾਨਕ ਭਰਮ ਗੁਰ ਖੋਈ ਹੈ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਹਿਰਦੇ ਦੇ ਵਿੱਚੋਂ ਸਾਰੇ ਭਰਮਾਂ ਦਾ ਨਾਸ਼ ਕਰ ਦੇਣਾ ਕੀਤਾ ਹੈ। ਇਸੇ ਹੀ ਪ੍ਰਕਾਰ ਕਹੁ ਨਾਨਕ ਭਰਮ ਗੁਰ ਖੋਈ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਨਾ ਕਰਦੇ ਨੇ ਕਿ ਸੋਨੇ ਦੀ ਨਿਆਈ ਸ਼ੁੱਧ ਹਿਰਦੇ ਵਾਲਾ ਜਿਹੜਾ ਜੀਵ ਜਗਿਆਸੂ ਜਨ ਹੈ ਨਾ, ਉੱਤਮ ਅਧਿਕਾਰੀ, ਜਦੋਂ ਸਤਿਗੁਰੂ ਜੀ ਦੇ ਕੋਲ ਆਉਂਦਾ ਤੇ ਭਰਮ ਗੁਰ ਖੋਈ ਹੈ। ਸਤਿਗੁਰੂ ਜੀ ਕਿਰਪਾਲਤਾ ਕਰਕੇ ਉਸ ਦੇ ਹਿਰਦੇ ਦੇ ਸਾਰੇ ਭਰਮ ਭਾਵ ਨਾਸ਼ ਕਰ ਦਿੰਦੇ ਹਨ। ਏਵ ਤਤੈ ਤਤ ਮਿਲਾਇਓ। ਤੇ ਇਸ ਪ੍ਰਕਾਰ ਸਦਾ ਰਹਿ ਕੰਚਨ ਸੀ ਕਾਇਆ, ਕਾਲ ਨ ਕਬਹੂ ਵਿਆਪੇ। ਫਿਰ ਤਿਸ ਦੀ ਜਿਹੜੀ ਕਾਇਆ ਹੈ, ਸਰੀਰ ਹੈ, ਇਹ ਵੀ ਪਵਿੱਤਰ ਸੋਨੇ ਦੀ ਨਿਆਈ ਸ਼ੁੱਧ ਹੋ ਜਾਂਦਾ ਹੈ। ਕਾਲ ਇਸ ਜੀਵ ਨੂੰ ਮੁੜ ਪਹੁੰਚਦਾ ਨਹੀਂ ਹੈ, ਭਾਵ ਬਾਰ-ਬਾਰ ਜੰਮਣ ਮਰਨ ਦੇ ਦੁੱਖ ਨਹੀਂ ਦੇ ਸਕਦਾ ਹੈ। ਤੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਹਿਰਦੇ ਦੇ ਅੰਦਰੋਂ ਭਰਮ ਭਾਵ ਦਾ ਨਾਸ਼ ਕਰਕੇ ਇਸ ਪ੍ਰਕਾਰ ਤਤੈ ਤਤ ਮਿਲਾਇਓ। ਜੀਵ ਦਾ ਜਿਹੜਾ ਸਰੂਪ ਰੂਪੀ ਤਤ ਹੈ ਪਰਮਾਤਮਾ ਜੀ ਦੇ ਮੂਲ ਤਤ ਦੇ ਨਾਲ ਮਿਲਾ ਦਿੰਦੇ ਨੇ। ਪਰਮਾਤਮਾ ਜੀ ਦੀ ਭੇਦਤਾ ਬਖਸ਼ਦੇ ਨੇ, ਤਤ ਦੇ ਨਾਲ ਤਤ ਮਿਲਾਉਂਦੇ ਨੇ, ਸਾਗਰ ਵਿੱਚ ਬੂੰਦ ਮਿਲਾ ਦਿੰਦੇ ਨੇ, ਜਾਂ ਏਦਾਂ ਕਹਿ ਲਈਏ ਸੂਰਜ ਦੇ ਵਿੱਚ ਕਿਰਨ ਮਿਲਾ ਦਿੰਦੇ ਨੇ। ਜਦੋਂ ਸੂਰਜ ਉਦੈ ਹੁੰਦਾ ਹੈ ਅਸੰਖਾਂ ਹੀ ਕਿਰਨਾਂ ਇਸ ਦੇ ਵਿੱਚੋਂ ਪ੍ਰਕਾਸ਼ ਦੀਆਂ ਨੇ, ਤੇ ਜਦੋਂ ਸੂਰਜ ਅਸਤ ਹੁੰਦਾ ਹੈ ਸਾਰੀਆਂ ਕਿਰਨਾਂ ਵਾਪਸ ਸੂਰਜ ਦੇ ਵਿੱਚ ਹੀ ਸਮਾ ਜਾਂਦੀਆਂ ਨੇ। ਇਸ ਪ੍ਰਕਾਰ ਵਾਹਿਗੁਰੂ ਜੀ ਨੇ ਫੁਰਨਾ ਕੀਤਾ, ਮੈਂ ਇੱਕ ਤੋਂ ਅਨੇਕ ਰੂਪ ਹੋ ਜਾਵਾਂ, ਤੇ ਸਾਰੇ ਸਰੀਰ ਆਕਾਰ ਕਿਰਨਾਂ ਦੀ ਨਿਆਈ ਪ੍ਰਕਾਸ਼ੇ ਨੇ। ਤੇ ਅਕਾਲ ਪੁਰਖ ਵਾਹਿਗੁਰੂ ਜੀ ਸਭਨਾਂ ਨੂੰ ਅੰਤ ਸਮੇਂ ਆਪਣੇ ਵਿੱਚ ਹੀ ਲੈ ਕਰ ਲੈਂਦੇ ਨੇ, ਲੀਨ ਕਰ ਲੈਂਦੇ ਨੇ। ਤੇ ਜਿਹੜੇ ਜਿਹੜੇ ਜੀਵ ਬ੍ਰਹਮ ਨੂੰ ਪ੍ਰਾਪਤ ਕਰਦੇ ਜਾਂਦੇ ਨੇ, ਕਿਰਨ ਦੀ ਨਿਆਈ ਸੂਰਜ ਦੇ ਵਿੱਚ ਹੀ ਮਿਲ ਜਾਂਦੇ ਨੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਠੰਡਿਆਂ ਇਲਾਕਿਆਂ ਦੇ ਵਿੱਚ ਬਰਫ਼ ਜਿਹੜੀ ਇਹ ਜੰਮੀ ਹੋਈ ਹੁੰਦੀ ਹੈ। ਜਿਹੜੀ ਬਰਫ਼ ਹੈ ਉਹ ਹੁਣ ਪਾਣੀ ਪ੍ਰਤੀਤ ਨਹੀਂ ਹੁੰਦੀ, ਅਸਲ ਵਿੱਚ ਹੈ ਪਾਣੀ। ਪਾਣੀ ਜੰਮ ਗਿਆ ਤੇ ਬਰਫ਼ ਪ੍ਰਤੀਤ ਹੁੰਦੀ ਹੈ। ਤੇ ਜਿਹੜੀ ਬਰਫ਼ ਹੈ ਆਮ ਮਨੁੱਖ ਕਦੇ ਵੀ ਉਸ ਨੂੰ ਪਾਣੀ ਨਾ ਬੋਲਦਾ ਏ, ਨਾ ਸਮਝਦਾ ਹੈ, ਨਾ ਦੇਖਦਾ ਏ। ਪਰ ਜਿਸ ਵੇਲੇ ਸੂਰਜ ਕਿਰਨ ਮਿਲੇ, ਸੂਰਜ ਦੀਆਂ ਕਿਰਨਾਂ ਉਸ ਬਰਫ਼ ਦੇ ਉੱਪਰ ਆ ਕਰਕੇ ਮਿਲਦੀਆਂ ਨੇ, ਪੈਂਦੀਆਂ ਨੇ, ਤੇ ਬਰਫ਼ ਜਿਹੜੀ ਪਿਘਲ ਜਾਂਦੀ ਏ। ਜਿਸ ਜਲ ਤੋਂ ਬਰਫ਼ ਬਣੀ ਸੀ ਉਸ ਜਲ ਕਾ ਜਲ ਹੁਆ ਰਾਮ। ਬਰਫ਼ ਤੋਂ ਫਿਰ ਢਲ ਕਰਕੇ ਪਾਣੀ ਹੀ ਹੋ ਜਾਂਦਾ ਹੈ। ਇਸੇ ਪ੍ਰਕਾਰ ਜੀਵ ਜਿਹੜਾ ਬ੍ਰਹਮ ਤੋਂ ਪ੍ਰਗਟ ਹੋਇਆ ਹੈ, ਬਰਫ਼ ਦੀ ਨਿਆਈ ਵੱਖਰਾ ਨਜ਼ਰ ਆਉਂਦਾ, ਬੜੇ ਸਰੀਰਾਂ ਆਕਾਰਾਂ ਨੂੰ ਧਾਰ ਕੇ। ਪਰ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਰੂਪੀ ਜਦੋਂ ਸੂਰਜ ਦੀ ਕਿਰਨ ਪੈਂਦੀ ਏ ਤੇ ਜੀਵ ਜਿਹੜਾ ਹੈ ਢਲ ਕਰਕੇ ਬ੍ਰਹਮ ਦਾ ਹੀ ਸਰੂਪ ਹੋ ਜਾਂਦਾ ਹੈ। ਫਿਰ ਇਸ ਪ੍ਰਕਾਰ ਉਹ ਬਰਫ਼ ਰੂਪ ਕਹਿਣ ਤੋਂ ਭਾਵ ਅਲੱਗ ਹਸਤੀ ਨਹੀਂ ਰਹਿ ਜਾਂਦੀ ਏ। ਤੇ ਸਾਹਿਬ ਜੀ ਫਰਮਾਵਣਾ ਕਰਦੇ ਨੇ, ਇਸ ਪ੍ਰਕਾਰ ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਜੀਵ ਦਾ ਤਤ ਰੂਪ ਜੋ ਆਤਮਾ ਹੈ, ਤਤ ਵੇਤਾ ਬਣਾ ਕਰਕੇ, ਤਤ ਸਿਧਾਂਤ ਦੇ ਜਾਣਨੇ ਵਾਲਾ ਬਣਾ ਕਰਕੇ ਵਾਹਿਗੁਰੂ ਜੀ ਦੀ ਹੀ ਭੇਤਤਾ ਬਖਸ਼ ਦਿੰਦੇ ਨੇ। ਇਸ ਪ੍ਰਕਾਰ ਜਿਹੜਾ ਜੀਵ ਹੈ ਆਤਮ ਸੁਖ ਨੂੰ ਅਨੰਤ ਕਾਲ ਤੱਕ ਭੋਗਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੋ ਜਾਂਦਾ ਹੈ। ਫਿਰ ਜੰਮਣ ਮਰਨ ਇਤਿਆਦਿਕ ਤਿੰਨਾਂ ਨੂੰ ਨਹੀਂ ਰਹਿੰਦਾ। ਇਹ ਬ੍ਰਹਮ ਗਿਆਨ ਦੀ ਅਵਸਥਾ, ਤੁਰਿਆ ਪਦ ਦੀ ਅਵਸਥਾ ਭਾਈ ਪਿਰਾਣਾ ਜੀ ਦੀ ਬੇਨਤੀ ਕਰਨੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਦਰਸਾਈ ਹੈ ਜੀ। ਗੌੜੀ ਮਹੱਲਾ ਪੰਜਵਾ। ਇਹ ਪਾਵਨ ਸ਼ਬਦ ਜੋ ਅਸੀਂ ਸਰਵਣ ਕਰਾਂਗੇ, ਕੀਰਤਨ ਸੋਹਿਲਾ ਗੁਰਬਾਣੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਜ ਦੇ ਪ੍ਰਚਲਿਤ ਸਰੂਪ ਦੇ ਅੰਦਰ 13 ਅੰਗ ਤੇ ਹੈ। ਤੇ ਉੱਥੇ ਇਸ ਦਾ ਸਰਲੇਖ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਇੱਥੇ ਸ਼ਬਦ ਉਹੀ ਹੋਈ ਹੈ, ਪਰ ਇੱਥੇ ਸਿਰਲੇਖ ਹੈ ਗੌੜੀ ਮਹੱਲਾ ਪੰਜਵਾ। ਇਸ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਨਾ, ਜਿਸ ਸ਼ਬਦ ਨੂੰ ਅਸਾਂ ਨੇ ਸਰਵਣ ਕੀਤਾ, ਵਿਚਾਰ ਸਰਵਣ ਕੀਤੀ ਹੈ, ਉਸ ਦੇ ਨਾਲ ਮਿਲਦੀ ਹੈ, ਇੱਕ ਸਾਰ ਹੈ ਇਸ ਦੀ ਵਿਚਾਰ। ਰਾਗ ਵੀ ਉਹੀ ਹੋਈ ਹੈ, ਵਿਚਾਰ ਵੀ ਉਹੀ ਹੋਈ ਹੈ।
ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਪ੍ਰਕਰਨ ਵਾਈਜ਼ ਇਸ ਸ਼ਬਦ ਨੂੰ ਇੱਥੇ ਲਿਖਣਾ ਕਰਦੇ ਨੇ। ਸੋ ਜਿਹੜਾ ਕੀਰਤਨ ਸੋਹਿਲਾ ਗੁਰਬਾਣੀ ਦੇ ਅੰਦਰ ਇਹ ਸ਼ਬਦ ਆਉਂਦਾ, ਉਸ ਸ਼ਬਦ ਦੇ ਅੰਦਰ ਤੇ ਇੱਥੇ ਆਏ ਹੋਏ ਸ਼ਬਦ ਦੇ ਅੰਦਰ 7 ਭੇਦ ਨੇ। ਪਹਿਲਾ ਭੇਦ ਇਹ ਹੈ ਕਿ ਉੱਥੇ ਸ਼ਬਦ ਆਉਂਦਾ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ, ਇੱਥੇ ਆਇਆ ਹੈ ਗੌੜੀ ਮਹੱਲਾ ਪੰਜਵਾ। ਤੇ ਗੌੜੀ ਦੇ ਥੱਲੇ ਛੋਟਾ ਜਿਹਾ 2 ਅੰਕ ਲਿਖਿਆ ਹੋਇਆ ਹੈ, ਇਹ ਗੌੜੀ ਪੂਰਬੀ ਦੀ ਦੂਜੀ ਜਾਤੀ ਹੈ। ਇਸੇ ਪ੍ਰਕਾਰ 2 ਦਾ ਭਾਵ ਇਹ ਹੈ 2 ਲੱਖ ਜਾਪ ਇਸ ਸ਼ਬਦ ਦਾ ਕੀਤਾ ਜਾਵੇ ਤੇ ਜਿਹੜੀ ਮਨ ਦੀ ਕਾਮਨਾ ਹੋਵੇ ਉਹ ਪੂਰੀ ਹੋ ਜਾਂਦੀ ਹੈ। ਹਜ਼ੂਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਫਰਮਾ ਰਹੇ ਹਨ ਗੌੜੀ ਰਾਗ ਦੇ ਅੰਦਰ। ਔਦ ਘਟੈ ਦਿਨ ਸੁਰੈ ਨਾਰੇ। ਪਹਿਲਾ ਭੇਦ ਇੱਥੇ ਸਰਲੇਖ ਦਾ ਹੈ, ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਦੀ ਜਗ੍ਹਾ ਤੇ ਗੌੜੀ ਮਹੱਲਾ ਪੰਜਵਾ। ਤੇ ਦੂਸਰਾ ਭੇਦ ਇਹ ਹੈ ਕੀਰਤਨ ਸੁਹੇਲੇ ਵਾਲਾ ਸ਼ਬਦ ਪ੍ਰਾਰੰਭ ਹੁੰਦਾ ਹੈ ਕਰਾਓ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਇੱਥੇ ਇਹ 2 ਪੰਕਤੀਆਂ ਬਾਅਦ ਵਿੱਚ ਆਉਂਦੀਆਂ ਨੇ ਤੇ ਰਹਾਉ ਵਾਲੀ ਪੰਕਤੀ ਪਹਿਲਾਂ ਆ ਗਈ। ਔਦ ਘਟੈ ਦਿਨਸ ਰਹਿ ਨਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੁਭ ਸਿੱਖਿਆ ਦੇਣਾ ਕਰਦੇ ਨੇ, ਇਹ ਜੀਵ ਤੇਰੀ ਜਿਹੜੀ ਔਦ ਹੈ, ਤੇਰੀ ਜਿਹੜੀ ਉਮਰ ਹੈ ਨਾ, ਦਿਨਸ ਦਿਨ ਦੀ ਸੰਗਿਆ ਕਰਕੇ, ਰਹਿ ਨਾਰੇ ਰਾਤ ਦੀ ਸੰਗਿਆ ਕਰਕੇ, ਘਟੈ ਦਿਨ ਪ੍ਰਤੀ ਦਿਨ ਰਾਤ ਪ੍ਰਤੀ ਰਾਤ ਤੇਰੀ ਔਦ ਜਿਹੜੀ ਉਮਰਾ ਹੈ ਇਹ ਘਟਦੀ ਹੀ ਜਾ ਰਹੀ ਹੈ। ਮਨੁੱਖ ਆਪਣੇ ਆਪ ਨੂੰ ਸਿਆਣਾ ਸਮਝਦਾ, ਜੀ ਮੈਂ ਵੱਡਾ ਹੋ ਗਿਆ, ਬੜਾ ਮਾਣ ਕਰਦਾ ਆਪਣੇ ਆਪ ਦੇ ਉੱਤੇ। ਕੀ ਆਪਣੇ ਆਪ ਨੂੰ ਸਿਆਣੇ ਅਖਵਾਉਂਦੇ? ਮੈਂ ਤੁਹਾਡਾ ਵੀ ਬਾਪ ਐ, ਆਪਣੇ ਆਪ ਨੂੰ ਵੱਡਾ ਅਖਵਾਉਣਾ, ਪਰ ਤੈਨੂੰ ਸਮਝ ਨਹੀਂ, ਤੂੰ ਵੱਡਾ ਨਹੀਂ ਹੋ ਰਿਹਾ, ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਨ ਦੇਣਾ ਕਰਦੇ ਨੇ, ਇੱਕ ਘੜਾ ਪਾਣੀ ਦੇ ਨਾਲ ਭਰਿਆ ਹੋਇਆ ਹੈ, ਪਰ ਜਿਹੜਾ ਘੜਾ ਨਾ ਉਹ ਫੁੱਟਿਆ ਹੋਇਆ ਹੈ, ਤਿੜਕਿਆ ਹੋਇਆ, ਤਰੇੜ ਆਈ ਏ। ਤਰੇੜ ਦੇ ਵਿੱਚੋਂ ਥੋੜਾ ਪਾਣੀ ਰਿਸਦਾ ਜਾ ਰਿਹਾ ਹੈ। ਤੇ ਜਿਵੇਂ ਜਿਵੇਂ ਪਾਣੀ ਰਿਸਦਾ ਜਾ ਰਿਹਾ, ਘੜੇ ਚੋਂ ਪਾਣੀ ਘਟਦਾ ਜਾ ਰਿਹਾ ਤੇ ਇੱਕ ਸਮੇਂ ਨੂੰ ਘੜਾ ਬਿਲਕੁਲ ਖਾਲੀ ਹੋ ਜਾਵੇਗਾ। ਇਸੇ ਪ੍ਰਕਾਰ ਖਿਨ ਖਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ। ਜਿਵੇਂ ਫੁੱਟੇ ਘੜੇ ਚੋਂ ਥੋੜਾ ਪਾਣੀ ਨਿਕਲਦਾ ਜਾਂਦਾ ਨਾ, ਪ੍ਰਾਣੀ ਤੇਰੇ ਸਰੀਰ ਦੇ ਵਿੱਚੋਂ ਇੱਕ ਇੱਕ ਕਰਕੇ ਸਵਾਸਾ ਰੂਪੀ ਪਾਣੀ ਨਿਕਲਦਾ ਹੀ ਜਾ ਰਿਹਾ ਹੈ। ਹੁਣ ਇੱਕ ਘੜਾ ਫੁੱਟਿਆ ਹੋਇਆ, ਇੱਕ ਹੈ ਖਾਲੀ, ਤੇ ਕਿਹੜੇ ਕੰਮ ਆਵੇਗਾ? ਨਿਕੰਮਾ ਕਿਸੇ ਕੰਮ ਨਹੀਂ ਆਉਂਦਾ। ਘਰ ਵਾਲੇ ਚੁੱਕ ਕੇ ਬਾਹਰ ਸੁੱਟ ਦਿੰਦੇ ਨੇ, ਟੁੱਟਾ ਹੈਗਾ, ਪਾਣੀ ਦਾ ਵੀ ਨੁਕਸਾਨ ਕਰ ਦਿੱਤਾ। ਇਹਦੇ ਵਿੱਚ ਹੁਣ ਕੋਈ ਚੀਜ਼ ਨਹੀਂ ਪਾਈ ਜਾ ਸਕਦੀ, ਸਾਂਭਣ ਦਾ ਕੋਈ ਮੁੱਲ ਨਹੀਂ, ਬਾਹਰ ਸੁੱਟ ਦਿਓ, ਟੁੱਟਾ ਏ। ਤੇ ਇਸੇ ਪ੍ਰਕਾਰ ਇੱਕ ਇੱਕ ਕਰਕੇ ਸਾਰੇ ਸਵਾਸ ਸਰੀਰ ਚੋਂ ਨਿਕਲ ਜਾਂਦੇ ਨੇ ਤੇ ਘਰ ਵਾਲੇ ਵਿਚਾਰਦੇ ਹੁਣ ਇਹਦਾ ਘਰ ਵਿੱਚ ਕੋਈ ਕੰਮ ਨਹੀਂ, ਫਿਰ ਤੇ ਅੱਧੀ ਘੜੀ ਵੀ ਘਰ ਵਿੱਚ ਰੱਖ ਕੇ ਰਾਜੀ ਨਹੀਂ। ਆਦ ਘੜੀ ਕੋਊ ਨਹਿ ਰੱਖਤ ਘਰ ਤੇ ਦੇਤ ਨਿਕਾਰ। ਝਾਟੀ ਘਰ ਚੋਂ ਕੱਢ ਦਿੰਦੇ ਨੇ, ਫੁੱਟਿਆ ਘੜਾ ਏ, ਟੁੱਟਾ ਘੜਾ ਏ, ਸੰਸਕਾਰ ਕਰ ਦਿਓ, ਦੱਬ ਦਿਓ, ਸਾੜ ਦਿਓ, ਜਲਾ ਦਿਓ, ਹੁਣ ਕਿਸੇ ਕੰਮ ਨਹੀਂ। ਤੇ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਮਾਤਾ ਜਾਣਦੀ ਏ ਪੁੱਤ ਵੱਡਾ ਹੋ ਰਿਹਾ, ਇੰਨਾ ਕੁ ਨਹੀਂ ਜਾਣਦੀ, ਪੁੱਤ ਤੇ ਸਵਾਸ ਕਰਕੇ ਘਟਦਾ ਜਾ ਰਿਹਾ ਹੈ। ਦਿਨ ਗਿਣਦੀ ਹੈ, ਅੱਜ ਮੇਰਾ ਪੁੱਤ ਇੰਨੇ ਦਿਨਾਂ ਦਾ ਹੋ ਗਿਆ, ਇੰਨੇ ਮਹੀਨਿਆਂ ਦਾ ਹੋ ਗਿਆ, ਇੰਨੇ ਸਾਲਾਂ ਦਾ ਹੋ ਗਿਆ, ਇੰਨਾ ਵੱਡਾ ਹੋ ਗਿਆ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਦੁਆਰਾ ਫਰਮਾਨ ਕਰਦੇ ਨੇ, ਜਨਨੀ ਜਾਨਤ ਸੋਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਭੋਲੀ ਮਾਂ ਤੂੰ ਇਸ ਗੱਲ ਨੂੰ ਸਮਝਦੀ ਨਹੀਂ, ਮੋਹ ਦੀ ਮਾਰੀ ਹੋਈ ਮਾਂ ਨਹੀਂ ਜਾਣਦੀ, ਮੇਰੇ ਪੁੱਤ ਦੀ ਤਾਂ ਇੱਕ ਇੱਕ ਦਿਨ ਕਰਕੇ ਉਮਰ ਘਟਦੀ ਜਾ ਰਹੀ ਹੈ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸੱਚ ਦੀ ਸੋਝੀ ਦਿੰਦੇ ਨੇ। ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮ ਰਾਓ ਹਸੈ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਹਿਆ ਹੈ ਮਾਇਆ। ਸੰਸਾਰ ਬੁੱਝਦਾ ਕਿਉਂ ਨਹੀਂ, ਜਾਣਦਾ ਕਿਉਂ ਨਹੀਂ? ਵਾਹਿਗੁਰੂ ਜੀ ਤੁਸਾਂ ਭਰਮ ਵਿੱਚ ਹੀ ਐਸਾ ਲਾ ਦਿੱਤਾ ਹੈ ਕਿ ਮਾਇਆ ਦਾ ਪਰਦਾ ਐਸਾ ਪਾ ਦਿੱਤਾ, ਮਾਇਆ ਨੇ ਭਰਮਾ ਦਿੱਤਾ। ਸੰਸਾਰ ਕੌੜੇ ਨੂੰ ਮਿੱਠਾ ਤੇ ਮਿੱਠੇ ਨੂੰ ਕੌੜਾ ਕਹਿੰਦਾ, ਕੜਵੇ ਕੋ ਮੀਠਾ ਕਹੈ ਮੀਠੇ ਸਹਰ ਨਾ ਜਾਣੈ। ਸੱਚ ਨੂੰ ਝੂਠ, ਝੂਠ ਨੂੰ ਸੱਚ ਕਹਿੰਦਾ ਹੈ। ਪਰਮਾਤਮਾ ਸਥਿਰ ਹੈ, ਉਸ ਨੂੰ ਜਾਣਦਾ ਨਹੀਂ। ਸਰੀਰ ਝੂਠਾ ਤੇ ਇਸ ਨੂੰ ਸੱਚ ਮੰਨ ਕੇ ਬੈਠ ਗਿਆ। ਪਦਾਰਥ ਨਾਸ਼ਵਾਨ ਨੇ ਸੱਚ ਕਰਕੇ ਮੰਨ ਕੇ ਬੈਠ ਗਿਆ। ਇਸੇ ਪ੍ਰਕਾਰ ਹਜ਼ੂਰ ਪ੍ਰਵਚਨ ਫਰਮਾਵਣਾ ਕਰਦੇ ਨੇ, ਗੁਰਬਾਣੀ ਦੁਆਰਾ ਸਾਨੂੰ ਅੰਮ੍ਰਿਤ ਬਚਨਾਂ ਦੁਆਰਾ ਸਿੱਖਿਆ ਦਿੰਦੇ ਨੇ, ਭਾਈ ਦਿਨ ਤੇ ਪਹਿਰ, ਪਹਿਰ ਤੇ ਘੜੀਆਂ ਆਵ ਘਟੈ। ਜਿਹੜੀ ਤੇਰੀ ਉਮਰ ਹੈ ਨਾ ਇਹ ਘਟਦੀ ਜਾ ਰਹੀ ਹੈ। ਜਿਹੜੀ ਤੇਰੀ ਉਮਰ ਹੈ ਇਹ ਤੇ ਘਟਦੀ ਜਾ ਰਹੀ, ਪਰ ਤੂੰ ਸਮਝੀ ਜਾਂਦਾ ਮੈਂ ਵੱਡਾ ਹੋ ਰਿਹਾ। ਸੈਕਿੰਡ ਕਰਕੇ ਮਿੰਟ ਘਟਦੇ ਨੇ, ਮਿੰਟ ਕਰਕੇ ਘੰਟੇ, ਘੰਟਿਆਂ ਕਰਕੇ ਪਹਿਰ, ਪਹਿਰ ਕਰਕੇ ਦਿਨ, ਇਸੇ ਪ੍ਰਕਾਰ ਪਹਿਰਾਂ ਕਰਕੇ ਰਾਤ,
4 ਪਹਿਰਾਂ ਦੀ ਦਿਨ, 4 ਪਹਿਰਾਂ ਦੀ ਰਾਤ ਤੇ 8 ਪਹਿਰਾਂ ਦੀ ਬਣ ਗਈ ਇੱਕ ਥਿੱਤ। 7 ਥਿੱਤਾਂ ਕਰਕੇ ਹਫਤਾ, 4 ਹਫਤਿਆਂ ਕਰਕੇ ਮਹੀਨਾ, ਇਸੇ ਪ੍ਰਕਾਰ 12 ਮਹੀਨਿਆਂ ਕਰਕੇ ਸਾਲ ਤੇ 10 ਸਾਲਾਂ ਕਰਕੇ ਦਹਾਕਾ। ਤੇ ਜਿਹੜੇ ਬਹੁਤੀ ਲੰਮੇਰੀ ਉਮਰਾਂ ਵਾਲੇ ਨੇ 100 ਸਾਲਾਂ ਕਰਕੇ ਇੱਕ ਸਦੀ। ਤੇਰੀ ਜਿਹੜੀ ਉਮਰ ਹੈ ਇਹ ਤੇ ਸੈਕਿੰਡ ਕਰਕੇ, ਮਿੰਟ ਕਰਕੇ ਘਟਦੀ ਹੀ ਜਾ ਰਹੀ ਹੈ। ਦਿਨ ਤੇ ਪਹਿਰ ਤੇ ਘੜੀਆਂ, ਆਪ ਘਟੈ ਤਨ ਸੀਜੈ। ਸਰੀਰ ਤੇਰਾ ਕ੍ਰਿਸ ਹੁੰਦਾ ਜਾ ਰਿਹਾ ਹੈ, ਜੀਰਨ ਹੁੰਦਾ ਜਾ ਰਿਹਾ ਹੈ, ਕਮਜ਼ੋਰ ਹੁੰਦਾ ਜਾ ਰਿਹਾ ਹੈ। ਆਰਬਲਾ ਜਿਹੜੀ ਲੈ ਕਰਕੇ ਆਇਆ ਸੀ ਘਟਦੀ ਜਾ ਰਹੀ ਹੈ। 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ। 24,000 ਖਰਚਾ ਕਿਹੜਾ ਹੈ? ਜਿਹੜੇ 24,000 ਸਵਾਸ ਰਾਤ ਦਿਨ ਦੀ ਸੰਗਿਆ ਕਰਕੇ ਸਰੀਰ ਚੋਂ ਘਟਦੇ ਜਾ ਰਹੇ ਨੇ। ਇਹ ਫੁੱਟੇ ਘੜੇ ਚੋਂ ਪਾਣੀ ਨਿਕਲਦਾ ਹੀ ਜਾ ਰਿਹਾ ਹੈ ਲਗਾਤਾਰ, ਤੇ ਰੋਕਣ ਦਾ ਉਪਾਅ ਵੀ ਕੋਈ ਨਹੀਂ। ਰੋਕਣ ਦਾ ਉਪਾਅ ਕੋਈ ਨਹੀਂ, ਪਰ ਸਫਲਾ ਕਰਨ ਦਾ ਉਪਾਅ ਹੈ। ਇਹ ਤੇ ਪਾਣੀ ਨਿਕਲਣਾ ਹੀ ਨਿਕਲਣਾ ਹੈ, ਸਵਾਸ ਤਾਂ ਸਰੀਰ ਚੋਂ ਨਿਕਲਣੇ ਹੀ ਨਿਕਲਣੇ ਨੇ। ਪਰ ਸਫਲੇ ਕਿਵੇਂ ਹੋਣਗੇ? ਨਾਮ ਨੂੰ ਜਪ ਕਰਕੇ। ਜੇ ਸਿਮਰਨ ਕਰ ਲਵੇ, ਜਿਤਨੇ ਸਵਾਸ ਨਿਕਲਦੇ ਜਾਂਦੇ ਨੇ ਉਹ ਸਫਲੇ ਹੀ ਹੁੰਦੇ ਜਾਣਗੇ, ਸਿਹਤ ਫਲਦੇ ਹੁੰਦੇ ਜਾਣਗੇ, ਸੁਖਦਾਈ ਹੁੰਦੇ ਜਾਣਗੇ। ਸੋ ਹਜ਼ੂਰ ਫਰਮਾਵਣਾ ਕਰਦੇ ਨੇ, ਕਾਲ ਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ ਕੀਜੈ। ਪ੍ਰਾਨੀ ਸੋ ਦਿਨ ਆਵਨ ਲਾਗਾ। ਕਿਹੜਾ ਦਿਨ ਜੀ? ਜਿਹੜਾ ਗਵਾਂਢੀਆਂ ਦੇ ਘਰੇ ਦੇਖਿਆ ਸੀ। ਛੋਟੇ ਬੱਚੇ ਛੱਡ ਕੇ ਬਾਪ ਤੁਰ ਗਿਆ। ਜੇ ਉਹਨਾਂ ਬੱਚਿਆਂ ਦਾ ਬਾਪ ਤੁਰ ਗਿਆ ਤੇ ਯਾਦ ਰੱਖੀ ਤੇਰੇ ਬੱਚੇ ਵੀ ਇੱਕ ਦਿਨ ਛੱਡ ਕੇ ਤੂੰ ਵੀ ਤੁਰ ਜਾਣਾ। ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਆਪਣੇ ਘਰ ਵੀ ਐਵੇਂ ਭਾਣਾ ਵਾਪਰਨ ਵਾਲਾ ਸਮਝ ਕੇ ਹਿਰਦੇ ਅੰਦਰ ਪੱਕੀ ਧਾਰ ਲੈ। ਹਜ਼ੂਰ ਫਰਮਾਵਣਾ ਕਰਦੇ ਨੇ, ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੋਊ ਹੈ ਕਾ। ਮਾਤਾ ਪਿਤਾ ਭੈਣ ਭਰਾ ਸੰਬੰਧੀ ਪੁੱਤਰ ਇਸਤਰੀ ਘਰ ਵਾਲੀ। ਕਹਿਣਾ ਕਰੋ ਖਾਂ, ਕੌਣ ਹੈ ਜਿਹੜਾ ਅੰਤਮ ਸਮੇਂ ਸਹਾਈ ਹੋਵੇ? ਹਰ ਬਿਨ ਕੌਣ ਸਹਾਈ ਮਨ ਕਾ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਹੈ ਭਾਈ ਕੋਈ ਦੂਜਾ ਜਿਹੜਾ ਮਨ ਦੀ ਸਹਾਇਤਾ ਕਰ ਸਕੇ? ਜੀਵ ਆਤਮਾ ਦੀ ਕੋਈ ਸਹਾਇਤਾ ਕਰਨੇ ਵਾਲਾ ਨਹੀਂ। ਹਜ਼ੂਰ ਫਰਮਾਵਣਾ ਕਰਦੇ ਨੇ, ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਹੈ। ਕੇਵਲ ਤਾਂ ਕੇਵਲ ਇੱਕ ਰਮੇ ਹੋਏ ਪ੍ਰਮਾਤਮਾ ਜੀ ਨੇ ਸਹਾਇਤਾ ਕਰਨੀ ਹੈ ਭਾਈ। ਧਿਆਨ ਦੇ ਨਾਲ, ਗਿਆਨ ਬਿਰਤੀ ਦੇ ਨਾਲ ਤੱਕਣਾ ਕਰ। ਆਉਦ ਘਟਾ ਦਿਨ ਸੁਰੈ ਨਾਰੇ। ਕੀਰਤਨ ਸੁਹਿਲਾ ਗੁਰਬਾਣੀ ਵਿੱਚ ਪਾਠ ਆਇਆ ਹੈ ਰਹਿ ਨਾਰੇ, ਅਣਾਣਾ ਅੱਖਰ ਦੇ ਨਾਲ। ਇਥੇ ਤੀਸਰਾ ਭੇਦ ਇਹ ਹੈ, ਪਾਠ ਆਇਆ ਨੰਨੇ ਦੇ ਨਾਲ ਰਹਿ ਨਾਰੇ। ਅਰਥ ਦੋਵਾਂ ਦਾ ਇੱਕ ਹੈ। ਰਾਤ ਜਿਹੜੀ ਤੇਰੀ ਆਉਦ ਜ਼ਿੰਦਗੀ ਰੂਪੀ ਰਾਤ ਹੈ ਨਾ, ਇਵੇਂ ਜਾਣ ਲੈ ਕਿ ਜਿਵੇਂ ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਨ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੇ ਜਿਉ ਜਿਉ ਆਉਦ ਵਿਹਾਣੀਆਂ। ਉਮਰਾ ਰੂਪੀ ਰਾਤ ਜਿਨ੍ਹਾਂ ਜਿਨ੍ਹਾਂ ਦੀ ਬਤੀਤ ਹੁੰਦੀ ਹੈ, ਤੁਰੇ ਜਾਂਦੇ ਨੇ। ਸੰਸਾਰ ਸਰਾਂ ਵਰਗਾ ਹੈ ਤੇ ਸਰਾਂ ਦੇ ਵਿੱਚ ਆ ਕਰਕੇ ਯਾਤਰੀ ਠਹਿਰ ਜਾਵੇ ਤੇ ਸਦਾ ਵਾਸਤੇ ਸਦੀਆਂ ਤੱਕ ਤੇ ਨਹੀਂ ਨਾ ਰਹਿ ਸਕਦਾ। ਰਹਿਣ ਬਸੇਰਾ ਹੁੰਦਾ, ਰਾਤ ਕੱਟੀ ਤੇ ਅੱਗੇ ਚੱਲ ਪਿਆ। ਇਹ ਜਿਹੜਾ ਸੰਸਾਰ ਇਹ ਰਹਿਣ ਬਸੇਰਾ ਸਰਾਂ ਵਰਗਾ ਹੈ। ਤੇ ਰਾਤ ਕਿਹੜੀ ਹੈ? ਜਿਹੜੀ ਵਾਹਿਗੁਰੂ ਜੀ ਤੋਂ ਉਮਰ ਪ੍ਰਾਪਤ ਹੋਈ ਹੈ। ਉਮਰਾ ਰੂਪੀ ਰਾਤ ਹੈ ਜਿਸ ਵੇਲੇ ਕਾਲ ਰੂਪੀ ਦਿਨ ਚੜ੍ਹਨਾ ਹੈ, ਮੌਤ ਰੂਪੀ ਸੂਰਜ ਚੜ੍ਹਨਾ ਹੈ ਤੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਜਾਣਾ। ਜਦੋਂ ਰਾਤ ਮੁੱਕ ਗਈ, ਅਸਤ ਉਦੋਤ ਭਇਆ ਉੱਠ ਚੱਲੇ ਜਿਉ ਜਿਉ ਆਉਦ ਵਿਹਾਣੀਆਂ। ਤਾਂ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਤੇਰੀ ਆਉਦ ਜਿਹੜੀ ਉਮਰਾ ਹੈ ਰਾਤ ਦਿਨ ਦੀ ਸੰਗਿਆ ਕਰਕੇ ਨਿਤਾ ਪ੍ਰਤੀ ਹਰ ਰੋਜ਼ ਘਟਦੀ ਹੀ ਘਟਦੀ ਜਾ ਰਹੀ ਹੈ। ਮਨ ਗੁਰ ਮਿਲ ਕਾਜ ਸਵਾਰੇ। ਹੇ ਮੇਰਿਆ ਮਨਾ, ਧਿਆਨ ਮਾਰ, ਤੇਰਾ ਕਿਸੇ ਹੋਰ ਨੇ ਸਹਾਈ ਬਣਨਾ ਨਹੀਂ। ਇਸ ਕਰਕੇ ਗੁਰ ਮੇਲੇ, ਲੱਲੇ ਨੂੰ ਸਿਹਾਰੀ ਮਿਲ ਕਰਕੇ, ਸਤਿਗੁਰੂ ਜੀ ਦੀ ਸੰਗਤ ਵਿੱਚ ਮਿਲ ਕਰਕੇ, ਸਤਿਗੁਰੂ ਜੀ ਦੇ ਮਿਲਾਪ ਵਿੱਚ ਮਿਲ ਕਰਕੇ ਆਪਣੇ ਜਿਹੜੇ ਕਾਜ ਸਵਾਰੇ, ਜਨਮ ਰੂਪੀ ਕਾਰਜ ਨੂੰ ਸਵਾਰ ਲੈਣਾ ਕਰ, ਜਨਮ ਨੂੰ ਸਫਲਾ ਕਰ ਲੈਣਾ ਕਰ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਨਾਮ ਜਪਣ ਰੂਪੀ ਲਾਹਾ ਲੈਣ ਆਇਆ ਸੀ ਨਾ, ਜਨਮ ਸਫਲਾ ਕਰਨ ਰੂਪੀ ਲਾਹਾ ਲੈਣ ਆਇਆ ਸੀ ਨਾ। ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਕਿਹੜੇ ਖੋਟੇ ਧੰਦੇ ਧੰਧਾਰਾ ਚ ਲੱਗ ਗਿਆ, ਵਾਹਿਗੁਰੂ ਜੀ ਦਾ ਨਾਮ ਹੀ ਵਿਸਰ ਗਿਆ। ਤੇਰੀ ਜ਼ਿੰਦਗੀ ਰੂਪੀ ਰਾਤ ਮੁੱਕਦੀ ਜਾਂਦੀ ਹੈ। ਤੇ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਜ਼ਿੰਦਗੀ ਰੂਪੀ ਰਾਤ ਸਫਲੀ ਤਾਂ ਹੋਵੇਗੀ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਆਪਣੇ ਜਨਮ ਰੂਪੀ ਕਾਰਜ ਨੂੰ ਸਵਾਰ ਲੈ। ਇਸੇ ਹੀ ਪ੍ਰਕਾਰ ਮਨ ਗੁਰ ਮਿਲ ਕਾਜ ਸਵਾਰੇ। ਮਨ ਹੈ ਭਾਈ, ਹੈ ਪਿਆਰੇ, ਆ ਕਰਕੇ ਸਤਿਗੁਰੂ ਜੀ ਦੀ ਸੰਗਤ ਵਿੱਚ ਮਿਲਣਾ ਕਰ ਤੇ ਮਿਲ ਕਰਕੇ ਸਤਿਗੁਰੂ ਜੀ ਦੇ ਨਾਲ ਮਿਲਾਪ ਕਰਕੇ ਆਪਣੇ ਲੋਕ ਅਤੇ ਪਰਲੋਕ ਦੇ ਸਾਰੇ ਹੀ ਕਾਰਜਾਂ ਨੂੰ ਸਵਾਰ ਲੈਣਾ ਕਰ।
ਸਤਿਗੁਰੂ ਜੀ ਨੂੰ ਮੇਲ ਮਿਲਣਾ ਕਰੇਗਾ। ਸਤਿਗੁਰੂ ਜੀ ਥੇਰ ਕਰ ਬੈਸਹੁ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਤੇਰੇ ਵਿੱਚ ਬਲ ਨਹੀਂ ਕਿ ਆਪਣਾ ਕਾਰਜ ਸਵਾਰ ਸਕੇ, ਆਪਣਾ ਜਨਮ ਸਵਾਰ ਸਕੇ। ਇਸ ਕਰਕੇ ਗੁਰ ਮਿਲ, ਸਤਿਗੁਰੂ ਜੀ ਨੂੰ ਆ ਕਰਕੇ ਮਿਲਣਾ ਕਰ। ਸਤਿਗੁਰੂ ਜੀ ਤੇਰਾ ਮਨੁੱਖਾ ਜਨਮ ਰੂਪੀ ਕਾਰਜ ਸਵਾਰ ਦੇਣਗੇ, ਤੈਨੂੰ ਸਫਲਾ ਕਰ ਦੇਣਗੇ। ਰਹਾਉ ਵਿਸ਼ਰਾਮ ਦੇ ਕਰਕੇ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਨ ਕਰਦੇ ਹਨ ਜੀ। ਕਰੋ ਬੇਨਤੀ ਸੁਨਹੁ ਮੇਰੇ ਮੀਤਾ। ਸੋ ਇਥੇ ਪਾਠ ਲਿਖਤੀ ਰੂਪ ਦੇ ਅੰਦਰ ਬੇਨਤੀ ਆਇਆ, ਪਰ ਜਿਹੜਾ ਸ਼ੁੱਧ ਪਾਠ ਉਹ ਬੇਨੰਤੀ ਹੈ। ਬੱਬੇ ਲਾਂ ਨੰਨੇ ਟਿੱਪੀ ਤੱਤੇ ਬਿਹਾਰੀ। ਇਸ ਪ੍ਰਕਾਰ ਜਦੋਂ ਉਤਾਰੇ ਕੀਤੇ ਜਾਂਦੇ ਤੇ ਕਈ ਵਾਰ ਲਗ ਮਾਤਰ ਸੁਧਾਈ ਵੇਲੇ ਵੀ ਰਹਿ ਜਾਂਦੀ ਤੇ ਇਸ ਨੂੰ ਫਿਰ ਪਾਠੰਤਰ ਬੋਲਿਆ ਜਾਂਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਤੈਨੂੰ ਅਸੀਂ ਨਿਮਰਤਾ ਪੂਰਵਕ ਬੇਨਤੀ ਭਾਵ ਉਪਦੇਸ਼ ਦੇਣਾ ਕਰਦੇ ਆਂ, ਨਿਮਰਤਾ ਦੇ ਨਾਲ ਸਹਿਤ ਪਿਆਰ ਦੇ ਉਪਦੇਸ਼ ਦੇਣਾ ਕਰਦੇ ਆਂ। ਸੁਨੋ ਮੇਰੇ ਮੀਤਾ, ਹੇ ਮੇਰੇ ਮਿੱਤਰੋ, ਹੇ ਗੁਰਸਿੱਖੋ, ਗੁਰੂ ਕੇ ਪਿਆਰਿਓ, ਗੁਰੂ ਕੇ ਨਿਮਰਤਾ ਭਰੇ ਉਪਦੇਸ਼ ਨੂੰ ਸੁਣ ਲੈਣਾ ਕਰੋ। ਇਸੇ ਹੀ ਪ੍ਰਕਾਰ ਕਰੋ ਬੇਨਤੀ ਸੁਨਹੁ ਮੇਰੇ ਮੀਤਾ। ਹੇ ਮੀਤਾ ਮਿੱਤਰੋ, ਕਰੋ ਬੇਨਤੀ ਤੇ ਇਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਸਦਾ ਹੀ ਬੇਨਤੀਆਂ ਕਰਦੇ ਰਹੋ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ, ਇਹੋ ਸਦਾ ਬੇਨਤੀਆਂ ਕਰਦੇ ਹੀ ਰਹੋ। ਸੁਨੋ ਕੰਨਾਂ ਦੇ ਨਾਲ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਸਤ ਸੰਗਤ ਦੁਆਰਾ ਸਦਾ ਸੁਣਦੇ ਹੀ ਰਹੋ। ਤੇ ਇਸ ਪ੍ਰਕਾਰ ਵਾਹਿਗੁਰੂ ਜੀ ਨੂੰ ਬੇਨਤੀਆਂ ਕਰਦੇ ਰਹੋ। ਮੇਰੇ ਮੀਤਾ, ਮੇਰੇ ਸੱਜਣ, ਲੋਕ ਪਰਲੋਕ ਦੇ ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪ੍ਰਗਾਸ। ਹੇ ਮੇਰੇ ਮਿੱਤਰ ਸਤਿਗੁਰੂ ਜੀ, ਕਿਰਪਾਲਤਾ ਕਰਕੇ ਹਿਰਦੇ ਦੇ ਅੰਦਰ ਨਾਮ ਦਾ ਪ੍ਰਕਾਸ਼ ਕਰ ਦਿਓ। ਇਵੇਂ ਕੰਨਾਂ ਦੇ ਨਾਲ ਬਾਣੀ ਸੁਣਦਿਆਂ, ਜ਼ੁਬਾਨ ਦੇ ਨਾਲ ਜਸ ਉਚਾਰਨ ਕਰਦਿਆਂ ਸਦਾ ਬੇਨਤੀਆਂ ਕਰਦੇ ਰਹੋ। ਸੰਤ ਟਹਿਲ ਕੀ ਬੇਲਾ। ਤੇ ਭਾਈ ਇਹ ਜਿਹੜਾ ਮਨੁੱਖਾ ਜਨਮ ਹੈ ਨਾ, ਇਹ ਸੰਤ ਜਨਾਂ ਦੀ ਟਹਿਲ, ਟਹਿਲ ਤੋਂ ਭਾਵ ਹੈ ਸੇਵਾ। ਸੇਵਾ ਕਰਨੇ ਕੀ ਬੇਲਾ, ਬੇਲਾ ਤੋਂ ਭਾਵ ਹੈ ਵੇਲਾ। ਇਹ ਮਨੁੱਖਾ ਜਨਮ ਰੂਪੀ ਵੇਲਾ, ਮਨੁੱਖਾ ਜਨਮ ਰੂਪੀ ਸਮਾਂ ਜਿਹੜਾ ਤੈਨੂੰ ਪ੍ਰਾਪਤ ਹੋਇਆ ਨਾ, ਇਹ ਸੰਤ ਜਨਾਂ ਦੀ ਸੇਵਾ ਕਰਨੇ ਦਾ ਸਮਾਂ ਹੈ। ਸੰਤ ਜਨਾਂ ਦੀ ਸੇਵਾ ਕਰਕੇ, ਤਿੰਨਾਂ ਦੀ ਸ਼ਰਨ ਦੇ ਵਿੱਚ ਰਹਿ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲ ਕਰ ਲੈਣਾ ਕਰ। ਇਹਾਂ ਖਾਟ ਚਲਹੁ ਹਰ ਲਾਹਾ। ਸੋ ਗਰੀਬ ਨਿਵਾਜ ਸੰਤ ਜਨਾਂ ਦੀ ਸ਼ਰਨ ਵਿੱਚ ਪੈਣ ਦੇ ਨਾਲ, ਸੇਵਾ ਕਰਨੇ ਦੇ ਨਾਲ ਪ੍ਰਾਪਤ ਕੀ ਹੋਵੇਗਾ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਸੰਤ ਜਨਾਂ ਦੀ ਸੇਵਾ ਕਰੇਗਾ ਤੇ ਸੰਤ ਜਨ ਤੇਰੇ ਹਿਰਦੇ ਦੇ ਅੰਦਰ ਨਾਮ ਦਾ ਪਿਆਰ ਪੈਦਾ ਕਰ ਦੇਣਗੇ। ਸੰਤ ਜਪਾਵੈ ਨਾਮ। ਫਿਰ ਤਿੰਨਾਂ ਦੀ ਸ਼ਰਨ ਵਿੱਚ ਰਹਿੰਦਿਆਂ ਹੋਇਆਂ ਈਹਾ ਖਾਟ ਚੱਲਹੁ ਹਰ ਲਾਹਾ। ਇਥੇ ਨਾਮ ਜਪ ਕਰਕੇ ਤੇ ਕਮਾਈ ਕਰਨੇ ਰੂਪੀ, ਬੰਦਗੀ ਕਰਨੇ ਰੂਪੀ, ਵਾਹਿਗੁਰੂ ਜੀ ਦਾ ਸਿਮਰਨ ਕਰਨੇ ਰੂਪੀ ਲਾਹਾ ਖੱਟ ਕਰਕੇ, ਖੱਟੀ ਕਰਕੇ, ਕਮਾਈ ਕਰਕੇ ਇਸ ਲੋਕ ਤੋਂ ਚੱਲਣਾ ਕਰੋਗੇ। ਆਗੇ ਬਸਨ ਸੁਹੇਲਾ। ਤੇ ਅੱਗੇ ਦਰਗਾਹ ਦੇ ਅੰਦਰ ਸੁਹੇਲਾ ਸਹਿਤ ਸੁੱਖਾਂ ਦੇ ਵਾਸਾ ਹੋਵੇਗਾ। ਜੇ ਤੇ ਇਥੇ ਨਾਮ ਨਹੀਂ ਜਪਿਆ ਤੇ ਯਾਦ ਰੱਖਿਓ, ਦਰਗਾਹ ਵਿੱਚ ਥਾਂ ਕੋਈ ਨਹੀਂ ਮਿਲਣੀ। ਤੇ ਜੇ ਇਥੇ ਸਤ ਸੰਗਤ ਕਰਦਿਆਂ ਹੋਇਆਂ ਜਪਣਾ ਕਰੋਗੇ ਸਤਨਾਮ ਸ੍ਰੀ ਵਾਹਿਗੁਰੂ, ਤੇ ਫਲ ਇਹ ਪ੍ਰਾਪਤ ਹੋਵੇਗਾ, ਆਗੈ ਬਸਨ ਸੁਹੇਲਾ। ਅੱਗੇ ਦਰਗਾਹ ਦੇ ਅੰਦਰ ਗੁਰ ਪਰਮੇਸ਼ਰ ਜੀ ਦੇ ਚਰਨਾਂ ਦੇ ਅੰਦਰ ਸਹਿਤ ਸੁੱਖਾਂ ਦੇ ਨਿਵਾਸ ਹੋਵੇਗਾ, ਵਾਸਾ ਹੋਵੇਗਾ। ਇਹੋ ਸੰਸਾਰ ਬਿਕਾਰ ਸੰਸੇ ਮਹਿ। ਇਹੋ ਸੰਸਾਰ ਬਿਕਾਰ ਸਹਸੇ ਮਹਿ। ਸਾਧ ਸੰਗਤ ਜੀ, ਇਥੇ ਜਿਹੜਾ ਪਾਠ ਹੈ ਅਸਲ ਦੇ ਵਿੱਚ ਸਹਸੇ ਮਹਿ ਪਾਠ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 205 ਅੰਗ ਤੇ ਜਿਹੜਾ 13 ਅੰਗ ਤੇ ਉਥੇ ਪਾਠ ਹੈ ਸੰਸੇ ਮਹਿ। ਇਹ ਵੀ ਪਾਠ ਦਾ ਭੇਦ ਹੈ। ਜਿਵੇਂ ਪਹਿਲਾਂ ਬੇਨਤੀ ਕੀਤੀ, ਉਥੇ ਦੇ ਤੇ ਇਥੇ ਦੇ ਸ਼ਬਦ ਵਿੱਚ 7 ਭੇਦ ਨੇ ਜਿਹੜੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਆਪ ਰੱਖੇ ਨੇ। ਅਰਥ ਦੋਵਾਂ ਦਾ ਸਹਸਾ ਤੇ ਸੰਸਾ ਇੱਕ ਹੀ ਹੈ। ਇਹ ਜਿਹੜਾ ਸੰਸਾਰ ਹੈ ਨਾ, ਸਾਰੇ ਸੰਸਾਰ ਦੇ ਜਿਹੜੇ ਲੋਕ ਨੇ ਵਿਕਾਰਾਂ ਨੂੰ ਭੋਗਣ ਦੇ ਵਿੱਚ ਤੇ ਸੰਸਿਆਂ ਦੇ ਵਿੱਚ ਲੱਗ ਕਰਕੇ ਗਲਤਾਨ ਹੋ ਰਹੇ ਨੇ। ਵਿਕਾਰਾਂ ਨੂੰ ਛੱਡਦੇ ਨਹੀਂ, ਹਿਰਦੇ ਦੇ ਸੰਸੇ ਨਿਕਲਦੇ ਨਹੀਂ। ਸੰਸਾ ਕੀ ਪਿਆ ਹੋਇਆ ਜੀ, ਆਹ ਜੱਗ ਮਿੱਠਾ ਅਗਲਾ ਕਿਹਨੇ ਡਿਠਾ। ਸੰਸਾ ਕੀ ਆ, ਜਦ ਤੱਕ ਮੈਂ ਜਿਉਂਦਾ ਮੇਰੇ ਪੁੱਤ ਪੋਤਰੇ ਤਾਂ ਹੀ ਪਲਦੇ ਨੇ, ਸ਼ਾਇਦ ਮੇਰੇ ਪਿੱਛੋਂ ਤੇ ਭੁੱਖੇ ਹੀ ਨਾ ਮਰ ਜਾਣ। ਸੰਸਾ ਕੀ ਹੈ, ਜਿਉਂਦੇ ਜੀ ਇਹਨਾਂ ਸਭਨਾਂ ਦੀ ਸੈਟਲਮੈਂਟ ਕਰ ਦੇਵਾਂ, ਸਭਨਾਂ ਨੂੰ ਸੈੱਟ, ਕਾਰੋਬਾਰ ਵਿਵਹਾਰ ਸੈੱਟ ਕਰ ਦੇਵਾਂ। ਤੇ ਜੇ ਪੋਤੀ ਮੇਰੇ ਸੈੱਟ ਨਾ ਹੋਏ ਤੇ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ। ਪਿਆਰਿਆ, ਜੇ ਤੇਰੇ ਪੁੱਤ ਹਜ਼ਾਰਾਂ ਲੱਖਾਂ ਰੋਜ਼ ਕਮਾ ਲੈਣਗੇ ਤੇ ਫਿਰ ਤੇਰੇ ਮਨ ਨੂੰ ਅੱਜ ਸ਼ਾਂਤੀ ਮਿਲ ਜੂ?
ਇਹਨਾਂ ਦੇ ਹਜ਼ਾਰਾਂ ਜਾਂ ਕਮਾਏ ਹੋਏ ਲੱਖਾਂ ਤੈਨੂੰ ਨਰਕਾਂ ਚੋਂ ਕੱਢ ਲਿਆਉਣਗੇ। ਜਿਹੜੀ ਸ਼ਾਂਤੀ ਮਿਲਣੀ ਸੀ ਨਾਮ ਦੇ ਨਾਲ, ਪ੍ਰਾਪਤੀ ਹੋਣੀ ਸੀ ਨਾਮ ਸਿਮਰਨ ਭਜਨ ਬੰਦਗੀ ਦੇ ਨਾਲ, ਸੰਸਾ ਇਹ ਪੈ ਗਿਆ ਜੇ ਪੁੱਤ ਸੁਖੀ ਵਸਦੇ ਹੋਣਗੇ ਤੇ ਵੇਖ ਕੇ ਮੇਰਾ ਕਲੇਜਾ ਠੰਡਾ ਹੋਊਗਾ। ਜਿਹੜੀ ਠੰਡ ਨਾਮ ਦੇ ਨਾਲ ਪ੍ਰਾਪਤ ਹੋਣੀ ਸੀ ਇਹ ਕਾਗਜ਼ਾਂ ਦੇ ਟੁਕੜਿਆਂ ਚੋਂ ਭਾੜਦਾ ਫਿਰਦਾ, ਇਹ ਸੰਸਾ ਹੀ ਆ ਨਾ ਮੰਨਦਾ। ਮੇਰੇ ਪੁੱਤ ਦੇ ਘਰ ਪੁੱਤ ਪੈਦਾ ਹੋ ਜਾਵੇ, ਪੋਤੇ ਨੂੰ ਖੜਾ ਲਵਾਂ, ਮੇਰਾ ਮਨ ਠੰਡਾ ਹੋ ਜਾਊਗਾ। ਮੇਰੀ ਧੀ ਦੇ ਘਰੇ ਪੁੱਤ ਹੋ ਜਾਵੇ, ਧੀ ਦੇ ਘਰੇ ਧੀਆਂ ਨੇ ਪੁੱਤ ਨਹੀਂ, ਧੀ ਨੂੰ ਵੀ ਰੱਬ ਪੁੱਤ ਦੇਵੇ, ਮੇਰੀ ਆਤਮਾ ਸੁਖੀ ਹੋ ਜਾਵੇਗੀ। ਮਾਤਾ ਪਿਤਾ ਦੀ ਮੁਆਫ ਕਰਨਾ ਐਸੇ ਸੰਸਿਆਂ ਦੇ ਸਹਿਤ ਭਾਵਨਾ ਬਣੀ ਹੁੰਦੀ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ ਸੰਸਾਰ ਵਿਸ਼ੇ ਵਿਕਾਰਾਂ ਦੇ ਅੰਦਰ ਗਲਤਾਨ ਆ, ਸੰਸਿਆਂ ਦੇ ਅੰਦਰ ਡੁੱਬਿਆ ਪਿਆ ਹੈ ਇਸੇ ਹੀ ਪ੍ਰਕਾਰ। ਇਹੋ ਸੰਸਾਰ ਵਿਕਾਰ ਸੰਸੇ ਮੈਂ ਹੈ। ਇਹ ਜਿਹੜਾ ਸੰਸਾਰ ਹੈ ਨਾ ਇਹ ਵਿਕਾਰਾਂ ਦਾ ਤੇ ਸੰਸਿਆਂ ਦਾ ਸਾਗਰ ਹੈ, ਵਿਸ਼ੇ ਵਿਕਾਰਾਂ ਦਾ ਸਾਗਰ ਹੈ, ਪਦਾਰਥਾਂ ਰੂਪੀ ਜਲ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਇਸ ਦੇ ਅੰਦਰ ਮਗਰਮੱਛ ਨੇ। ਆਸਾ ਤੇ ਤ੍ਰਿਸ਼ਨਾ ਇਸ ਦੇ ਵਿੱਚ ਵੇਲ ਅਤੇ ਸ਼ਾਰਕ ਨੇ ਜਿਹੜੀਆਂ ਸ਼ੁਭ ਗੁਣਾਂ ਨੂੰ ਖਾ ਜਾਂਦੀਆਂ ਹਨ। ਤਰਿਓ ਬ੍ਰਹਮ ਗਿਆਨੀ। ਸੋ ਗਰੀਬ ਨਿਵਾਜ ਐਸੇ ਭਿਆਨਕ ਪਦਾਰਥਾਂ ਦੇ ਭਰੇ ਸਾਗਰ ਤੋਂ ਤਰਿਆ ਕਿਵੇਂ ਜਾਵੇ? ਤੇ ਹਜ਼ੂਰ ਫਰਮਾਉਂਦੇ ਨੇ ਤਰਿਓ ਬ੍ਰਹਮ ਗਿਆਨੀ। ਭਾਈ ਸਾਰੇ ਨਹੀਂ ਤਰਦੇ। ਜਿਸ ਨੂੰ ਪਾਰ ਬ੍ਰਹਮ ਪਰਮੇਸ਼ਰ ਜੀ ਦਾ ਗਿਆਨ ਹਿਰਦੇ ਦੇ ਅੰਦਰ ਪੂਰੇ ਸਤਿਗੁਰੂ ਜੀ ਨੇ ਬਖਸ਼ ਦਿੱਤਾ ਨਾ, ਉਹੀ ਗਿਆਨ ਅਵਸਥਾ ਵਾਲੇ ਅਧਿਕਾਰੀ ਤਰਦੇ ਨੇ। ਤਰਿਓ ਬ੍ਰਹਮ ਗਿਆਨੀ, ਜਿਨ੍ਹਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਜੀ ਦਾ ਗਿਆਨ ਹਿਰਦੇ ਦੇ ਅੰਦਰ ਪ੍ਰਗਟ ਹੋ ਆਇਆ ਹੈ, ਉਹ ਬ੍ਰਹਮ ਗਿਆਨੀ ਤਰਦੇ ਨੇ। ਬਾਕੀ ਸੰਸਾਰ ਦੇ ਜੀਵ ਵਿਕਾਰਾਂ ਦੇ ਵਿੱਚ ਤੇ ਸੰਸਿਆਂ ਦੇ ਵਿੱਚ ਡੁੱਬਦੇ ਹੀ ਜਾਂਦੇ ਨੇ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਸੰਸਾਰ ਨੂੰ ਅਗਨੀਬਨ ਵੀ ਆਖਿਆ ਤੇ ਅਗਨੀ ਦਾ ਸਾਗਰ ਵੀ ਆਖਿਆ ਹੈ। ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਦਰ ਹਰ ਨਾਗਰ। ਚਰਨ ਕਮਲ ਸਰਨਾਏ ਨਾਰਾਇਣ, ਦੀਨਾਨਾਥ ਭਗਤ ਪਰਾਇਣ। ਅਨਾਥਾਨਾਥ ਭਗਤ ਪੈ ਮੇਟਨ, ਸਾਧ ਸੰਗ ਜਮਦੂਤ ਨਾ ਭੇਟਨ। ਇਹ ਤੇ ਸਾਧ ਸੰਗਤ ਹੀ ਆ ਇਹਨਾਂ ਜਮਾਂ ਤੋਂ ਬਚਾਉਣ ਵਾਲੀ। ਨਹੀਂ ਤਾਂ ਇਸੇ ਪ੍ਰਕਾਰ ਪਦਾਰਥਾਂ ਰੂਪੀ ਜਲ ਹੈ ਤੇ ਜਿਹੜੀ ਤ੍ਰਿਸ਼ਨਾ ਹੈ ਨਾ ਪਦਾਰਥਾਂ ਨੂੰ ਇਕੱਠੇ ਕਰਨ ਵਾਲੀ, ਇਹ ਬੜਵਾ ਅਗਨ ਹੈ। ਜਿਹੜੀ ਬੜਵਾ ਅਗਨ ਹੁੰਦੀ ਹੈ ਸਾਗਰ ਦੇ ਅੰਦਰ, ਲੱਖਾਂ ਕਰੋੜਾਂ ਮਨ ਟਨ ਜਾਂ ਕਿਊਸਕ ਪਾਣੀ ਹਰ ਰੋਜ਼ ਸਮੁੰਦਰ ਦੇ ਅੰਦਰ ਹੀ ਸਾੜ ਦਿੰਦੀ ਹੈ, ਭਸਮ ਕਰ ਦਿੰਦੀ ਹੈ। ਇਸੇ ਪ੍ਰਕਾਰ ਆਸ਼ਾ ਤ੍ਰਿਸ਼ਨਾ ਦੀ ਅੰਦਰ ਬੜਵਾ ਅਗਨੀ ਲੱਗੀ ਹੋਈ ਹੈ, ਬੜਵਾ ਨਾਲ ਲੱਗੀ ਹੋਈ ਹੈ। ਤੇ ਹਜ਼ੂਰ ਫਰਮਾਵਦੇ ਨੇ ਇਸ ਅਗਨੀ ਦੇ ਸੰਸਾਰ ਸਾਗਰ ਤੋਂ ਤਰਦਾ ਕੌਣ ਹੈ? ਤਰਿਓ ਬ੍ਰਹਮ ਗਿਆਨੀ। ਜਦ ਤੱਕ ਬ੍ਰਹਮ ਜੀ ਦਾ ਗਿਆਨ ਨਹੀਂ ਹੁੰਦਾ ਉਦੋਂ ਤੱਕ ਜੀਵ ਦਾ ਉਧਾਰ ਨਹੀਂ ਹੁੰਦਾ ਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਹੀ ਕੀਤੀ ਹੈ ਨਾ, ਸਾਨੂੰ ਬ੍ਰਹਮ ਵਿਦਿਆ ਬਖਸ਼ ਦਿੱਤੀ। ਸਾਧ ਸੰਗਤ ਜੀ, ਇਹ ਜਿਹੜੀ ਗੁਰਬਾਣੀ ਹੈ ਇਹ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਨਾਲ ਮਿਲਾਉਣ ਵਾਲੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਵਿਦਿਆ, ਇਹ ਬ੍ਰਹਮ ਵਿਦਿਆ ਹੈ। ਹਿਰਦੇ ਦੇ ਅੰਦਰ ਬ੍ਰਹਮ ਦਾ ਪ੍ਰਕਾਸ਼ ਕਰਦੀ ਹੈ। ਇਹ ਬ੍ਰਹਮ ਦੇ ਨਾਲ ਮਿਲਾਉਣ ਵਾਲੀ ਵਿਦਿਆ ਹੈ। ਜਿਹੜੇ ਪੰਜ ਬਾਣੀਆਂ ਵੀ ਹਰ ਰੋਜ਼ ਪੜ੍ਹਦੇ ਨੇ, ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਨੇ ਜਾਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨੇ, ਸਭਨਾਂ ਦਾ ਮਹਾਤਮ ਹੈ ਨਾ। ਪੰਜ ਬਾਣੀਆਂ ਅੰਮ੍ਰਿਤ ਵੇਲੇ, ਸੋਦਰ ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ, ਕੀਰਤਨ ਸੋਹਿਲੇ ਦਾ ਪਾਠ ਭਟਕਣ ਨਹੀਂ ਦਿੰਦਾ। ਸੁਖਮਨੀ ਸਾਹਿਬ ਜੀ ਦਾ ਪਾਠ ਰੋਜ਼ ਕਰੀਏ, 24,000 ਸਵਾਸ ਸਫਲੇ ਹੁੰਦੇ ਨੇ। ਤੇ ਆਸਾ ਜੀ ਦੀ ਵਾਰ ਰੋਜ਼ ਪੜ੍ਹੀਏ। ਸ਼ਲੋਕ ਮਹੱਲੇ ਤੇ ਪੌੜੀਆਂ ਗਿਣ ਕੇ ਦੇਖ ਲਿਓ, ਗਿਣਤੀ 84 ਬਣਦੀ ਹੈ। ਤੇ ਜਿਹੜਾ ਹਰ ਰੋਜ਼ ਆਸਾ ਜੀ ਦੀ ਵਾਰ ਦਾ ਪਾਠ ਅਥਵਾ ਕੀਰਤਨ ਕਰਦਾ ਜਾਂ ਸਰਵਣ ਕਰਦਾ, 84 ਲੱਖ ਦੇ ਗੇੜੇ 'ਚ ਹੀ ਨਹੀਂ ਆਉਂਦਾ। ਇਹ ਸਤਿਗੁਰੂ ਜੀ ਨੇ ਬ੍ਰਹਮ ਵਿਦਿਆ ਬਖਸ਼ੀ ਏ, ਬ੍ਰਹਮ ਜੀ ਦੇ ਨਾਲ ਮਿਲਾਉਣ ਵਾਲੀ। ਜਿਹੜੇ ਬ੍ਰਹਮ ਦੇ ਨਾਲ ਮਿਲਾਉਣ ਵਾਲੀ ਬ੍ਰਹਮ ਵਿਦਿਆ ਨੂੰ ਪੜ੍ਹਦੇ ਨੇ ਅਥਵਾ ਬ੍ਰਹਮ ਗਿਆਨੀ ਨੇ, ਉਹੀ ਉਹ ਸੰਸਾਰ ਸਾਗਰ ਤੋਂ ਤਰਦੇ ਹਨ ਜੀ। ਜਿਸ ਹੈ ਜਗਾਏ ਪੀਆਏ ਹਰ ਰਸ। ਕੀਰਤਨ ਸੋਹਿਲਾ ਦੇ ਅੰਦਰ ਇਥੇ ਪਾਠ ਹੈ, ਜਿਸ ਹੈ ਜਗਾਏ ਪੀਆਵਾ ਇਹੋ ਰਸ। ਇਥੇ ਪਾਠ ਆਉਂਦਾ ਹਰ ਰਸ, ਇਹ ਵੀ ਭੇਦ ਹੈ। ਜਿਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਗਿਆਨਤਾ ਦੀ, ਅਵਿਦਿਆ ਦੀ, ਮੋਹ ਦੀ, ਮਾਇਆ ਦੀ ਨੀਂਦ ਦੇ ਵਿੱਚੋਂ ਜਗਾਏ, ਜਗਾ ਦਿੰਦੇ ਨੇ। ਫਿਰ ਗਿਆਨ ਜਾਗਰਤ ਅਵਸਥਾ ਦੇ ਅੰਦਰ ਪੀਆਏ ਹਰ ਰਸ। ਹਰੀ ਪ੍ਰਮਾਤਮਾ ਜੀ ਦਾ ਨਾਮ ਰਸ ਆਪਣੇ ਅੰਮ੍ਰਿਤ ਉਪਦੇਸ਼ਾਂ ਦੇ ਨਾਲ ਪਿਆਉਂਦੇ ਨੇ। ਭਾਵ ਅੰਮ੍ਰਿਤ ਉਪਦੇਸ਼ਾਂ ਦੀ ਦਾਤ ਬਖਸ਼ਿਸ਼ ਕਰਨਾ ਕਰਦੇ ਹਨ। ਅਕਥ ਕਥਾ ਤਿਨ ਜਾਨੀ। ਅਕਥ ਪ੍ਰਮਾਤਮਾ ਜੀ ਦੇ ਮਿਲਾਪ ਦੀ ਪਿਆਰ ਰੂਪੀ ਕਥਾ ਨੂੰ ਤਿੰਨਾਂ ਨੇ ਹੀ ਜਾਣਨਾ ਕੀਤਾ ਏ। ਬਾਕੀ ਥੋੜਾ ਜਾਣਦੇ ਵਾਹਿਗੁਰੂ ਜੀ ਦੇ ਮਿਲਾਪ ਦੇ ਆਨੰਦ ਨੂੰ। ਇਹ ਤਾਂ ਸਤਿਗੁਰੂ ਜੀ ਕਿਰਪਾਲਤਾ ਕਰਕੇ ਅਵਿਦਿਆ ਅਗਿਆਨਤਾ ਦੀ ਨੀਂਦ ਚੋਂ ਜਗਾ ਦਿੰਦੇ ਨੇ, ਬਿਰਤੀ ਜਿਉਂਦੀ ਕਰ ਦਿੰਦੇ, ਜਗਾ ਦਿੰਦੇ ਨੇ ਸਿਮਰਨ ਭਜਨ ਵਿੱਚ ਲਗਾ ਕਰਕੇ।
ਅਕਥ ਕਥਾ ਦੇ ਦਾਤੇ ਪਰਮੇਸ਼ਰ ਜੀ ਨੂੰ ਤਿੰਨਾਂ ਨੇ ਹੀ ਜਾਣਨਾ ਕੀਤਾ ਹੈ। ਜਾ ਕਉ ਆਏ ਸੋਈ ਵਿਹਾਜਹੁ। ਸੋ ਗਰੀਬ ਨਿਵਾਜ ਸਾਡੇ ਸਾਰੇ ਜੀਵਾਂ ਵਾਸਤੇ ਫਿਰ ਸ਼ੁਭ ਕਰਮ ਕੀ ਹੈ? ਤੇ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇਣਾ ਕਰਦੇ ਨੇ, ਜਾ ਕਉ ਆਏ, ਜਿਸ ਨਾਮ ਰੂਪੀ ਧਨ ਨੂੰ ਇਕੱਠਾ ਕਰਨ ਵਾਸਤੇ ਆਏ ਹੋ, ਸਿਮਰਨ ਕਰਨ ਵਾਸਤੇ ਆਏ ਹੋ, ਬੰਦਗੀ ਕਰਨ ਵਾਸਤੇ ਆਏ ਹੋ, ਨਾਮ ਦਾ ਵਪਾਰ ਕਰਨ ਵਾਸਤੇ ਵਪਾਰੀ ਬਣ ਕੇ ਸਵਾਸਾ ਰੂਪੀ ਪੂੰਜੀ ਲਾ ਕਰਕੇ ਆਏ ਹੋ ਨਾ, ਸੋਈ ਵਿਹਜਹੁ, ਉਸ ਨਾਮ ਰੂਪੀ ਵਸਤੂ ਨੂੰ ਖਰੀਦ ਲੈਣਾ ਕਰੋ, ਵਿਹਜ ਲੈਣਾ ਕਰੋ। ਜਿਵੇਂ ਪਿਤਾ ਆਪਣੇ ਪੁੱਤਰ ਨੂੰ ਪੈਸੇ ਦੇ ਕੇ ਤੋਰਦਾ ਨਾ, ਜਾ ਵਪਾਰ ਕਰਕੇ ਲੈ ਕੇ ਆ, ਖੱਟੀ ਕਮਾਈ ਕਰਕੇ ਲੈ ਕੇ ਆ। ਵਾਹਿਗੁਰੂ ਜੀ ਨੇ ਜੀਵ ਰੂਪ ਬੱਚਿਆਂ ਨੂੰ ਸਵਾਸਾ ਰੂਪੀ ਧਨ ਦੇ ਕੇ ਤੋਰਿਆ, ਜਾਓ ਨਾਮ ਰੂਪੀ ਵਸਤੂ ਖਰੀਦ ਕੇ ਲੈ ਆਓ। ਭਾਵ ਸਵਾਸਾਂ ਦੇ ਨਾਲ ਨਾਮ ਜਪੋਗੇ 84 ਦਾ ਗੇੜਾ ਕੱਟਿਆ ਜਾਵੇਗਾ, ਜਨਮ ਸਫਲਾ ਹੋ ਜਾਵੇਗਾ। ਤੇ ਹਜ਼ੂਰ ਫਰਮਾਉਂਦੇ ਨੇ, ਪਰਮ ਪਿਤਾ ਵਾਹਿਗੁਰੂ ਜੀ ਦੇ ਪਾਸੋਂ ਨਾਮ ਦੀ ਦਾਤ ਨੂੰ ਵਿਹਾਜਣ ਵਾਸਤੇ ਸਵਾਸਾਂ ਦੀ ਪੂੰਜੀ ਲੈ ਕਰਕੇ ਜਿਸ ਕਾਰਜ ਨੂੰ ਕਰਨ ਵਾਸਤੇ ਆਇਓ ਪਿਆਰਿਓ, ਉਸ ਕਾਰਜ ਨੂੰ ਸਫਲਾ ਕਰ ਲਵੋ, ਸਿਮਰਨ ਭਜਨ ਇਕੱਤਰ ਕਰ ਲਵੋ ਸਾਧ ਸੰਗਤ ਦੁਆਰਾ। ਹਰ ਗੁਰ ਤੇ ਮਨ ਹੈ ਬਸੇਰਾ। ਫਿਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹਰੀ ਪ੍ਰਮਾਤਮਾ ਜੀ ਦਾ ਮਨ ਦੇ ਵਿੱਚ ਹੀ ਵਾਸਾ ਹੋ ਜਾਵੇਗਾ। ਮਨ ਦੇ ਅੰਦਰ ਹੀ ਪ੍ਰਮਾਤਮਾ ਜੀ ਸਾਖਿਆਤਕਾਰ ਹੋ ਜਾਣਗੇ। ਜਿਸ ਹਰੀ ਪ੍ਰਮਾਤਮਾ ਜੀ ਦਾ ਮਨ ਹੈ ਬਸੇਰਾ, ਮਨ ਦੇ ਅੰਦਰ ਵਾਸਾ ਹੈ, ਗਰੀਬ ਨਿਵਾਜ ਜਾਣੀਏ ਕਿਵੇਂ ਕਿ ਪ੍ਰਮਾਤਮਾ ਜੀ ਹਿਰਦੇ 'ਚ ਵਸਦੇ ਨੇ। ਤੇ ਸਾਹਿਬ ਜੀ ਫਰਮਾਨ ਕਰਦੇ ਨੇ, ਹਰ ਗੁਰ ਤੇ, ਇਹ ਤੇ ਹਰੀ ਪ੍ਰਮਾਤਮਾ ਜੀ ਦੇ ਸਰਗੁਣ ਸਰੂਪ ਪ੍ਰਮਾਤਮਾ ਜੀ ਦੇ ਸਰਗੁਣ ਸਰੂਪ ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ। ਤੇ ਫਿਰ ਸਤਿਗੁਰੂ ਜੀ ਦੀ ਨਜ਼ਰ ਦੇ ਨਾਲ ਜਾਣਿਆ ਜਾਂਦਾ ਹੈ ਮਨ ਹੈ ਬਸੇਰਾ। ਪ੍ਰਮਾਤਮਾ ਜੀ ਹਿਰਦੇ ਦੇ ਅੰਦਰ ਹੀ ਅੰਤਰ ਆਤਮੇ ਵਸਣਾ ਕਰਦੇ ਹਨ ਜੀ। ਨਿਜ ਘਰ ਮਹਿਲ ਪਾਵਹੁ ਸੁਖ ਸਹਜੇ। ਨਿਜ ਘਰ, ਸਰੀਰ ਦੇ ਅੰਦਰ ਅੰਤਸ਼ ਕਰਨ ਰੂਪੀ ਨਿਜ ਘਰ ਦੇ ਅੰਦਰ ਮਹਿਲ ਪਾਵਹੁ, ਮਹਿਲੀ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲੈਣਾ ਕਰੋਗੇ। ਤੇ ਜਦੋਂ ਪ੍ਰਾਪਤ ਕਰ ਲਵੋਗੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸੁਖ ਸਹਜੇ, ਸਹਜੇ ਹੀ ਸੁਭਾਵਕ ਹੀ ਅਚੁੱਤ ਸੁਖ ਦੀ ਪ੍ਰਾਪਤੀ ਹੋਵੇਗੀ। ਜਿੱਥੇ ਸਹਜੇ ਆਤਮ ਗਿਆਨ ਪ੍ਰਾਪਤ ਹੋਵੇਗਾ, ਆਤਮ ਗਿਆਨ ਦੇ ਦੁਆਰਾ ਹਰੀ ਪ੍ਰਮਾਤਮਾ ਜੀ ਦੀ ਪ੍ਰਾਪਤੀ ਦਾ ਸੁਖ ਨਿਜ ਘਰ ਮਹਿਲ ਪਾਵਹੁ, ਸਰੂਪ ਰੂਪ ਹਿਰਦੇ ਦੇ ਅੰਦਰ ਹੀ ਪਾਵਹੁ, ਪਾ ਲੈਣਾ ਕਰੋਗੇ। ਬਹੁਰ ਨਾ ਹੋਏਗੋ ਫੇਰਾ। ਤੇ ਬਹੁੜੋ ਸੰਸਾਰ ਦੇ ਅੰਦਰ ਜੰਮਣ ਮਰਨ ਰੂਪੀ ਫੇਰਾ ਨਹੀਂ ਹੋਵੇਗਾ। ਜੰਮਣ ਮਰਨ ਨਾ ਤਿਨ ਕਾਓ ਜੋ ਹਰ ਲੜ ਲਾਗੇ। ਜੰਮਣਾ ਮਰਨਾ ਬਹੁੜੋ ਫਿਰ ਨਹੀਂ ਹੋਵੇਗਾ। 84 ਲੱਖ ਜੂਨੀਆਂ ਵਿੱਚ ਭਰਮਣਾ ਨਹੀਂ ਹੋਵੇਗਾ। ਮਾਤਾ ਦੀ ਗਰਭ ਜੂਨੀ ਵਿੱਚ ਨਹੀਂ ਆਉਣਾ ਪਵੇਗਾ। ਆਉਣ ਜਾਣ ਦੇ ਫੇਰੇ ਹੀ ਮੁੱਕ ਜਾਣਗੇ। ਅੰਤਰਜਾਮੀ ਪੁਰਖ ਵਿਧਾਤੇ। ਹੇ ਗਰੀਬ ਨਿਵਾਜ, ਸਾਡੀ ਤੇ ਐਸੀ ਕਮਾਈ ਨਹੀਂ, ਇਤਨੀ ਬੰਦਗੀ ਨਹੀਂ ਕਿ ਵਾਹਿਗੁਰੂ ਜੀ ਨੂੰ ਅੰਤਰ ਆਤਮੇ ਅਸੀਂ ਝਾਟੀ ਮਿਲ ਲਈਏ। ਸੱਚੇ ਪਾਤਸ਼ਾਹ ਕੋਈ ਸਾਧਨ ਸੌਖਾ ਹੈ ਜਿਸ ਸੌਖੇ ਯਤਨ ਦੇ ਨਾਲ ਸਾਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਵੇ, ਸਾਡਾ ਵੀ ਜੰਮਣ ਮਰਨ ਕੱਟਿਆ ਜਾਵੇ। ਤੇ ਹਜ਼ੂਰ ਸਾਨੂੰ ਬੇਨਤੀ ਕਰਨੇ ਦੀ ਜਾਚ ਸਿਖਾਉਂਦੇ ਨੇ, ਸਿੱਖੋ ਫਿਰ ਐਵੇਂ ਬੇਨਤੀ ਕਰੋ। ਅੰਤਰਜਾਮੀ ਹੈ, ਅੰਦਰ ਦੀਆਂ ਹਿਰਦੇ ਦੀਆਂ ਹਰ ਇੱਕ ਦੇ ਦਿਲ ਦੀਆਂ ਜਾਣਨ ਵਾਲੇ, ਪੜਦੇ ਪੜਦੇ ਦੀਆਂ ਬੁੱਝਣਹਾਰ ਪ੍ਰਮਾਤਮਾ ਜੀ ਪੁਰਖ ਵਿਧਾਤੇ ਸਾਰਿਆਂ ਹੀ ਜੀਵਾਂ ਨੂੰ ਉਹਨਾਂ ਦੇ ਭਲੇ ਅਤੇ ਬੁਰੇ ਕਰਮਾਂ ਦੇ ਅਨੁਸਾਰ ਫਲ ਬਰ ਦਾਤੇ ਜੀਓ। ਕਰਮਾਂ ਦੇ ਅਨੁਸਾਰ ਕਰਮਾਂ ਦਾ ਫਲ ਦੇਣ ਵਾਲੇ ਵਾਹਿਗੁਰੂ ਜੀ। ਸਰਧਾ ਮਨ ਕੀ ਪੂਰੇ। ਸਾਡੇ ਮਨ ਦੀ ਇਹ ਸ਼ਰਧਾ ਪੂਰੀ ਕਰ ਦਿਓ। ਗਰੀਬ ਨਿਵਾਜ ਸਾਡੇ ਹਿਰਦੇ ਦੀ ਭਾਵਨਾ ਪੂਰੀ ਕਰ ਦਿਓ ਜੀ। ਨਾਨਕ ਦਾਸ ਇਹੀ ਸੁਖ ਮੰਗੈ। ਤੇ ਜੇ ਵਾਹਿਗੁਰੂ ਜੀ ਪੁੱਛਣ, ਭਾਈ ਮਨੁੱਖਾ ਸਰੀਰ ਦੇ ਦਿੱਤਾ ਹੈ, ਪੂਰੇ ਗੁਰੂ ਦੀ ਪ੍ਰਾਪਤੀ ਵਾਸਤੇ ਸੋਝੀ ਵੀ ਦੇ ਦਿੱਤੀ, ਹੋਰ ਕੀ ਚਾਹੁੰਦਾ ਹੈ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਅਸੀਂ ਦਾਸਾ ਭਾਵ ਨੂੰ ਧਾਰਨ ਕਰਕੇ ਸੁਖ ਸਰੂਪ ਦਾਤ ਇਹੀਓ ਹੀ ਮੰਗਣਾ ਕਰਦੇ ਹਾਂ। ਮੋਹ ਕਉ ਕਰ ਸੰਤਨ ਕੀ ਧੂਰੇ। ਹੇ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ, ਕਿਰਪਾਲਤਾ ਕਰ, ਮੋਹ ਕਉ ਕਰ, ਸਾਨੂੰ ਆਪਣੇ ਸੰਤ ਜਨਾਂ ਦੀ ਚਰਨ ਧੂੜੀ ਬਣਾ ਦਿਓ। ਮਹਾਰਾਜ ਸਾਨੂੰ ਐਸੇ ਸੰਤਾਂ ਦੇ ਦਾਸ ਬਣਾ ਦਿਓ ਜਿਨ੍ਹਾਂ ਦੀ ਸੰਤਨ ਕੀ ਧੂਰੇ, ਸੰਤਾਂ ਦੀ ਚਰਨ ਧੂੜ ਲੈ ਕਰਕੇ ਮੁੱਖ ਮਸਤਕ ਦੇ ਉੱਪਰ ਲਾਉਂਦੇ ਰਹੀਏ। ਇਸੇ ਹੀ ਪ੍ਰਕਾਰ ਨਾਨਕ ਦਾਸ ਇਹੀ ਸੁਖ ਮੰਗੈ। ਸਿੱਖਾਂ ਸਤਿਗੁਰੂ ਜੀ ਦੇ ਦਰ ਤੇ ਪੈ ਕਰਕੇ ਸਦਾ ਇਹ ਅਰਦਾਸ ਕਰਦਾ ਰਹਿ, ਨਾਨਕ ਦਾਸ ਇਹੀ ਸੁਖ। ਇੱਥੇ ਪਾਠ ਇਹੀ ਹੈ,
ਤੇ ਕੀਰਤਨ ਸੁਹੇਲੇ ਵਿੱਚ ਇਹ ਹੈ ਈੜੀ ਸਿਹਾਰੀ ਹਾਹੇ ਦੁਲਾਵਾ। ਇੱਥੇ ਈੜੀ ਸਿਹਾਰੀ ਹਾਹੇ ਬਿਹਾਰੀ ਇਹੀ ਪਾਠ ਹੈ। ਸਦਾ ਹੀ ਦਾਸਾ ਭਾਵ ਨੂੰ ਧਾਰਨ ਕਰਕੇ ਅਰਦਾਸਾਂ ਬੇਨਤੀਆਂ ਕਰਦਾ ਰਹੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਤੋਂ ਅਸੀਂ ਸੁਖ ਸਰੂਪ ਇਹੀ ਉਹ ਦਾਤ ਮੰਗਦੇ ਹਾਂ, ਦਾਸਾ ਭਾਵ ਨੂੰ ਧਾਰਨ ਕਰਕੇ। ਮੂਹ ਕਉ ਕਰ ਸੰਤਨ ਕੀ ਧੂਰੇ, ਸਾਨੂੰ ਆਪਣੇ ਸੰਤ ਜਨਾਂ ਦੀ ਚਰਨ ਧੂੜੀ ਬਖਸ਼ ਦੇਣਾ ਕਰੋ, ਜਿਹੜੀ ਮੁੱਖ ਮਸਤਕ ਤੇ ਲਾ ਕਰਕੇ ਸਾਡੇ ਮੱਥੇ ਦੇ ਪੁੱਠੇ ਭਾਗ ਬਦਲ ਕਰਕੇ ਸਿੱਧੇ ਹੋ ਜਾਣ। ਧੂੜੀ ਮੱਜਨ ਸਾਧਖੇ ਸਾਈਂ ਥੀਏ ਕਿਰਪਾਲ। ਸਾਧੂ ਜਨਾਂ ਦੀ ਚਰਨ ਧੂੜੀ ਉਦੋਂ ਮਿਲਦੀ ਹੈ ਜਦੋਂ ਸਾਈਂ ਜੀ, ਪ੍ਰਮਾਤਮਾ ਜੀ, ਵਾਹਿਗੁਰੂ ਜੀ ਦਇਆਲਤਾ ਕਰਦੇ ਨੇ, ਕਿਰਪਾਲਤਾ ਕਰਦੇ ਨੇ। ਨਹੀਂ ਤਾਂ ਚਰਨ ਧੂੜੀ ਪੂਰੇ ਸਤਿਗੁਰਾਂ ਦੀ, ਪੂਰੇ ਸਾਧੂਆਂ ਦੀ ਨਹੀਂ ਮਿਲਦੀ ਹੈ। ਸੋ ਇਸ ਪ੍ਰਕਾਰ ਜਿਹੜੀ ਸਾਧੂ ਜਨਾਂ ਦੀ ਚਰਨ ਧੂੜੀ ਹੈ, ਮਾੜੇ ਕਰਮਾਂ ਨੂੰ ਮੇਟ ਦਿੰਦੀ ਹੈ, ਹਿਰਦੇ ਦੀ ਪਵਿੱਤਰਤਾ ਕਰ ਦਿੰਦੀ ਹੈ, ਨਿਰਮਲਤਾ ਕਰ ਦਿੰਦੀ ਹੈ। ਇਹ ਤੇ ਇਤਨੀ ਜ਼ਿਆਦਾ ਪਵਿੱਤਰ ਹੈ ਕਿ ਗੰਗਾ, ਜਮਨਾ, ਗੋਦਾਵਰੀ ਤੀਰਥ ਵੀ ਸੰਤ ਜਨਾਂ ਦੀ ਚਰਨ ਧੂੜੀ ਮੰਗਦੇ ਨੇ। ਗੰਗਾ, ਜਮਨਾ, ਗੋਦਾਵਰੀ, ਸੁਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਉਦਮ ਕਰਕੇ ਆਪ ਗਊਆਂ ਦਾ ਰੂਪ ਧਾਰਨ ਕਰਕੇ ਸੰਤ ਜਨਾਂ ਦੀਆਂ ਚਰਨ ਧੂੜੀ ਲੈਣ ਆਉਂਦੀਆਂ ਨੇ। ਇਹ ਨਦੀਆਂ ਵੀ, ਇਹ ਤੀਰਥ ਵੀ ਕਿਉਂ ਆਉਂਦੀਆਂ ਨੇ ਜੀ? ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਲੋਕੀ ਸੰਕਲਪ ਕਰਕੇ ਆਪਣੇ ਕਮਾਏ ਹੋਏ ਪਾਪਾਂ ਨੂੰ ਉਤਾਰ ਕੇ ਸਾਡੇ ਵਿੱਚ ਧੋ ਕਰਕੇ ਆਪ ਚਲੇ ਜਾਂਦੇ ਨੇ। ਤੇ ਜਿਹੜੇ ਸਮੂਹ ਲੋਕਾਂ ਦੇ ਇਕੱਠੇ ਹੋਏ ਪਾਪ ਸਾਡੇ ਵਿੱਚ ਨੇ ਨਾ, ਇਹ ਤੀਰਥ ਕਹਿੰਦੇ ਨੇ। ਇਹ ਉਦੋਂ ਨਿਵਰਤ ਹੁੰਦੇ ਨੇ ਜਦੋਂ ਸਾਧੂ ਜਨਾਂ ਦੀ ਚਰਨ ਧੂੜ ਸਾਨੂੰ ਮਿਲਦੀ ਏ। ਆਮ ਕਰਕੇ ਸ਼ੰਕਾ ਕੀਤਾ ਜਾਂਦਾ ਜੀ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਾਦਸ਼ਾਹ ਦੇ ਕਹਿਣ ਤੇ ਤੀਰਥ ਯਾਤਰਾ ਕੀਤੀ। ਨਹੀਂ ਭਲਿਓ, ਤੀਰਥ ਯਾਤਰਾ ਨਹੀਂ ਕੀਤੀ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਤੀਰਥਾਂ ਦਾ ਉਧਾਰ ਕੀਤਾ ਹੈ। ਉਹਨਾਂ ਨੂੰ ਚਰਨ ਧੂੜ ਬਖਸ਼ ਕਰਕੇ ਉਹਨਾਂ ਨੂੰ ਪਵਿੱਤਰ ਕਰਨ ਵਾਸਤੇ ਉੱਥੇ ਗਰੀਬ ਨਿਵਾਜ ਸਾਹਿਬ ਜੀ ਨੇ ਜਾਣਾ ਕੀਤਾ ਹੈ। ਸੋ ਇਸ ਪ੍ਰਕਾਰ ਸਾਧੂਆਂ ਦੀ, ਸੰਤਾਂ ਦੀ ਚਰਨ ਧੂੜ ਸਮੂਹ ਪਾਪਾਂ ਦੀ ਨਾਸ਼ ਕਰਤਾ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਸਦਾ ਦਾਸਾ ਭਾਵ ਨੂੰ ਧਾਰਨ ਕਰਕੇ ਇਹ ਦਾਤ ਮੰਗਣਾ ਕਰੋ ਗਰੀਬ ਨਿਵਾਜ, ਸਾਨੂੰ ਆਪਣੇ ਸੰਤ ਜਨਾਂ ਦੀ ਚਰਨ ਧੂੜ ਬਖਸ਼ੋ, ਜਿਸ ਦੇ ਨਾਲ ਸਾਡੇ ਪਾਪ ਕੱਟੇ ਹੋ ਜਾਣ, ਨਾਮ ਰਸੀਏ ਹੋ ਕਰਕੇ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੋ ਜਾਈਏ। ਸਾਨੂੰ ਵੀ ਉਹ ਦਾਤ ਮਿਲ ਜਾਵੇ ਜਿਸ ਦਾਤ ਨੂੰ ਪ੍ਰਾਪਤ ਕਰਕੇ ਉੱਤਮ ਜਗਿਆਸੂ ਅਧਿਕਾਰੀ ਤਰਦੇ ਨੇ। ਕਿਹੜੀ ਦਾਤ ਜੀ? ਤਰਿਓ ਬ੍ਰਹਮ ਗਿਆਨੀ। ਮਹਾਰਾਜ ਕਿਰਪਾ ਕਰਕੇ ਇਹ ਬ੍ਰਹਮ ਦਾ ਗਿਆਨ ਸਾਨੂੰ ਵੀ ਬਖਸ਼ਿਸ਼ ਕਰ ਦੇਣਾ ਕਰੋ, ਅਸੀਂ ਵੀ ਸੰਸਾਰ ਸਾਗਰ ਤੋਂ ਤਰ ਜਾਈਏ ਜੀ। ਇਸ ਪ੍ਰਕਾਰ ਗਰੀਬ ਨਿਵਾਜ, ਧੀਰਜ ਧਾਰੀ, ਪਰ ਉਪਕਾਰੀ, ਅੰਮ੍ਰਿਤ ਉਪਦੇਸ਼ ਦੇ ਦਾਤਾ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਗੁਰਬਾਣੀ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਨਾ ਕੀਤੀ ਹੈ ਜੀ। ਸਾਹਿਬਾਂ ਦੇ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਗਰੀਬ ਨਿਵਾਜ ਸਤਿਗੁਰੂ ਜੀ ਤੇ ਸਤਿਗੁਰੂ ਜੀ ਦੀ ਸੰਗਤ ਬਖਸ਼ਿੰਦਾ ਕਿਰਪਾ ਕਰਕੇ ਬਖਸ਼ ਲਵੋ ਜੀ। ਅੱਗੇ ਵਾਸਤੇ ਸਮੱਤ ਬਖਸ਼ਣੀ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾਵਣੇ ਦਾ ਯਤਨ ਕਰਨਾ, ਜਿਸ ਦੇ ਨਾਲ ਸਾਡਾ ਸਭਨਾਂ ਦਾ ਪੜਿਆ ਸੁਣਿਆ ਕਥਨ ਕੀਤਾ ਸਫਲਾ ਹੋਏ ਥਾਂ ਪੈ ਜਾਵੇ। ਪਾਵਨ ਗੁਰ ਸ਼ਬਦ ਦੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹੀ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਿਬੇਕ। ਹੇ ਅਪਰੰਪਰ ਹਰਿ ਹਰਿ